ਹਾਜ਼ਰੀ ਹੈ ਜੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਜਲੰਧਰ ਵਾਲੇ ਸਟੂਡੀਓ 'ਚ ਬੈਠਾ। ਇਸ ਵਕਤ ਤਾਰਾਂ ਅਸੀਂ ਕੈਨੇਡਾ ਨੂੰ ਪਾ ਲਈਆਂ ਨੇ ਤੇ ਉੱਥੇ ਆਪਾਂ ਪਰਮਵੀਰ ਬਾਠ ਹੋਰਾਂ ਨਾਲ ਕਰਾਂਗੇ ਗੱਲਾਂ ਬਾਤਾਂ। ਤੇ ਅੱਜ ਦੀਆਂ ਗੱਲਾਂ ਬਾਤਾਂ ਦੇ ਵਿੱਚ ਹੋ ਸਕਦਾ ਹੈ ਕਿ ਵੀ ਅਸੀਂ ਥੋੜ੍ਹੀ ਬਹੁਤ ਰਾਜਨੀਤੀ ਵੀ ਘੋਟ ਲਈਏ, ਥੋੜ੍ਹਾ ਬਹੁਤ ਭਾਸ਼ਾ ਦੇ ਮੁੱਦੇ ਵੀ ਲਈਏ, ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਜਿਹੜਾ ਇਹ ਵੀਕਐਂਡ ਵਾਲਾ ਪ੍ਰਾਈਮ ਫੋਕਸ ਹੈ ਜ਼ਰੂਰ ਆਪਾਂ ਜਿਹੜੀਆਂ ਆਪਸੀ ਗੱਲਾਂ ਨੇ, ਜਿਹੜੀਆਂ ਆਪਾਂ ਪਰਿਵਾਰ 'ਚ ਬਹਿ ਕੇ ਕਰਨ ਵਾਲੀਆਂ ਵਿਚਾਰਨ ਵਾਲੀਆਂ ਨੇ, ਉਹਨਾਂ ਦੇ ਉੱਪਰ ਜ਼ਿਆਦਾ ਧਿਆਨ ਦਈਏ। ਸੋ ਉਸ ਪਾਸੇ ਨੂੰ ਅੱਜ ਹੋ ਸਕਦਾ ਕਿ ਅਸੀਂ ਮੋੜਾ ਥੋੜ੍ਹਾ ਜਿਹਾ ਕੱਟ ਲਈਏ। ਬਾਕੀ ਬਾਠ ਸਾਹਿਬ ਕੀ ਹਾਲ ਚਾਲ ਨੇ, ਪਹਿਲਾਂ ਇਹ ਸੁਣਾਓ। ਐਨ ਬੱਲੇ ਬੱਲੇ ਹੋਈ ਪਈ ਆ ਜੀ। ਆ ਮਾੜੇ ਸ਼ਕਰਪਾਰੇ ਖਾ ਕੇ ਹਟਿਆ, ਲੱਡੂਆਂ ਵਾਲਾ ਹੱਥ ਜਿਹੜਾ ਉਹ ਜਾਣ ਵਾਲਾ। ਮੈਂ ਸੋਚਿਆ ਸੀ ਕਿ ਅੱਜ ਖਾ ਪੀ ਕੇ ਦਿਨ ਗੁਜ਼ਾਰਨਾ, ਕਿਉਂਕਿ ਵੀਕਐਂਡ ਜਿਹਾ ਹੈਗਾ ਨਾ। ਇਹ ਦੇਖੋ ਸ਼ੱਕਰਪਾਰੇ ਲੱਡੂ ਜੇ ਕੈਨੇਡਾ ਜਾ ਕੇ ਵੀ ਖਾਈ ਜਾਣੇ ਤੇ ਫਿਰ ਏਡਾ ਜਹਾਜ਼ ਤੇ ਔਖੇ ਹੋ ਕੇ ਜਾਣ ਦੀ ਕੀ ਲੋੜ ਪਈ, ਇੱਥੇ ਥੋੜ੍ਹੇ ਹੀ। ਉਹ ਨਹੀਂ, ਗੱਲ ਤਾਂ ਤੁਹਾਡੀ ਠੀਕ ਆ, ਪਰ ਇੱਥੇ ਆ ਕੇ ਬਹੁਤਾ ਚੇਤੇ ਆਉਂਦਾ। ਇੱਥੇ ਜਿਹੜੀ ਚੀਜ਼ ਨੂੰ ਬੰਦਾ ਮੂੰਹ ਨਹੀਂ ਕਰਦਾ, ਲੈ ਆਹ ਕੋ ਖਾਣ ਵਾਲੀ ਚੀਜ਼ ਆ, ਇੱਥੇ ਬੰਦਾ ਟੁੱਟ ਕੇ ਪੈਂਦਾ, ਭਾਵੇਂ ਡਾਲਰ ਮਹਿੰਗੀ ਵੀ ਆਵੇ ਤਾਂ ਵੀ ਦਿਓ ਜੀ। ਅੱਛਾ, ਚਲੋ ਇਹੀ ਤਾਂ ਪਿਆਰ ਹੈ ਫਿਰ ਮਿੱਟੀ ਦਾ। ਤੇ ਬਾਠ ਸਾਹਿਬ ਇੱਕ ਗੱਲ ਹੈ, ਸ਼ੱਕਰਪਾਰੇ ਤੁਸੀਂ ਗੱਲ ਕੀਤੀ, ਪਰ ਇਹ ਸ਼ੱਕਰਪਾਰੇ ਲੱਡੂ ਆਮ ਜਿਹੜੇ ਹੁਣ ਪੰਜਾਬ 'ਚ ਸੀ ਨਾ, ਪਿਛਲੇ ਕੁਝ ਮਹੀਨਿਆਂ ਤੋਂ ਘਟ ਗਿਆ। ਤੇ ਮੈਨੂੰ ਇਹ ਵੀ ਸ਼ੱਕ ਹੈ ਵੀ ਜਾਂ ਗਾਂ ਹੁਣ ਜਿਹੜੇ ਆ 2-4 ਮਹੀਨੇ ਆਉਣ ਵਾਲੇ ਆ ਜਿਨ੍ਹਾਂ ਦੇ ਵਿੱਚ ਜ਼ਿਆਦਾ ਇਹ ਲੱਡੂ ਸ਼ੱਕਰਪਾਰੇ ਬੂੰਦੀ ਇਹ ਸਾਰਾ ਕੁਝ ਹੁੰਦਾ ਨਾ, ਉਹ ਵੀ ਸ਼ਾਇਦ ਘਟ ਜੇ। ਇਹ ਲੱਗਦਾ ਹੀ ਆ ਜੀ ਇੱਥੇ ਵੀ, ਕਿਉਂਕਿ ਜਿਹੜੇ ਸ਼ਹਿਰਾਂ ਦੇ ਵਿੱਚ ਪੰਜਾਬੀ ਬਹੁਤ ਆ ਨਾ, ਬੜਾ ਰੌਲਾ ਪੈ ਗਿਆ। ਜਿੰਨਾ ਕੁ ਅੱਗੇ ਰਸ਼ ਨਾਨਕੀ ਸ਼ੱਕ 'ਚ ਹੁੰਦਾ ਸੀ, ਇੱਕ ਪਾਸੇ ਨਾਨਕਿਆਂ ਵਾਲੇ ਪਾਸੇ ਹੋਣਾ, ਹੁਣ ਉਨੇ ਕੁ ਬੰਦੇ ਤਾਂ ਸਾਰੇ ਵਿਆਹ 'ਚ ਮਹਾਂ ਇਕੱਠੇ ਹੁੰਦੇ ਆ। ਹੁਣ ਕੋਈ ਬੰਦਾ ਐਂ ਜਿਹਾ ਰਹਿੰਦਾ ਕਿ ਭਾਈ ਮੈਨੂੰ ਨਹੀਂ ਲੈ ਕੇ ਗਏ, ਉਹਨੂੰ ਨਹੀਂ ਲੈ ਕੇ ਗਏ। ਪਰ ਇੱਕ ਗੱਲ ਹੈਗੀ ਆ, ਹੁਣ 5-5 7-7 ਦਿਨਾਂ ਦੇ ਵਿਆਹ ਜਿਹੜੇ ਆ ਨਾ, ਉਹ ਸਵਾਦ ਜਿਹਾ ਆਉਣੋਂ ਹਟ ਗਿਆ। ਸਿਆਣੇ ਬੰਦੇ ਕਹਿੰਦੇ ਆ ਕਿ ਭਾਈ ਚੰਗਾ ਹੋਇਆ, ਦੂਜਿਆਂ ਨੂੰ ਲੱਗਦਾ ਕਿ ਕਿੱਥੇ ਪਹਿਲਾਂ ਇੱਕ ਪਾਸੇ ਮਾਈਆਂ ਲੱਗਣਾ, ਜਦੋਂ ਮਾਈਆਂ ਲੱਗਣਾ ਤੇ ਉਧਰਲੇ ਪਾਸੇ ਬੀਬੀਆਂ ਨੇ ਆਪਣਾ ਗਾਉਣ ਕਰਨਾ, ਇਹ ਕਰਨਾ, ਤੇ ਉਧਰਲੇ ਪਾਸੇ ਜਿਹੜੇ 2-3 ਉੱਦਾਂ ਦੇ ਹੁੰਦੇ ਨੇ ਕਿ ਲਿਆਓ ਵੇ ਬੋਤਲ ਲਿਆਓ, ਲੈ ਲਿਆਂਦੀ ਤਾਂ ਹੁਣੀ ਆ, ਇੱਦਾਂ ਥੋੜ੍ਹੀ ਹੁੰਦੀ ਆ, ਮਾੜੀ ਮੋਟੀ ਛਿੜ ਲਾਈਏ 300 ਦੀ ਹੁੰਦੇ ਆ। ਉਹਨਾਂ ਦਾ ਕੰਮ ਬਹੁਤਾ ਔਖਾ ਹੋਇਆ ਪਿਆ। ਇਹ ਤਾਂ ਇੱਕ ਗੱਲ ਹੈਗੀ ਆ ਬਾਠ ਸਾਹਿਬ, ਮੈਂ ਚਾਹੁੰਦਾ ਚਲੋ ਜੇ ਆਪਾਂ ਇਹ ਗੱਲ ਛੇੜ ਲਈ ਆ ਤੇ ਵੀ ਵਿਚਾਰ ਹੀ ਲਈਏ, ਕਿਉਂਕਿ ਜਿਹੜਾ ਇਹ ਵਿਆਹ ਹੈ ਨਾ, ਇਹ ਪੰਜਾਬੀਆਂ ਦੇ ਨਾਲ ਜਦੋਂ ਤੋਂ ਜੁੜਿਆ ਉਦੋਂ ਤੋਂ ਤਬਦੀਲੀ ਇਹਦੇ 'ਚ ਇੰਨੀ ਆਉਂਦੀ ਗਈ ਕਿ ਹੁਣ ਜਿਹੜੇ ਮਾਹਰ ਨੇ, ਜਿਨ੍ਹਾਂ ਨੂੰ ਆਪਾਂ ਇਕੋਨੋਮਿਸਟ ਕਹਿ ਦਿੰਦੇ ਹਾਂ, ਉਹ ਹਿਸਾਬ ਕਿਤਾਬ ਜਿਹਾ ਲਾ ਕੇ ਤੇ ਜਦੋਂ ਪੰਜਾਬ ਦੀ ਕਿਸਾਨੀ ਜਾਂ ਪੰਜਾਬ ਦੇ ਆਮ ਲੋਕਾਂ ਦੀ ਜੀਵਨ ਦੇ ਵਿੱਚ ਕਰਜ਼ਾ ਲਿਖਦੇ ਆ ਤੇ ਉਹਦੇ ਵਿੱਚ ਕਾਰਨਾਂ ਦੇ ਵਿੱਚ ਇੱਕ ਵਿਆਹ ਵੀ ਲਿਖ ਦਿੰਦੇ ਆ, ਜਿਹਦੇ ਅੱਗੇ ਸ਼ਬਦ ਲਾ ਦਿੰਦੇ ਮਹਿੰਗੇ। ਇਹ ਮੈਨੂੰ ਲੱਗਦਾ ਵੀ ਚੀਜ਼ ਇੱਕ ਵਿਚਾਰਨ ਵਾਲੀ ਹੈਗੀ। ਜਾਂ ਤਾਂ ਇੱਕ ਕੁਦਰਤੀ ਸੁਨੇਹਾ ਕਹਿ ਲਓ, ਜਾਂ ਕਹਿ ਲਓ ਕਿ ਬਹਾਨੇ ਨਾਲ ਰੱਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਕਿਸੇ ਤਰ੍ਹਾਂ ਵੀ ਕਹਿ ਲਓ ਵੀ ਇਹ ਜਿਹੜੀ ਚੀਜ਼ ਵਾਲੇ ਪਾਸੇ ਧਿਆਨ ਆਇਆ ਹੁਣ। ਤੇ ਪਿਛਲੇ ਕੁਝ ਸਮੇਂ 'ਚ ਆਪਾਂ ਬਹੁਤ ਸਾਰੇ ਵਿਆਹ ਦੇਖੇ। ਪਹਿਲਾਂ ਇਹ ਹੁੰਦਾ ਸੀ ਵੀ ਜੇ ਕਿਸੇ ਨੇ ਸਾਦਾ ਵਿਆਹ ਕਰਾ ਲੈਣਾ ਨਾ, ਤੇ ਅਗਲੇ ਦਿਨ ਸੋਸ਼ਲ ਮੀਡੀਆ 'ਤੇ ਵਾਇਰਲ, ਅਖਬਾਰਾਂ 'ਚ ਫੋਟੋਆਂ, ਟੈਲੀਵਿਜ਼ਨ ਵਾਲਿਆਂ ਨੇ ਇੰਟਰਵਿਊ ਕਰਦੇ ਫਿਰਨਾ, ਬੱਲੇ ਬੱਲੇ ਲਓ ਜੀ ਫਲਾਣੇ ਬੰਦੇ ਨੇ ਸਾਦਾ ਵਿਆਹ ਕਰਾ ਲਿਆ। ਪਰ ਪਿਛਲੇ ਹੁਣ ਕੁਝ ਸਮੇਂ ਤੋਂ ਲਗਾਤਾਰ ਇਹੀ ਆਪਾਂ ਦੇਖਦੇ ਆ ਰਹੇ ਹਾਂ ਕਿ ਬਹੁਤ ਸੀਮਤ ਜਿਹੇ ਲੋਕਾਂ ਦੇ ਨਾਲ, ਪਰਿਵਾਰਕ ਮੈਂਬਰਾਂ ਦੇ ਨਾਲ ਥੋੜ੍ਹੇ ਜਿਹੇ ਪੈਸਿਆਂ ਦੇ ਵਿੱਚ ਵਿਆਹ ਵੀ ਸੰਪੰਨ ਹੋ ਜਾਂਦੇ ਆ। ਤੇ ਹੁਣ ਜਿਨ੍ਹਾਂ ਦੇ ਤੁਸੀਂ ਲਾ ਲਓ ਕਿ ਵੀ ਜੇ ਭਾਰਤ ਦੇ ਹਿਸਾਬ ਨਾਲ ਮੈਂ ਗੱਲ ਕਰਾਂ ਤੇ ਸਟਾਰਟਿੰਗ ਵਾਲੇ ਲੋਕਡਾਊਨ ਦੇ ਵਿੱਚ ਹੀ ਹੋਏ ਹੋਣਗੇ, ਤੇ 2-2 3-3 ਮਹੀਨਿਆਂ ਦੇ ਵਿਆਹ ਨੂੰ ਵੀ ਹੋ ਗਿਆ। ਤੇ ਗਾਂ ਜਿਨ੍ਹਾਂ ਨੇ ਅਜੇ ਰੱਖੇ ਸੀ ਸਿਆਲ ਦੇ, ਉਹ ਵੀ ਸੋਚੀ ਪਏ ਵੀ ਜਾਂ ਤੇ ਇਹਨੂੰ ਟਰਕਾ ਲਈਏ, ਨਹੀਂ ਤੇ ਫਿਰ ਆਪਾਂ ਥੋੜ੍ਹੀ ਜਿਹੀ ਸਾਰ ਲਈਏ। ਉਹ ਵੀ ਚਰਚਾਵਾਂ ਚੱਲ ਪਈਆਂ। ਇਹਨੂੰ ਥੋੜ੍ਹਾ ਜਿਹਾ ਆਪਾਂ ਸਮਝੀਏ। ਸੰਧਾਲੀਆ ਸਭ ਠੀਕ ਹੈ, ਵਿਆਹਾਂ ਦੇ ਉੱਤੇ ਵੀ ਆਉਣਾ, ਪਰ ਮੈਂ ਪਹਿਲਾਂ ਇੱਕ ਸ਼ਬਦ ਤੁਸੀਂ ਬੋਲਿਆ ਸੀ, ਉਸ ਸ਼ਬਦ ਦੇ ਵੱਲ ਜਾਣਾ। ਉਹ ਸ਼ਬਦ ਸਾਡਾ ਨਹੀਂ ਹੈਗਾ, ਉਹ ਤੁਹਾਡਾ ਆ ਜਿਹੜਾ ਇਕੋਨੋਮਿਸਟ, ਅਰਥ ਸ਼ਾਸਤਰੀ, ਵਿੱਤੀ ਮਾਮਲਿਆਂ ਦੇ ਮਾਹਰ, ਸਾਨੂੰ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਤੁਹਾਡੇ ਕੋਲ 4 ਛਿੱਲੜ ਹੈਗੇ ਆ, ਤੁਹਾਨੂੰ ਪਤਾ ਕਿ ਇੰਨੀ ਟੈਕਸ ਦੀ ਦਰ ਜਿਹੜੀ, ਇੰਨੇ ਪੈਸਿਆਂ ਤੇ ਇੰਨਾ ਟੈਕਸ ਲੱਗਣਾ, ਉਹ ਗੁਰਪ੍ਰੀਤ ਸੰਧੇਵਾਲੀਆ ਨੂੰ ਤੇ ਵੱਡੇ ਬੰਦਿਆਂ ਦਾ ਮਸਲਾ। ਸਾਡੇ ਕੋਲ ਤਾਂ ਬੈਂਕ ਦੇ ਵਿੱਚ ਰੁਪਈਆ ਧੇਲਾ ਹੋਣਾ ਹੀ ਨਹੀਂ। ਸਾਨੂੰ ਕੀ ਪਤਾ ਵਿੱਤੀ ਮਾਮਲੇ ਕੀ ਹੁੰਦੇ ਆ, ਸਾਨੂੰ ਕੀ ਪਤਾ ਆਰਥਿਕ ਮਾਹਰ ਕੀ ਹੁੰਦੇ ਆ। ਤੁਹਾਨੂੰ ਪਤਾ ਕਿ ਭਾਈ ਜੇ 2 ਗੱਡੀਆਂ ਤੁਹਾਡੇ ਕੋਲੇ ਹੈਗੀਆਂ ਤਾਂ ਟੈਕਸ ਇੰਨਾ ਲੱਗਣਾ, ਉਹੀ 4 ਛਿੱਲੜ ਕਮਾਉਣੇ ਆ, ਉਹੀ ਖਾਣੇ ਆ। ਇਹ ਤਾਂ ਫਿਰ ਤੁਸੀਂ ਇਨਵੈਸਟਮੈਂਟ ਕਰਨੀ ਹੈ, ਸ਼ੇਅਰ ਬਾਜ਼ਾਰ ਦੇ ਵਿੱਚ ਤੁਹਾਡੇ ਹਿੱਸੇ ਨੇ, 15-16 ਪਲਾਟ ਸਾਲ ਦੇ ਇੱਧਰ ਕਰਨੇ, 15-16 ਪਲਾਟ ਇੱਧਰ ਕਰਨੇ, ਤੁਹਾਡਾ ਮਸਲਾ। ਹੁਣ ਜਿਹੜੇ ਬੰਦੇ ਨੇ ਉਹਨਾਂ ਕੋ ਕਮਾਉਣਾ ਜੀ। ਦੱਸੋ ਬਾਠ ਸਾਹਿਬ, ਮੇਰੀ ਗੱਲ ਸੁਣੋ, ਟੁੱਟੀ ਜੀ ਮੇਰੇ ਕੋਲ ਕਾਰ ਆ ਤੁਹਾਡੀਆਂ ਗੱਲਾਂ ਸੁਣ ਕੇ ਕੱਲ ਨੂੰ ਉੱਥੇ ਮੇਰੀ ਧੌਣ ਤੇ ਕਿਹਨੇ ਦਾਤਰ ਰੱਖ ਲੈਣਾ ਵੀ ਇਹ ਭਾਈ ਬਾਠ ਕਹਿੰਦਾ ਤੇਰੇ ਕੋਲੇ ਹੈ ਬੜਾ ਕੁਛ ਹੈ, ਫਿਰ ਮੈਂ ਕਿਹਨੂੰ ਜਵਾਬ ਦੇਣਾ। ਨਹੀਂ, ਉਹ ਕਈ ਵਾਰੀ ਇੱਦਾਂ ਵੀ ਹੁੰਦਾ ਨਾ, ਕਹਿੰਦੇ ਇੱਕ ਬੰਦਾ ਪੱਠੇ ਲੈਣ ਤੁਰਿਆ ਜਾਂਦਾ ਸੀ ਤੇ ਸਕੂਲ ਦੇ ਕੋਲ ਦੀ ਲੰਘਣ ਲੱਗਾ ਤੇ ਮਾਸਟਰ ਉੱਥੇ ਕਹੇ, ਉਹ ਮੰਨ ਲਓ ਜਿਹੜਾ ਮੇਰੇ ਕੋਲੇ 15 ਲੱਖ ਰੁਪਈਆ ਘਰ ਪਿਆ ਜੀ, ਉਹਦੇ ਵਿੱਚੋਂ 10 ਲੱਖ ਰੁਪਈਆ ਇੱਧਰ ਕੱਢਿਆ, ਬਾਕੀ ਕਿੰਨਾ ਬਚਿਆ? ਉਹ ਜਾ ਰਾਤ ਨੂੰ ਤੇ ਘਰੇ ਜਾ ਵੜਿਆ ਕਿ ਮਾਸਟਰ ਤੇਰੇ ਕੋਲ ਤਾਂ 15 ਲੱਖ ਰੁਪਈਆ, ਹੁਣ ਤੂੰ ਦੇ ਕੇ ਜਾ, ਕਿੱਥੇ ਹੈਗਾ? ਹੁਣ ਉੱਦਾਂ ਦੇ ਕੰਮ ਹੋ ਜਾਣੇ। ਵੈਸੇ ਸਾਦੇ ਵਿਆਹਾਂ ਵਾਲੀ ਗੱਲ ਜਿਹੜੀ ਆ ਨਾ,
ਉਹ ਤੁਸੀਂ ਠੀਕ ਕੀਤੀ ਆ। ਮੈਂ ਸੰਧਾਲੀਆ ਸਾਹਿਬ ਇੱਕ ਗੱਲ ਸੋਚਦਾ ਸੀ, ਆਪਾਂ ਸਾਰੇ ਜਣੇ ਸਲਾਹ ਹੀ ਕਰਨੀ ਆ, ਗੱਲਾਂ ਬਾਤਾਂ ਨੇ, ਦਰਸ਼ਕ ਆਪਣੇ ਨਾਲ ਨਾਲ ਹੋਣਗੇ, ਟਿੱਪਣੀਆਂ ਉਹਨਾਂ ਨੇ ਕਰ ਦੇਣੀਆਂ। ਮੈਂ ਇੱਕ ਵਾਰੀ ਸੋਚਦਾ ਸੀ ਕਿ ਜਿਹੜਾ ਛੋਟਾ ਪਿੰਡ ਆ ਨਾ, ਛੋਟਾ, ਜਿੱਥੇ 100 ਕੁ ਘਰ ਆ ਜਾਂ ਮੰਨ ਲਓ ਕਿ 150 ਤੱਕ ਘਰ ਆ, ਕਰੋੜ ਕੁ ਰੁਪਈਆ ਇੱਕ ਸਾਲ ਦਾ ਉਹ ਵਿਆਹਾਂ ਦੇ ਉੱਤੇ ਪਿੰਡ ਵਾਲੇ ਖਰਚ ਦਿੰਦੇ ਆ, ਜਿੱਥੇ ਥੋੜੇ ਵਿਆਹ ਵੀ ਹੁੰਦੇ ਆ। ਮੰਨ ਲਓ ਕਿ 10 ਵਿਆਹ ਹੋਏ ਜਾਂ 12 ਵਿਆਹ ਹੋਏ, ਕਿਸੇ ਨੇ 10-12 ਲੱਖ 15 ਲੱਖ ਖਰਚ ਦੇਣਾ, ਕਿਸੇ ਨੇ 4-5 ਲੱਖ ਖਰਚ ਦੇਣਾ। ਕਰੋੜ ਰੁਪਈਆ ਇੱਕ ਛੋਟੇ ਪਿੰਡ ਚੋਂ ਜਾਂਦਾ ਸੀ, ਤੇ ਜਿਹੜਾ ਦਰਮਿਆਨਾ ਪਿੰਡ ਉੱਥੋਂ 1.5 ਤੋਂ ਲੈ ਕੇ 2 ਕਰੋੜ। ਹੁਣ ਜੇ ਸਾਡੀ ਆਮਦਨ ਘਟੀ ਆ ਨਾ, ਤਾਂ ਕਰੋਨਾ ਨੇ ਪੰਜਾਬੀਆਂ ਨੂੰ ਇਹ ਗੱਲ ਦੱਸ ਦਿੱਤੀ ਹੈ ਕਿ ਜ਼ਰੂਰੀ ਨਹੀਂ ਭਾਈ ਸਾਡੇ ਵਿਆਹ ਦੇ ਵਿੱਚ 5 ਲੱਖ ਰੁਪਈਆ ਲੈਣ ਵਾਲਾ ਕਲਾਕਾਰ ਆਉਣਾ ਹੀ ਆਉਣਾ। ਜ਼ਰੂਰੀ ਨਹੀਂ ਕਿ ਅਸੀਂ ਉਹਨਾਂ ਬੰਦਿਆਂ ਨੂੰ ਕਾਰਡ ਦੇਣੇ ਹੀ ਦੇਣੇ ਆ ਜਿਨ੍ਹਾਂ ਦੇ ਕੋਲੇ ਰਿਵਾਲਵਰ ਹੈਗਾ, ਤੇ ਅਸੀਂ ਫਿਰ ਆਪਣੇ ਹੱਥ ਦੇ ਵਿੱਚ ਉਹਨਾਂ ਦਾ ਰਿਵਾਲਵਰ ਫੜ ਕੇ ਉੱਪਰ ਨੂੰ ਫੈਰ ਕੱਢ ਕੇ ਚਾਨਣੀਆਂ ਪਾੜਨੀਆਂ ਹੀ ਪਾੜਨੀਆਂ। ਜ਼ਰੂਰੀ ਨਹੀਂ ਕਿ ਅਸੀਂ 15 ਦਿਨ ਪਹਿਲਾਂ ਕਾਪੀ ਦੇ ਉੱਤੇ ਲਿਸਟਾਂ ਬਣਾਉਣ ਲੱਗ ਪੈਣਾ, ਜੇ ਕਾਰਡ ਛਪਣ ਤੋਂ ਵੀ ਪਹਿਲਾਂ, ਕਿ ਭਾਈ ਉਹਨੂੰ ਵੀ ਸੱਦਣਾ, ਉਹ ਫੁੱਫੜ ਕੇ, ਉਹ ਫੁੱਫੜ ਦਾ ਫਲਾਨਾ ਵੀ ਆਪਣੇ ਵਿਆਹ 'ਚ ਉਦੋਂ ਆਇਆ ਸੀ, ਚਲੋ ਮੂੰਹ ਮੱਥੇ ਲੱਗਦਾ ਬੰਦਾ, ਆਪਾਂ ਉਹਨੂੰ ਵੀ ਸੱਦ ਲੈਂਦੇ ਆ। ਹੁਣ ਬੰਦਾ ਛੋਟਾ ਛੋਟਾ ਕਰਨ ਲੱਗ ਪਿਆ। ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਐਵੇਂ ਮਨ ਦੀਆਂ ਬਣਾਈਆਂ ਬਲਗਣਾ ਸੀ, ਇਹਨੇ ਢਾਹ ਢੂ ਕੇ ਰੱਖਤੀਆਂ। ਇਹ ਬਹੁਤ ਵੱਡੀ ਗੱਲ ਹੋਈ ਹੈ ਬਾਠ ਸਾਹਿਬ। ਜਿੱਦਾਂ ਤੁਸੀਂ ਹਿਸਾਬ ਜਿਹਾ ਲਾਇਆ ਨਾ, ਇਹ ਮੈਂ ਸੋਚਦਾ ਵੀ ਜਿੱਡਾ ਵੱਡਾ ਹੁਣ ਪਿੰਡ ਮੇਰਾ, ਜਿਵੇਂ ਆਪਣੇ ਪਿੰਡ ਦੀ ਗੱਲ ਕਰਾਂ ਤਾਂ ਮੈਂ ਕਈ ਵਾਰ ਇੱਥੇ ਜ਼ਿਕਰ ਕੀਤਾ ਵੀ 12-13 ਤੇ ਸੁੱਖ ਨਾਲ ਅਸੀਂ ਗੁਰੂ ਘਰ ਹੀ ਬਣਾ ਲਏ ਆ, ਤੇ ਉਹਨਾਂ ਦੇ ਵਿੱਚ ਜਿਹੜੇ ਸਮਾਗਮ ਹੁੰਦੇ ਆ ਜਾਂ ਹੋਰ ਖਰਚੇ, ਉਹ ਤਾਂ ਫਿਰ ਅਸੀਂ ਇੱਦਾਂ, ਜੇ ਅਰਥ ਸ਼ਾਸਤਰੀ ਮੈਂ ਪਿੰਡ ਵਾਲਿਆਂ ਦੇ ਹਿਸਾਬ ਨਾਲ ਲਿਆ ਕੇ ਬਿਠਾ ਦੇਵਾਂ, ਤੇ ਫਿਰ ਸਾਡੇ ਵਾਲੇ ਕਰੋੜ ਤੇ ਗਿਣੇ ਨਹੀਂ ਜਾਣੇ ਵੀ ਅਸੀਂ ਕਿੱਦਾਂ ਲਾ ਲੈਂਦੇ ਹਾਂ। ਪਰ ਇੱਕ ਗੱਲ ਤਾਂ ਪੱਕੀ ਹੈ ਵੀ ਜਿਹੜਾ ਖਰਚਾ ਬੇਫਜ਼ੂਲ ਹੁੰਦਾ ਸੀ, ਕਿਉਂਕਿ ਕਾਰਨ ਹੈ ਵੀ ਜਦੋਂ ਆਪਾਂ ਮਹਿੰਗਾ ਵਿਆਹ ਕਰਨਾ, ਫਿਰ ਜਿਹੜਾ ਹੁੰਦੇ ਆ ਨਾ ਜੀ ਉਹ ਪੈਲਸਾਂ ਵਾਲੇ, ਕੇਟਰਿੰਗ ਵਾਲੇ, ਉਹਨਾਂ ਦਾ ਕੰਮ ਹੁੰਦਾ, ਉਹਨਾਂ ਨੇ ਐ ਲਿਸ਼ਕਾ ਕੇ ਫਾਈਲ ਲੈਮੀਨੇਟ ਕਰਕੇ ਬਣਾਈ ਹੁੰਦੀ ਆ, ਸਰ ਆਹ ਦੇਖੋ ਜੀ, ਆਹ ਵਾਲਾ ਵੀ ਦਿਆਂਗੇ, ਆਹ ਵੀ ਦਿਆਂਗੇ, ਆਹ ਵੀ ਦਿਆਂਗੇ। ਬੰਦਾ ਉਹਦੇ ਤੇ ਟਿੱਕਾਂ ਲਾਉਂਦਾ ਥੱਕ ਜਾਂਦਾ, ਪਰ ਚੀਜ਼ਾਂ ਨਹੀਂ ਮੁੱਕਦੀਆਂ ਜਿੰਨੀਆਂ ਕੋ ਬਣਾ ਕੇ ਖਵਾਉਂਦੇ ਆ। ਉਹਨਾਂ 'ਚੋਂ ਖਾਧੀਆਂ ਭਾਵੇਂ ਆਪਣੇ ਕੋਲ ਚੌਥਾ ਹਿੱਸਾ ਵੀ ਨਾ ਜਾਣ, ਪਰ ਜਿਹੜੀਆਂ ਆਪਾਂ ਖਾ ਪੀ ਕੇ ਤੇ ਉਸ ਤੋਂ ਬਾਅਦ ਬਿਮਾਰੀਆਂ ਲਵਾਉਣੇ ਵੱਖਰੀਆਂ, ਉਹ ਵੀ ਪੰਜਾਬੀਆਂ ਦੇ ਹਿੱਸੇ ਆਈਆਂ ਸੀ। ਤੇ ਮੈਂ ਕਹਿੰਦਾ ਵੀ ਆਹ ਸਾਦੇ ਵਿਆਹਾਂ ਦੇ ਵਿੱਚ ਘੱਟੋ ਘੱਟ ਇਹੋ ਜਿਹੇ ਜਿਹੜੇ ਖਰਚੇ ਸੀ ਉਹਨਾਂ ਤੋਂ ਵੀ ਬਚ ਗਏ, ਤੇ ਇਹੋ ਜਿਹਾ ਖਾਣ ਪੀਣ ਕਰਕੇ ਬਾਅਦ 'ਚ ਡਾਕਟਰ ਨੂੰ ਦੇਣ ਤੋਂ ਵੀ ਬਚ ਗਏ। ਆਪਾਂ ਨਾ ਕੱਲ ਇੱਕ ਗੱਲ ਕੀਤੀ ਸੀ ਫੋਕਸ ਦੇ ਵਿੱਚ ਕਿ ਲੀਡਰ ਕਹਿੰਦੇ ਆ ਕਿ ਭਾਈ ਗੁੰਮਰਾਹ ਹੋ ਜਾਂਦੇ ਪੰਜਾਬ ਦੇ ਲੋਕ, ਫਲਾਣੇ ਨੇ ਗੁੰਮਰਾਹ ਕਰਤੇ, ਧਮਕਾਨੇ ਨੇ ਗੁੰਮਰਾਹ ਕਰਤੇ। ਮੈਨੂੰ ਐ ਲੱਗਦਾ ਕਿ ਲੀਡਰਾਂ ਦੇ ਕਹਿਣ ਤੋਂ ਬਿਨਾਂ ਵੀ ਅਸੀਂ ਕਈ ਵਾਰੀ ਗੁੰਮਰਾਹ ਹੋ ਜਾਂਦੇ। ਹੁਣ ਦੇਖੋ, ਆ ਜਿਹੜੀ ਗੱਲ ਤੁਸੀਂ ਕਹਿੰਦੇ ਆ ਨਾ ਕਿ ਆਹ ਵੀ ਚੀਜ਼ਾਂ ਛੱਡ ਦਈਏ, ਉਹ ਵੀ ਛੱਡ ਦਈਏ, ਹੁਣ ਸਾਡੇ ਪੱਲੇ ਕੀ ਪੈਂਦਾ ਸੀ? ਅਸੀਂ ਵਿਆਹ ਤੋਂ 1.5-2 ਸਾਲ ਬਾਅਦ ਵਿੱਚ ਵੀ ਅਸੀਂ ਵਿਆਹ ਕੀਤਾ, ਜੇ ਕਿਸੇ ਦੇ ਵਿਆਹ ਤੇ ਜਾਣਾ, ਇੱਥੇ ਚਾਟ ਪਾਪੜੀ ਵਾਲੀ ਰੇਹੜੀ ਜੀ ਲੱਗਦੀ ਨਹੀਂ, ਇਹਨਾਂ ਨੇ ਫਲਾਨਾ ਸਟਾਲ ਨਹੀਂ ਲਵਾਇਆ। ਸਾਡੇ ਤਾਂ ਜਦੋਂ ਵਿਆਹ ਦੇ ਉੱਤੇ ਅਸੀਂ ਕੁੜੀ ਦਾ ਵਿਆਹ ਕੀਤਾ ਸੀ, ਉਦੋਂ ਉਹ ਤਾਂ ਬਹੁਤਾ ਹੀ ਸਵਾਦ ਸੀ। ਇੱਥੇ ਮਟਕੇ ਵਾਲੀ ਕੁਲਫੀ ਨਹੀਂ ਲੱਗਦੀ, ਇੱਥੇ ਨਾ ਫਲਾਨੀ ਚੀਜ਼ ਨਹੀਂ ਲੱਗਦੀ, ਇਹਨਾਂ ਦੇ ਕੋਲੇ ਪੰਜਾਬੀ ਢਾਬਾ ਨਹੀਂ ਲੱਗਦਾ, ਜਾਣੀ ਉੱਥੇ ਬਹਿ ਕੇ ਰੋਟੀ ਖਾ ਲੈਣੀ ਆ, ਉਹਦੀ ਸਵਾਦ ਹੁੰਦੀ। ਬਾਕੀ ਸਾਰੇ ਵਿਆਹ ਦੇ ਵਿੱਚ ਖਾਣ ਵਾਲਾ ਕੀ ਹੁੰਦਾ? ਜਾਣੀ ਕਿ ਸਾਨੂੰ ਗੱਲਾਂ ਕਰਨ ਨੂੰ ਥਾਂ ਚਾਹੀਦਾ ਕਿ ਸਾਡੇ ਵਿਆਹ ਦੇ ਵਿੱਚ ਆਹ ਕੁਝ ਸੀ, ਅਸੀਂ 2 ਸਾਲ ਕੰਪੈਰੀਜ਼ਨ ਹੀ ਕਰਦੇ ਰਹਿੰਦੇ ਆ ਮੁੜ ਕੇ ਕਿ ਸਾਡੇ ਆਹ ਕੁਝ ਸੀਗਾ, ਉਹਦੇ ਆਹ ਕੁਝ ਨਹੀਂ ਸੀਗਾ। ਤੇ ਜੇ ਸਾਡੇ ਜਿੰਨਾ ਦੂਜੇ ਦੇ ਵਿਆਹ ਦੇ ਵਿੱਚ ਹੋਵੇ, ਸਾਡੇ ਵਧੀਆ ਸੀ। ਇੱਥੇ ਤਾਂ ਪਨੀਰ ਹੀ ਕੱਚਾ, ਆਲੂ ਦੇਖੇ ਛਿੱਲੇ ਹੀ ਨਹੀਂ ਸੀ, ਛਿੱਲਾਂ ਉੱਦਾਂ ਹੀ ਤੁਰੀਆਂ ਫਿਰਦੀਆਂ। ਜਾਣੀ ਸਾਨੂੰ ਕੰਮ ਲੱਭ ਪੈਂਦਾ ਕਿ ਅਸੀਂ ਦੂਜੇ ਦੇ ਵਿਆਹ ਨੂੰ ਛੋਟਾ, ਮਿਆਰ ਤੋਂ ਥੱਲੇ ਰੱਖ ਕੇ ਜਿਹੜਾ ਕਿੱਦਾਂ ਗਣੀਏ, ਇਦਾਂ ਦੀ ਗੱਲ ਤੋਂ ਬਚਣਾ ਚਾਹੀਦਾ। ਵੈਸੇ ਇੱਕ ਗੱਲ ਹੈਗੀ ਆ, ਹੁਣ ਸੰਧਾਲੀਆ ਸਾਹਿਬ ਕਿਹੜੀ ਚੀਜ਼ ਹੈ, ਅਸੀਂ ਗੰਨੇ ਦੀ ਰਸ ਉੱਥੇ ਲਵਾਉਣ ਲੱਗ ਪਏ, ਚੰਗੀ ਗੱਲ ਹੈ ਜੇ ਪੈਕਡ ਜੂਸ ਦੀ ਜਗ੍ਹਾ ਦੇ ਉੱਤੇ ਸਾਡਾ ਪੰਜਾਬ ਦਾ ਸਮਾਨ ਚੱਲੇ। ਪਰ ਸਵਾਲ ਤਾਂ ਇਹ ਪੈਦਾ ਹੁੰਦਾ ਨਾ ਕਿ ਜੇ ਅਸੀਂ 40,000 ਰੁਪਈਆ ਇੱਕ ਗੰਨੇ ਦੇ ਰਸ ਦੇ ਸਟਾਲ ਦੇ ਉੱਤੇ ਲਾ ਦੇਣਾ, ਤਾਂ ਉਹ ਤਾਂ ਅਸੀਂ ਘਰੇ ਵੀ ਪੀਂਦੇ ਆ। ਮਟਕੇ ਵਾਲੀ ਕੁਲਫੀ ਪੰਜਾਬ ਦੇ ਵਿੱਚ ਕਿੱਥੋਂ ਨਹੀਂ ਮਿਲਦੀ। ਜੇ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਨੋਟ ਫੂਕ ਦੇਣੇ ਆ ਤੇ ਮੁੜ ਕੇ 15 ਸਾਲ ਕਰਜ਼ੇ ਲਾਉਂਦੇ ਰਹਿਣਾ, ਬਹੁਤੀ ਸਿਆਣਪ ਤਾਂ ਹੈ ਨਹੀਂ। ਥੋੜੀ ਜਿਹੀ ਕਿਸੇ ਨੂੰ ਲੱਗੇ ਤਾਂ ਵੱਖਰੀ ਗੱਲ ਹੈ। ਆਹ ਗੰਨੇ ਵਾਲੀ ਤੁਸੀਂ ਗੱਲ ਕਰ ਦਿੱਤੀ, ਤੇ ਗੰਨੇ ਦਾ ਰੇਟ ਨਹੀਂ ਉਦੋਂ ਚੇਤੇ ਆਉਂਦਾ ਵੀ ਭਾਈ ਸਾਹਿਬ ਜਦੋਂ ਆਪਾਂ ਵੇਚਣ ਜਾਂਦੇ ਆ ਤੇ ਉਦੋਂ ਰੇਟ ਸਰਕਾਰ ਕੀ ਦਿੰਦੀ ਹੈ, ਤੇ ਮਿੱਲ ਵਾਲਾ ਜਿਹੜਾ ਉਹ ਕਿੰਨੇ ਤਰਲੇ ਕਢਾ ਕੇ ਤੇ ਕਿੰਨੇ ਚਿਰ ਬਾਅਦ ਜਾ ਕੇ ਪੈਸੇ ਦਿੰਦਾ। ਤੇ ਨਾਲ ਆਪਾਂ ਨੂੰ ਇਹ ਵੀ ਧਿਆਨ ਨਹੀਂ ਆਉਂਦਾ ਵੀ ਉਸ ਗੰਨੇ ਵਾਲੀ ਰੇਹੜੀ ਦੇ ਨਾਲ ਹੀ ਇੱਕ ਅੱਧੀ ਰੇਹੜੀ ਛੱਡ ਕੇ ਜਿਹੜੀ ਉਹ ਹੁੰਦੀ ਨਾ ਗਰਮ ਹੋਣ ਵਾਲੀ ਗਾਗਰ ਜੀ ਲਾਈ ਤੇ ਕੱਚ ਜਿਹਾ ਲੱਗਿਆ ਹੁੰਦਾ, ਨਿਆਣੇ ਵਾਹਵਾ ਉਹਦੇ ਘੇਰੇ ਘੇਰੇ ਹੁੰਦੇ ਆ ਜੀ, ਪੌਪਕੌਰਨ ਖਾਣੇ ਪਾਪਾ। ਉਹ ਹੁਣ ਉਹੀ ਫੁੱਲੇ ਜੇ ਆਪਾਂ ਪੂਰੀ ਰੇਹੜੀ ਦੇ ਉੱਪਰ ਝਾਤੀ ਮਾਰੀਏ ਨਾ ਉਹਦੀ ਵਿਆਹ ਦੇ ਵਿੱਚ, ਤੇ ਮਸਾਂ 3-4 ਕਿਲੋ ਮਕਈ ਹੁੰਦੀ ਉਹਦੇ ਕੋਲੇ, ਜਿਹਦੇ 'ਚ ਉਹਨੇ ਥੋੜ੍ਹੀ ਜਿਹੀ ਮੁੱਠ ਪਾਉਣੀ ਹੁੰਦੀ ਆ, ਤੇ ਨਾਲ ਹੀ ਕਿੰਨੇ ਸਾਰੇ ਕਰਕੇ ਤੇ ਮੁੜ ਕੇ ਨਿਆਣਿਆਂ ਨੂੰ ਉਹਨੇ ਭਰ ਕੇ ਉਹ ਡੱਬੇ ਜਿਹੇ ਦੇ ਦੇਣੇ ਹੁੰਦੇ ਆ।
ਕਦੀ ਉੱਥੇ ਖਲੋ ਕੇ ਆਪਣਾ ਇਹ ਹਿਸਾਬ 'ਚ ਨਹੀਂ ਆਉਂਦਾ। ਨਿਆਣੇ ਨੂੰ ਆਪਾਂ ਫੁੱਲੇ ਉੱਥੋਂ ਦਵਾ ਦਿੰਦੇ ਹਾਂ, ਪੌਪਕੌਰਨ ਦਵਾ ਦਿੰਦੇ ਹਾਂ, ਪਰ ਇਹ ਹਿਸਾਬ ਕਦੀ ਦਿਮਾਗ 'ਚ ਨਹੀਂ ਆਉਂਦਾ ਵੀ ਜਿਹੜੀ ਮਕਈ ਹੈ ਉਹਦਾ ਸਰਕਾਰ ਨੇ MSP ਕੀ ਬਣਾਇਆ। ਤੇ ਐਤਕੀ ਜਦੋਂ ਆਪਾਂ ਮੰਡੀ ਵੇਚਣ ਗਏ ਸੀ ਤੇ ਉਦੋਂ ਆਪਾਂ ਨੂੰ ਕਿਸੇ ਨੇ 600 ਦੀ ਆਵਾਜ਼ ਦਿੱਤੀ, ਕਿਸੇ ਨੇ 700 ਦੀ ਆਵਾਜ਼ ਦਿੱਤੀ। ਤੇ ਜਿਹੜੇ ਫੁੱਲਿਆਂ ਵਾਲੀ ਰੇਹੜੀ ਆਪਾਂ ਇੱਥੇ ਲਾਈ ਆ, ਆਹ ਜਿਹੜੇ 3 ਕਿਲੋ ਦਾਣੇ ਇਹ ਬੰਦਾ ਲਈ ਫਿਰਦਾ, ਇਹਨੇ ਕਿਸ ਭਾਅ ਵੇਚਣੇ ਆ? ਇਹ ਗੱਲ ਤੁਹਾਡੀ ਬਿਲਕੁਲ ਠੀਕ ਆ। ਮੈਂ ਤਾਂ ਕਈ ਵਾਰੀ ਇਹ ਵੀ ਸੋਚਦਾ ਹੁੰਨਾ ਕਿ ਜਿਹੜੇ ਬੰਦਿਆਂ ਵਾਲੇ ਪਾਸੇ ਆਈਏ, ਜਿਹੜੇ ਮਾੜੇ ਮੋਟੇ ਚਲੋ ਪੈਗ ਸ਼ੈਗ ਦੇ ਸ਼ੌਕੀਨ ਆ, ਦੇਖੋ ਆਪਾਂ ਕਿਸੇ ਦੇ ਹੱਕ 'ਚ ਨਹੀਂ, ਵਿਰੋਧ 'ਚ ਨਹੀਂ, ਕੋਈ ਹਿਸਾਬ ਜਿਹਾ 'ਚ ਰਹਿ ਕੇ ਜਿਹੜਾ ਬੰਦਾ ਕੰਮ ਕਰਦਾ ਮਾੜਾ ਮੋਟਾ ਕਰੀ ਜਾਵੇ। ਪਰ ਉੱਥੇ ਇੱਕ ਬਹੁਤ ਵੱਡੀ ਗੱਲ ਹੁੰਦੀ ਆ, ਆਹ ਕੋਈ ਪੀਣ ਵਾਲੀ ਆ, ਆਹ ਕੋਈ ਬ੍ਰਾਂਡ ਆ, ਅਸੀਂ ਤਾਂ ਕਦੀ ਆਹ ਪੀਤੀ ਨਹੀਂ, ਉਹ ਤਾਂ ਸਵੇਰ ਨੂੰ ਸਿਰ ਦੁਖਣ ਲਾਉਂਦੀ ਆ, ਇਹ ਤਾਂ ਸਿਰ ਹੀ ਫੜ ਲੈਂਦੀ ਆ, ਜੇ ਆਹ ਪੀਣੀ ਆ ਨਾ ਤਾਂ ਫਿਰ ਲੱਸੀ ਦਾ ਗਲਾਸ ਸਰਾਣੇ ਰੱਖ ਕੇ ਸੋਈ। ਉਹ ਭਾਈ ਜੇ ਨਹੀਂ ਪੀਣ ਵਾਲੀ ਨਾ ਪੀਓ, ਕਿਤੇ ਉੱਥੇ ਲਾਇਸੈਂਸ ਕੈਂਸਲ ਹੋ ਜਾਣਾ, ਉਹ ਕਿਤੇ ਪਰਮਿਟ ਕੈਂਸਲ ਕਰ ਦੇਣ ਲੱਗੇ ਆ ਵੀ ਜੇ ਤੁਸੀਂ ਨਾ ਪੀਤੀ, ਨਹੀਂ ਚੰਗੀ ਲੱਗਦੀ ਨਾ ਪੀਓ। ਜੇ ਬਹੁਤੀ ਗੱਲਾਂ ਘਰ ਜਾ ਕੇ ਹਾੜਾ ਲਾ ਲਿਓ, ਜੇ ਆਪਣਾ ਸਟੈਂਡਰਡ ਏਡਾ ਹੀ ਉੱਚਾ, ਪਰ ਉੱਥੇ ਕਈ ਚਿਰ ਫਿਰ ਮੂੰਹ 'ਚ ਘੁੱਟ ਭਰ ਕੇ ਇਹ ਨਹੀਂ ਗੱਲ ਨਕਲੀ ਆ, ਲੱਗ ਗਿਆ ਪਤਾ ਅਸਲੀ ਦੀ ਤਾਂ ਗੱਲ ਹੀ ਹੋ ਰਹਿੰਦੀ ਆ। ਦੇਖਿਆ ਇਹਦੀ ਸੀਲ ਪਹਿਲਾਂ ਹੀ ਖੁੱਲੀ ਸੀ, ਇਹ ਪਤਾ ਨਹੀਂ ਕਿੱਥੋਂ ਲੈ ਆਉਣੀ, 4 ਰੁਪਏ ਬਚਾਉਣ ਦੇ ਮਾਰੇ ਇਹ ਪ੍ਰਾਹੁਣੇ ਬਵਾਰ ਕਰਨੇ ਆ। ਹੁਣ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਾਨੂੰ ਮਾੜੀਆਂ ਮੋਟੀਆਂ ਨੇੜੇ ਤੇੜੇ ਲੈ ਆਉਣੀਆਂ ਚਾਹੀਦੀਆਂ ਕਿ ਭਾਈ ਸਾਡਾ ਇੱਕ ਦਿਨ ਹੁੰਦਾ ਘਰ ਵਾਲਿਆਂ ਦਾ ਕੁੰਡਾ ਹੋ ਜਾਂਦਾ। ਆਹ ਕੋਵਿਡ ਦੇ ਵਿੱਚੋਂ ਹੋਰ ਕੁਛ ਲੱਭੇ ਨਾ ਲੱਭੇ, ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਹੈ, ਜੇ ਕਿਤੇ ਪੰਜਾਬ ਦੇ ਲੋਕ ਸਾਦੇ ਵਿਆਹਾਂ ਵਾਲੇ ਪਾਸੇ ਨੂੰ ਤੁਰ ਪੈਣ, ਅੱਧੇ ਕਿਸਾਨ ਕਰਜ਼ੇ ਤੋਂ ਬਚ ਜਾਣਗੇ, ਅੱਡੀਆਂ ਚੁੱਕ ਚੁੱਕ ਕੇ ਜੇ ਮਜ਼ਦੂਰਾਂ ਨੂੰ ਫਾਹਾ ਲੈਣਾ ਪੈਂਦਾ ਉਹ ਵੀ ਬਚ ਜਾਣਗੇ, ਤੇ ਸਭ ਤੋਂ ਵੱਡੀ ਗੱਲ ਹੈ ਕਿ ਘਰਾਂ 'ਚ ਲੜਾਈਆਂ ਬੰਦ ਹੋ ਜਾਣਗੀਆਂ। ਹੁਣ 25 ਜਣੇ ਜਾਂਦੇ, ਮੰਨ ਲਓ 50 ਜਣੇ ਹੋ ਗਏ। ਜੀ ਜੀ ਆ ਜਾਓ। ਜੀ ਲੜਾਈਆਂ ਦੇ ਨਾਲ ਨਾ ਮੈਨੂੰ ਇਹ ਸੀ ਕਿ ਇੱਕ ਚੀਜ਼ ਆਪਾਂ ਹੋਰ ਐਡ ਕਰ ਦਈਏ ਵੀ ਜਿਹੜਾ ਆਪਾਂ ਨੂੰ ਇਹ ਲੱਗਦਾ ਨਾ ਕਿ ਵੀ ਜਿਹੜਾ ਮੁੰਡਾ ਕੁੜੀ ਧੀ ਪੁੱਤ ਵਿਆਹ ਤਾ ਤੇ ਉਹ ਹੁਣ ਵਿਆਹ ਦੇ ਉੱਪਰ ਹੀ ਇੰਨਾ ਖਰਚ ਕਰ ਲਿਆ ਵੀ ਮੁੜ ਕੇ ਮਹੀਨਾ 2 ਮਹੀਨੇ ਤੇ ਕੁਝ ਕਹਿਣਾ ਨਹੀਂ, ਤੀਜੇ ਚੌਥੇ ਮਹੀਨੇ ਮੁੰਡੇ ਨੂੰ ਸੁਣਾਉਣ ਲੱਗ ਪੈਣਾ ਤੇਰੇ ਵਿਆਹ ਤੇ ਉਦੋਂ ਮੈਂ 12 ਲੱਖ ਫੂਕਿਆ, ਹੁਣ ਤੂੰ ਆਨਾ ਮੈਨੂੰ ਇਹਦੇ ਲਈ ਪੈਸੇ ਚਾਹੀਦੇ, ਮੈਂ ਕਿੱਥੋਂ ਲਿਆ ਦਿਆਂ। ਉਹ ਵੀ ਲੜਾਈਆਂ ਜਿਹੜੀਆਂ ਡਿਫਰੈਂਟ ਤਰ੍ਹਾਂ ਦੀਆਂ ਘਰ 'ਚ ਸ਼ੁਰੂ ਹੋ ਜਾਂਦੀਆਂ। ਤੇ ਉਹਦੇ ਨੂੰ ਚੰਗਾ ਨਹੀਂ ਵੀ ਜਿਹੜੇ ਬਚ ਗਏ ਆ ਉਹੀ ਨਾ ਤਾਂ ਮੁੰਡਾ ਮੰਗੇ ਭਾਪੇ ਕੋਲੋਂ, ਤੇ ਜੇ ਕੱਲ ਨੂੰ ਉਹਨੇ ਕੋਈ ਕੰਮਕਾਰ ਵੀ ਕਰਨਾ ਤੇ ਭਾਪਾ ਵੀ ਇਹ ਨਾ ਆਖੇ ਵੀ ਯਾਰ ਹੁਣ ਲਿਆਉਣੇ ਕਿੱਥੋਂ ਆ ਪੈਸੇ, ਉਹਦੀ ਵੀ ਜੇਬ 'ਚ ਹੁਣ ਪਿਆ ਲੈ ਯਾਰ ਪੁੱਤ ਜੇ ਆਪਣਾ ਕੰਮ ਚੱਲਦਾ ਤੂੰ ਇਦਾਂ ਚਲਾ ਲਾ, ਉਹ ਵੀ ਤੇ ਕੰਮ ਵਧੀਆ ਹੋ ਗਿਆ। ਸੰਧਾਲੀਆ ਸਾਹਿਬ ਇਹ ਗੱਲ ਤੁਹਾਡੀ ਬਹੁਤ ਦਰੁਸਤ ਆ ਕਿ ਅਸੀਂ ਦੇਖਦੇ ਨਹੀਂ ਕਿ ਅਗਲੇ ਸਮੇਂ ਦੇ ਵਿੱਚ ਸਾਨੂੰ ਕੀ ਚਾਹੀਦਾ। ਸਾਨੂੰ ਉਹਦਾ 17 ਦਾ ਵਿਆਹ ਰੱਖਿਆ, 17 ਸ਼ਾਮ ਨੂੰ ਸਾਰੇ ਪਿੰਡ ਦੇ ਮੂੰਹ ਬੰਦ ਕਰਨੇ ਕਰੀ, 17 ਸ਼ਾਮ ਨੂੰ ਸਾਰਾ ਪਿੰਡ ਕਹੇ ਵਾਹ 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 ਮਗਰ ਸੂ ਨੇ ਵਿਆਹ ਕੀਤਾ, ਮੁੰਡਾ ਵਿਆਹ ਬੱਲੇ ਬੱਲੇ ਕਰਾਤੇ, ਮੋਹਰੋਂ ਰਿਸ਼ਤੇਦਾਰ ਵੀ ਪੂਰੇ ਜੋੜ ਦੇ ਟੱਕਰੇ ਆ। ਇੰਨੀ ਕੀ ਗੱਲ ਹੁੰਦੀ ਆ। ਇਹਦੇ ਤੋਂ ਬਾਅਦ ਦੀ ਗੱਲ ਉਹ ਵੱਖਰੀ ਗੱਲ ਹੈ ਕਿ ਮੁੜ ਕੇ ਮੂਵੀ ਵਾਲਾ ਮਗਰ ਚੱਕਰ ਮਾਰਦਾ ਰਹੇ ਕਿ ਭਾਈ ਮੇਰੇ ਵਾਲੇ ਪੈਸੇ ਤਾਂ ਦੇ ਦਿਓ, ਕਿਉਂਕਿ ਬਾਅਦ ਵਿੱਚ ਕਈ ਵਾਰੀ ਪੰਜਾਬ ਦੇ ਖਜ਼ਾਨੇ ਵਾਂਗੂ ਭਾਂਡਾ ਮੁੱਦਾ ਵੱਜਾਇਆ ਹੁੰਦਾ, ਫਿਰ ਬੰਦਾ ਸ਼ਗਨ ਵਾਲੇ ਪੈਸੇ ਗਿਣਦਾ ਹੁੰਦਾ, ਇਹਦੇ ਵਿੱਚੋਂ ਕਿੰਨੇ ਖਰਚੇ ਹੋ ਜਾਣਗੇ, ਹਲਵਾਈ ਦੇ ਹੋ ਜਾਣਗੇ ਕਿ ਨਹੀਂ, ਕਰਿਆਨੇ ਵਾਲਾ ਦਾ ਹਿਸਾਬ ਜੇ ਕਰਨ ਵਾਲਾ ਪਿਆ ਬੰਦਾ ਫਿਰ 100 ਦੇ ਗਿਣਦਾ ਹੁੰਦਾ, 500 ਦੇ ਗਿਣਦਾ। ਹੁਣ ਸੰਧਾਲੀਆ ਸਾਹਿਬ ਇੱਕ ਗੱਲ ਇੱਥੇ ਜਿਹੜੀ ਬਹੁਤ ਜ਼ਿਆਦਾ ਧਿਆਨ ਮੰਗਦੀ ਹੈ ਉਹ ਇਹ ਹੈ ਕਿ ਪਹਿਲਾਂ ਜਦੋਂ ਅਸੀਂ 500 700 1000 2000 ਬੰਦਾ ਵੀ ਪੰਜਾਬ ਦੇ ਵਿਆਹਾਂ 'ਚ ਇਕੱਠਾ ਹੁੰਦਾ ਰਿਹਾ, ਅੱਧੇ ਲੋਕ ਰਿਸ਼ਤੇਦਾਰ ਸੱਜਣ ਮਿੱਤਰ ਇਸ ਕਰਕੇ ਗੁੱਸੇ ਹੁੰਦੇ ਸੀ, ਵਿਆਹ ਗਏ ਮਿੰਟਕ ਮਿਲੀ ਆ, ਮੁੜ ਕੇ ਤਾਂ ਸਾਡੇ ਵੱਲ ਮੂੰਹ ਵੀ ਨਾ ਕੀਤਾ, ਅਸੀਂ ਉੱਥੇ ਖੜੇ ਰਹੇ, ਪਾਣੀ ਸਾਨੂੰ ਨਾ ਮਿਲਿਆ, ਕੁਰਸੀਆਂ ਪਰੇ ਜਾਂ ਡਾਤੀਆਂ ਉਹਦੇ ਵਿੱਚ ਟੇਬਲ ਸਾਨੂੰ ਨਾ ਮਿਲਿਆ, ਆ ਕਿਸੇ ਵੇਟਰ ਨੇ ਸੇਵਾਦਾਰ ਨੇ ਸਾਡੀ ਬਾਤ ਨਾ ਪੁੱਛੀ, ਕੁਲਫੀਆਂ ਤਾਂ ਉਹ ਨਾਨਕਿਆਂ ਵਾਲੇ ਪਾਸੇ ਘਮਾਉਂਦੇ ਰਹੇ, ਸਾਨੂੰ ਤਾਂ ਕਿਸੇ ਨੇ ਪੁੱਛਿਆ ਹੀ ਨਾ, ਉਹ ਮੁੜ ਕੇ ਮੂੰਹ ਮੰਗਾ ਕਰ ਲੈਂਦੇ ਆ। ਅੱਧੇ ਬੰਦੇ ਸੰਭਾਲੇ ਤੋਂ ਰਹਿ ਜਾਂਦੇ ਆ, ਭਾਜੀ ਤੋਂ ਰਹਿ ਜਾਂਦੇ ਆ। ਹੁਣ ਦੇਖੋ 40-50 ਬੰਦੇ ਹੁੰਦੇ ਆ, ਆਰਾਮ ਨਾਲ ਹੌਲੀ ਹੌਲੀ ਗੱਲਾਂ ਵੀ ਕਰਦੇ ਆ, ਇਹ ਵੀ ਕਰਦੇ ਆ ਕਿ ਭਾਈ ਅੱਛਾ ਭੈਣ ਜੀ ਤੁਸੀਂ ਕਿੱਥੋਂ, ਕੁੜੀ ਵਾਲੇ ਮੁੰਡੇ ਵਾਲੇ ਨੂੰ ਪੁੱਛਦੇ ਆ, ਮੁੰਡੇ ਵਾਲੇ ਕੁੜੀ ਵਾਲੇ ਨੂੰ ਪੁੱਛਦੇ ਆ, ਮਾਸੀਆਂ ਆਪਸ 'ਚ ਗੱਲਾਂ ਬਾਤਾਂ ਕਰਦੀਆਂ, ਉਦੋਂ ਹੀ ਪਤਾ ਲੱਗ ਜਾਂਦਾ। ਤੇ ਉਹਦੇ ਵਿੱਚੋਂ ਹੁਣ ਕੋਈ ਇਦਾਂ ਦੀ ਗੱਲ ਨਹੀਂ ਨਿਕਲਦੀ ਕਿ ਭਾਈ ਕੋਈ ਰਿਸ਼ਤੇਦਾਰ ਗੁੱਸੇ ਹੋ ਜਾਵੇ, ਆਪੇ ਹੀ ਭਾਵੇਂ ਚਾਹ ਦਾ ਕੱਪ ਫੜਾ ਦਿਓ, ਆਪੇ ਹੀ ਪਾਣੀ ਫੜਾ ਦਿਓ, ਘਰੇ ਸੱਦ ਲਓ, ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵਿਹੜਾ ਕੱਚਾ ਹੈ ਕਿ ਪੱਕਾ। ਮੈਰਿਜ ਪੈਲੇਸ ਦੇ ਵਿੱਚ ਜਦੋਂ ਅਗਲੇ ਸੇਵਾ ਵੱਧ ਕਰ ਦਿੰਦੇ ਆ ਤੇ ਮੁੜ ਕੇ ਆ ਕੇ ਦੇਖਦੇ ਅੱਛਾ ਬਾਲੇ ਤਾਂ ਡਿੱਗਣ ਵਾਲੇ ਆ, ਫਿਰ ਬਹੁਤਾ ਔਖਾ ਲੱਗਦਾ। ਇੱਕ ਚੀਜ਼ ਬਾਠ ਸਾਹਿਬ ਆਪਾਂ ਇਹ ਜ਼ਿਕਰ ਕਰ ਦਈਏ, ਇੱਥੇ ਨਾ ਕਈ ਪਰਿਵਾਰਾਂ 'ਚ ਹੋ ਸਕਦਾ ਇਸ ਤਰ੍ਹਾਂ ਦਾ ਵੀ ਥਾਟ ਹੋਵੇ, ਸੋਚ ਹੋਵੇ, ਆਪਾਂ ਇਹ ਨਹੀਂ ਕਹਿੰਦੇ ਸਾਰਿਆਂ 'ਚ, ਪਰ ਕਿਸੇ ਵੇਲੇ ਦਿਮਾਗ 'ਚ ਆ ਜਾਂਦੀ ਹੈ ਵੀ ਆਹ ਤਾਂ ਨਾ ਪ੍ਰਮਾਤਮਾ ਨੇ ਸਾਡੇ ਨਾਲ ਬੜੀ ਮਾੜੀ ਕਰ ਦਿੱਤੀ, ਸਾਰੀ ਉਮਰ ਭੈਣ ਜੀ ਦਿੰਦੇ ਰਹੇ, ਜਿੱਥੇ ਜਾਣਾ ਕਿਤੇ 1100 ਸ਼ਗਨ, ਕਿਤੇ 2100 ਸ਼ਗਨ, ਕਿਤੇ 500 ਸ਼ਗਨ, ਇਹਦੇ ਪਾਪਾ ਜੀ ਦੇ ਤੇ ਆਵਾਜਾਈ ਬੜੀ ਹੈ। ਆਹ ਹੁਣ ਜਦੋਂ ਅਸੀਂ ਕਾਰਜ ਰੱਖ ਲਿਆ ਉਦੋਂ ਉਤਰਾ ਕਰੋਨਾ ਆ ਗਿਆ ਤੇ ਸਾਰਾ ਕੁਝ ਬੰਦ ਹੋ ਗਿਆ, ਤਾਂ ਅਸੀਂ ਜਿਹੜੇ ਲੱਖਾਂ ਦਿੱਤੇ ਅਸੀਂ ਕਿੱਥੋਂ ਇਕੱਠੇ ਕਰਨ। ਇਹ ਵੀ ਇੱਕ ਸੋਚ ਹੈਗੀ। ਮੈਂ ਨਾ ਸਗੋਂ ਇੱਦਾਂ ਸੋਚ ਲੈਣ ਵੀ ਜੇ ਉੱਧਰੋਂ ਆਪਣੇ ਇਕੱਠੇ ਨਹੀਂ ਹੋਣੇ ਤਾਂ ਜਿਹੜੇ ਆਪਾਂ ਮਣਾ ਮੂੰਹ ਹੀ ਫੂਕਣੇ ਸੀ ਉਹ ਵੀ ਤਾਂ ਬਚ ਹੀ ਗਏ ਆ। ਉਹ ਤਾਂ ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਸਗਨ ਕਿੰਨਾ ਲੱਖ ਇਕੱਠਾ ਹੋ ਜੂ, 2.5 ਲੱਖ ਇਕੱਠਾ ਹੋ ਜੂ, 10 ਲੱਖ ਅਸੀਂ ਉੱਪਰ ਲਾ ਦੇਣਾ, ਸਾਡਾ ਫੇਰ ਵੀ 8.5 ਲੱਖ ਬਚਣਾ ਹੀ ਬਚਣਾ ਜਾਂ 4 ਲੱਖ ਬਚਣਾ ਹੀ ਬਚਣਾ, ਪਰ ਅਸੀਂ ਉਧਰਲੇ ਪਾਸੇ ਸੋਚਣਾ ਨਹੀਂ ਨਾ ਹੁੰਦਾ ਨਾ।
ਸਾਨੂੰ ਤਾਂ ਇਹੀ ਹੁੰਦਾ ਕਿ ਮੈਂ ਉਹਦੀ ਨਹੁੰ ਦਾ ਮੂੰਹ ਦੇਖਣ ਗਈ ਸੀ 100 ਦਿੱਤਾ, ਅਜੇ ਬੜੀ ਨਹੀਂ, ਮਹੀਨਾ ਹੋ ਗਿਆ ਨਾ, ਹੋਰ ਕਦੋਂ ਆਉਣਾ ਹੁੰਦਾ, ਉਦੋਂ ਤਾਂ 100 ਲੈ ਕੇ ਝਾਟਿਆਂ ਰੱਖ ਲਿਆ ਸੀ, ਇੱਕ ਵਾਰੀ ਵੀ ਨਹੀਂ ਕਿਹਾ ਭੈਣ ਜੀ ਚਲੋ ਥੋੜੇ ਦੇ ਦਿਓ, ਤੇ ਹੁਣ ਆਪਣੀ ਵਾਰੀ ਇੱਥੇ ਆਈ ਨਹੀਂ। ਉਹ ਸਾਰੀਆਂ ਗੱਲਾਂ ਬੜੀਆਂ ਅਜੀਬ ਆ। ਹੋਰ ਦੇਖੋ, ਲੋਕ ਇਸ ਕਰਕੇ ਦੂਜੇ ਦੇ ਘਰਾਂ 'ਚ ਘੱਟ ਜਾਂਦੇ ਆ ਕਿ ਭਾਈ ਕਰੋਨਾ ਫੈਲਿਆ, ਐਵੇਂ ਅਗਲਾ ਇਤਰਾਜ਼ ਕਰੂਗਾ, ਇਹ ਢੀਕੀ ਜਾਂਦੇ। ਲੈ ਜੇ ਵਿਆਹ ਤੇ ਸਰਕਾਰ ਨੇ ਪਾਬੰਦੀ ਲਾਈ ਸੀ, ਉੱਦਾਂ ਆ ਜਾਂਦੀ ਸਵੇਰੇ ਸ਼ਾਮ, ਉੱਦਾਂ ਹੁਣ ਆ ਜਾਂਦੀ, ਹੁਣ ਫੜਾ ਜਾਂਦੀ ਸ਼ਗਨ, ਉਦੋਂ ਤਾਂ ਲੈ ਕੇ ਉਸੇ ਵੇਲੇ ਝੋਲੇ 'ਚ ਪਾਈ ਜਾਂਦੀ ਸੀ, ਕਿਸੇ ਹੋਰ ਨੂੰ ਨਹੀਂ ਸੀ ਫੜਨ ਦਿੰਦੀ। ਉਹ ਗੱਲ ਸੱਚੀ ਇੱਕ ਬਹੁਤ ਵੱਡੀ ਆ। ਸਾਡੇ ਮਨ ਦੇ ਵਿੱਚ ਇੱਕ ਗੰਢ ਵੱਜੀ ਉਹ ਆ। ਕਈ ਵਾਰੀ ਘਰਾਂ 'ਚ ਇਦਾਂ ਵੀ ਹੁੰਦਾ, ਹੁਣ ਨੌਜਵਾਨ ਪੀੜ੍ਹੀ ਆ ਨਾ ਜਿਹੜੀ, ਉਹ ਕਈ ਵਾਰ ਕਹਿੰਦੇ ਹੁੰਦੇ ਸੂਟ ਨਹੀਂ ਲੈਣੇ, ਸ਼ਗਨ ਨਹੀਂ ਲੈਣਾ, ਉੱਥੇ ਲੈ ਕਿੱਦਾਂ ਲੈਣਾ, ਮੇਰੀ ਰੀਝ ਆ, ਮੈਨੂੰ 35 ਸਾਲ ਹੋ ਗਏ, ਮੈਨੂੰ 32 ਸਾਲ ਹੋ ਗਏ, ਮੈਨੂੰ 28 ਸਾਲ ਹੋ ਗਏ, ਮੈਂ ਤਾਂ ਬਾਬੇ ਦੇ ਜਾ ਕੇ ਨੇਤਰ ਦਾਸਾਂ ਕਰਦੀ ਹਾਂ ਕਿ ਖੁਸ਼ੀ ਕਰਨੀ ਹੈ, ਮੁੰਡੇ ਦਾ ਵਿਆਹ ਹੋਊਗਾ, ਕੁੜੀ ਦਾ ਵਿਆਹ ਹੋਊਗਾ, ਮੈਂ ਤਾਂ ਸਾਰੇ ਰਿਸ਼ਤੇਦਾਰ ਸੱਦਣੇ ਆ, ਮੈਂ ਤਾਂ ਆਪਦੀ ਭਰਜਾਈ ਦੇ ਪੇਕਿਆਂ ਦੇ ਫਲਾਣੇ ਨੂੰ ਵੀ ਕਿਹਾ, ਮੈਂ ਤਾਂ ਕਈ ਵਾਰੀ ਕਹਿਦੀ ਹੁਣ ਮੈਨੂੰ ਝੂਠੀ ਪਾਉਣਾ। ਹੁਣ ਇੱਥੇ ਆ ਕੇ ਸਾਨੂੰ ਥੋੜਾ ਬਹੁਤ ਸੋਚਣਾ ਪਊਗਾ ਕਿ ਭਾਈ ਕੁਦਰਤ ਨੇ ਮੌਕਾ ਦਿੱਤਾ, ਨਹੀਂ ਤਾਂ ਅਸੀਂ ਪੰਜਾਬੀਆਂ ਨੇ ਡੱਕਾ ਕਦੇ ਨਹੀਂ ਸੀ ਲਾਉਣਾ। ਬਿਲਕੁਲ ਜੀ। ਤੋ ਇਹ ਅਸੀਂ ਆਪਣੇ ਤੌਰ ਦੇ ਉੱਪਰ ਇਹ ਵਿਚਾਰ ਕਰ ਰਹੇ ਹਾਂ ਜੀ। ਮੈਂ ਬੇਨਤੀ ਕਰਾਂ, ਜਿਹੜਾ ਇਸ ਵਕਤ ਜੇ ਤੁਸੀਂ ਪ੍ਰੋਗਰਾਮ ਨੂੰ ਦੇਖ ਰਹੇ ਹੋ, ਤੁਹਾਡੇ ਕੀ ਵਿਚਾਰ ਨੇ, ਤੁਸੀਂ ਜ਼ਰੂਰ ਆਪਣੀ ਟਿੱਪਣੀ ਜਿਹੜੀ ਹੈ ਉਹਦੇ 'ਤੇ ਲਿਖਣੀ, ਕਿਉਂਕਿ ਸਾਨੂੰ ਇਹ ਲੱਗਦਾ ਕਿ ਭਾਵੇਂ ਬਹਾਨੇ ਨਾਲ ਹੀ ਸਹੀ, ਭਾਵੇਂ ਕਰੋਪੀ ਨਾਲ ਹੀ ਸਹੀ, ਕਿਸੇ ਤਰ੍ਹਾਂ ਹੋਇਆ, ਆਪਾਂ ਨੂੰ ਇੱਕ ਜਾਂਚ ਸਿਖਾਉਣ ਦੀ ਕੋਸ਼ਿਸ਼ ਕੀਤੀ ਕੁਦਰਤ ਨੇ ਕਿ ਯਾਰ ਜੇ ਤੁਸੀਂ ਇੱਦਾਂ ਦੀ ਬਜਾਏ ਇੱਦਾਂ ਵੀ ਕਰ ਲਓਗੇ ਤੇ ਤਾਂ ਵੀ ਕੋਈ ਫਰਕ ਨਹੀਂ ਪੈਣ ਲੱਗਿਆ, ਆਪਾਂ ਬਚ ਜਾਵਾਂਗੇ। ਕਿਉਂਕਿ ਇੱਕ ਪਾਸੇ ਤੇ ਆਪਾਂ ਬਾਠ ਸਾਹਿਬ ਗੱਲ ਕਰਦੇ ਹਾਂ ਵੀ ਜਿਹੜਾ ਪੰਜਾਬ ਹੈ, ਜਿਹੜਾ ਕਿ 67% ਕੋਈ ਕਹਿੰਦਾ, ਕੋਈ 70% ਕਹਿੰਦਾ, ਕੋਈ 75% ਕਹਿੰਦਾ, ਜੇ ਛੋਟੀ ਕਿਸਾਨੀ ਵਾਲੇ ਪਾਸੇ ਜਾ ਵੜੀ ਤੇ 80% ਤੱਕ ਵੀ ਪਹੁੰਚ ਜਾਂਦੀ ਹੈ ਗਿਣਤੀ, ਉਹ ਸਿੱਧੀ ਤੇ ਅਸਿੱਧੀ ਖੇਤੀ ਦੇ ਉੱਪਰ ਨਿਰਭਰ ਕਰਦੀ ਹੈ। ਤੇ ਇੱਕ ਪਾਸੇ 2-2 3-3 ਆਰਡੀਨੈਂਸ ਆਉਂਦੇ ਆ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਕਾਰਪੋਰੇਟ ਘਰਾਣਿਆਂ ਨੇ ਜਿਹੜੀ ਪੰਜਾਬ ਦੀ ਇਹ ਖੇਤੀ ਹੈ ਇਹਦੇ 'ਤੇ ਸਿੱਧਾ ਜਾਂ ਅਸਿੱਧਾ ਕਬਜ਼ਾ ਕਰ ਲੈਣਾ, ਤੇ ਫਿਰ ਜਿਹੜਾ ਕੰਮ ਕਾਰੋਬਾਰ ਆਪਣਾ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭਾਵਿਤ ਹੋਣ ਵਾਲਾ, ਉਹ ਪ੍ਰਾਈਵੇਟ ਹੱਥਾਂ 'ਚ ਜਾਣ ਵਾਲਾ, ਭਾਵੇਂ ਕਿ ਲੀਡਰ ਕੁਛ ਕਹਿਣ ਕੁਛ ਨਾ ਕਹਿਣ, ਜੋ ਜਾਪਦਾ ਜਾਂ ਜੋ ਕਿਹਾ ਜਾ ਰਿਹਾ ਆਪਾਂ ਉਹਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ। ਤਾਂ ਫਿਰ ਆਪਾਂ ਨੂੰ ਮੇਰੇ ਖਿਆਲ ਨਾਲ ਇਹ ਸੋਝੀ ਜੇ ਕੁਦਰਤ ਦੇ ਰਹੀ ਆ, ਕਈ ਵਾਰ ਖਰਚੇ ਘਟਦੇ ਆ ਤਾਂ ਘਟਾ ਲਈਏ, ਤੇ ਫਿਰ ਇਹ 'ਚ ਹਰਜ ਵੀ ਕੀ ਹੈ? ਹਰਜ ਕੋਈ ਨਹੀਂ ਹੋਣਾ ਚਾਹੀਦਾ ਸੰਧਾਲੀਆ ਸਾਹਿਬ। ਮੈਂ ਤਾਂ ਸਗੋਂ ਜੇ ਗਲਤ ਹੋਇਆ ਤਾਂ ਤੁਸੀਂ ਮੈਨੂੰ ਟੋਕ ਦਿਓ, ਆਪਣੇ ਹਿਸਾਬ ਨਾਲ ਦੱਸ ਦਿਓ, ਦਰਸ਼ਕ ਵੀ ਦੱਸ ਸਕਦੇ ਆ। ਮੈਂ ਤਾਂ ਸਾਰਾ ਹਿਸਾਬ ਕਿਤਾਬ ਜਿਹਾ ਲਾਉਂਦਾ ਸੀ, ਜਿੰਨੀ ਕੁ ਸੂਝ ਹੈਗੀ ਆ ਥੋੜ੍ਹੀ ਜੀ, ਉਹਦੇ ਹਿਸਾਬ ਨਾਲ ਮੈਨੂੰ ਲੱਗਦਾ ਸੀ ਕਿ ਪੰਜਾਬ ਦੇ ਜਿਹੜੇ ਪਰਿਵਾਰ ਨੇ ਨਾ, ਸਾਡੇ ਪੰਜਾਬੀ ਪਰਿਵਾਰ, ਭਾਵੇਂ ਪੰਜਾਬ 'ਚ ਰਹਿੰਦੇ ਨੇ ਭਾਵੇਂ ਬਾਹਰ ਰਹਿੰਦੇ ਨੇ, ਸਾਡੀ ਸਥਿਤੀ ਡਰਮ 'ਚ ਪਏ ਕਣਕ ਦੇ ਦਾਣਿਆਂ ਵਰਗੀ ਆ। ਉਹ ਜਿਹੜੇ ਦਾਣੇ ਆ ਅਸੀਂ ਉਹਨਾਂ ਨੂੰ ਵੀ ਠੀਕ ਰੱਖਣਾ ਹੈ, ਜਦੋਂ ਆਟਾ ਮੁੱਕ ਗਿਆ ਡਰਮ ਦਾ ਢੱਕਣ ਖੋਲਣਾ ਵੀ ਹੈ, ਤੇ ਖੋਲ ਕੇ ਪੀਣ ਕਰਨ ਜੋਗੇ ਬਾਹਰ ਕੱਢਣੇ ਆ, ਤੇ ਇਕੱਲੇ ਬਾਹਰ ਹੀ ਨਹੀਂ ਕੱਢਣੇ, ਜਿਹੜਾ ਬਾਕੀ ਡਰਮ ਆ ਉਹਦਾ ਢੱਕਣ ਚੰਗੀ ਤਰ੍ਹਾਂ ਲਾਉਣਾ ਵੀ ਆ ਕਿ ਬਹੁਤੀ ਹਵਾ ਨਾ ਅੰਦਰ ਜਾਵੇ, ਤੇ ਮੁੜ ਕੇ ਉਹਦੇ ਆਲੇ ਦੁਆਲੇ ਮਿੱਟੀ ਵੀ ਲਾਉਣੀ ਆ। ਇਹ ਵੀ ਦੇਖਣਾ ਹੈ ਕਿ ਭਾਈ ਉਹਦੇ ਵਿੱਚ ਨਿੰਮ ਦੇ ਪੱਤੇ ਜਾਂ ਫਰਨੈਲ ਦੀਆਂ ਗੋਲੀਆਂ ਚੰਗੇ ਤਰੀਕੇ ਉਹਦੇ ਵਿੱਚ ਲਪੇਟ ਕੇ ਕੱਪੜੇ ਦੇ ਵਿੱਚ ਸੁੱਟੀਆਂ ਕਿ ਨਹੀਂ ਸੁੱਟੀਆਂ। ਇੱਕ ਪਾਸੇ ਜਿਹੜੇ ਪੁਰਾਣੇ ਦਾਣੇ ਪਏ ਆ ਉਹਨਾਂ ਨੂੰ ਵੀ ਸਾਂਭਣਾ, ਫਿਰ ਇਹ ਵੀ ਦੇਖਣਾ ਕਿ ਭਾਈ ਜਿਹੜਾ ਹੁਣ ਪੀਣ ਕਰਨਾ ਉਹਦੇ ਵਿੱਚ ਕੋਈ ਮਿੱਟੀ ਦੀ ਡਲੀ ਨਾ ਹੋਵੇ। ਫਿਰ ਇਹ ਵੀ ਦੇਖਣਾ ਕਿ ਭਾਈ ਧੋ ਕੇ ਚੰਗੀ ਤਰ੍ਹਾਂ ਸੁਕਾ ਕੇ ਐਨ ਸਾਫ਼ ਕਰਕੇ ਫਿਰ ਉਹਦੇ ਤੋਂ ਬਾਅਦ ਬੋਰੇ ਦੇ ਵਿੱਚ ਪਾਉਣੇ ਆ, ਤੇ ਜਾ ਕੇ ਚੱਕੀ ਵਾਲੇ ਨੂੰ ਵੀ ਕਹਿਣਾ ਪਿਛਲੀ ਵਾਰੀ ਥੋੜ੍ਹਾ ਜਿਹਾ ਆਟਾ ਮੋਟਾ ਸੀ, ਐਤਕੀ ਚੰਗੀ ਤਰ੍ਹਾਂ ਬਰੀਕ ਕਰਦੀ, ਤੇ ਕੱਲ ਜੋਗਾ ਹੀ ਆ ਘਰ, ਕੱਲ ਦੁਪਹਿਰ ਤੱਕ ਚਾਹੀਦਾ। ਜਿਸ ਤਰੀਕੇ ਦੇ ਨਾਲ ਅਸੀਂ ਖਾਣ ਜੋਗੀ ਕਣਕ ਦਾ ਧਿਆਨ ਰੱਖਦੇ ਆ ਨਾ ਕਿ ਡਰਮ 'ਚ ਪਈ ਵੀ ਸੁਰੱਖਿਅਤ ਰਹੇ ਤੇ ਸਾਡੇ ਘਰੇ ਆਟਾ ਵੀ ਚੱਜਦਾ ਆਵੇ, ਜਿੱਦਾਂ ਅਸੀਂ ਚੱਕੀ ਵਾਲੇ ਨੂੰ ਕਹਿੰਦੇ ਆ ਨਾ ਕਿ ਪਿਛਲੀ ਵਾਰੀ ਆਟਾ ਮੋਟਾ ਸੀ ਐਤਕੀ ਥੋੜ੍ਹਾ ਜਿਹਾ ਬਰੀਕ ਕਰਦੀ, ਹਦਾਇਤ ਦੇਣ ਤੋਂ ਖੁੰਝਦੇ ਨਹੀਂ। ਬਿਲਕੁਲ ਉਸੇ ਹੀ ਤਰੀਕੇ ਸਾਨੂੰ ਆਪਣੇ ਪਰਿਵਾਰ ਦੇਖਣੇ ਪੈਣਗੇ, ਪਰਿਵਾਰ ਦੇ ਖਰਚੇ ਦੇਖਣੇ ਪੈਣਗੇ। ਅਸੀਂ ਇੱਕ ਦਿਨ ਦੇ ਵਿੱਚ 10 ਸਾਲਾਂ ਦੀ ਕਮਾਈ ਤੇ 10 ਸਾਲਾਂ ਦਾ ਕਰਜ਼ਾ ਫੂਕਣਾ ਹੈ, ਜਾਂ ਇੱਕ ਦਿਨ ਲੋਕਾਂ ਦੀਆਂ ਗੱਲਾਂ ਸੁਣ ਕੇ ਆਉਣ ਵਾਲਾ ਭਵਿੱਖ ਸਵਾਰਨਾ, ਇਹ ਸਾਡੇ ਹੱਥ ਵਸਿਆ। ਇਹ ਬੜਾ ਜ਼ਰੂਰੀ ਹੈ ਵਾਟਸਐਪ, ਬਹੁਤ ਜ਼ਰੂਰੀ ਹੈ। ਵਾਕਿਆ ਤੁਸੀਂ ਬੜੀ ਪਤੇ ਦੀ ਗੱਲ ਕੀਤੀ ਹੈ। ਆਮ ਆਪਣੇ ਪਰਿਵਾਰਾਂ ਦੇ ਵਿੱਚ ਕਹਾਵਤ ਆ ਕਿ ਜਿਹੜੀ ਸਿਆਣੀ ਸੁਆਣੀ ਹੈ ਨਾ, ਉਹ 13ਵੇਂ ਮਹੀਨੇ ਦਾ ਵੀ ਖਿਆਲ ਰੱਖਦੀ ਹੈ ਕਿ ਜੇ 13ਵੇਂ ਮਹੀਨੇ ਵੀ ਦਾਣੇ ਮੁੱਕ ਗਏ ਤੇ ਫਿਰ ਟੱਬਰ ਨੂੰ ਖਵਾਉਣਾ ਕੀ, ਇਸ ਕਰਕੇ ਆਪਾਂ ਹੁਣੇ 2 ਬੋਰੀਆਂ ਵੱਧ ਰੱਖ ਲਈਏ। ਤੇ ਜੇ ਆਪਾਂ ਜਾਂ ਆਪਣੇ ਪਰਿਵਾਰ ਜਾਂ ਆਪਣੇ ਪਿਛਲੇ ਜਿਹੜੇ ਸਿਆਣੇ ਸੀ, ਵਡੇਰੇ ਸੀ, ਉਹ 13ਵੇਂ ਮਹੀਨੇ ਤੱਕ ਦੀ ਸੋਚਦੇ ਸੀ ਵੀ 1 ਸਾਲ ਤੋਂ ਵੀ ਮਹੀਨਾ ਵੱਧ, ਵੀ ਜੇ ਮੰਨ ਲਓ ਇੱਕ ਵਿੱਚੋਂ ਫਸਲ ਮਰ ਵੀ ਗਈ ਜਾਂ ਕੁਝ ਹੋ ਗਿਆ ਤੇ ਫਿਰ ਵੀ ਆਪਣੇ ਕੋਲੇ ਦਾਣੇ ਬਚੇ ਰਹਿਣ। ਤੇ ਫਿਰ ਹੁਣ ਕੀ ਹਿਸਾਬ ਕਿਤਾਬ ਹੋ ਗਿਆ ਕਿ ਜਦੋਂ ਆਪਾਂ ਨੂੰ ਸਾਰਾ ਕੁਝ ਕਲੀਅਰ ਕੱਟ ਪਤਾ, ਕੈਲਕੂਲੇਟਰ ਵੀ ਫੋਨ 'ਚ ਆ ਗਿਆ, ਹੁਣ ਆਪਾਂ ਆਪਣਾ ਹਿਸਾਬ ਕਿਉਂ ਨਹੀਂ ਲਾਉਂਦੇ? ਇਹ ਮੇਰੇ ਖਿਆਲ ਨਾਲ ਸਾਡੀ ਜ਼ਰੂਰ ਬੇਨਤੀ ਹੈ ਕਿ ਆਪਾਂ ਇਹ ਹਿਸਾਬ ਕਿਤਾਬ ਲਾਈਏ, ਤਾਂ ਜੋ ਆਉਣ ਵਾਲਾ ਸਮਾਂ ਜਿਹੜਾ ਹੈ ਆਪਣਾ ਉਹ ਜੇ ਔਖਾ ਨਜ਼ਰ ਆਉਂਦਾ ਜਾਪਦਾ। ਕਿਉਂਕਿ ਇੱਕ ਪਾਸੇ ਤਾਂ WhatsApp ਆ ਵੀ ਸੀ ਨਾ
ਕਿ ਵੀ ਨਿਆਣੇ ਜਿਹੜੇ ਆ ਜੀ ਉਹ ਚਲੋ ਜੇ ਬਾਹਰ ਅੰਦਰ ਚਲੇ ਜਾਣ ਥੋੜ੍ਹਾ ਜਿਹਾ ਸਾਹ ਸੌਖਾ ਹੋ ਜੇ। ਪਰ ਹੁਣ ਆ ਕਰੋਨੇ ਕਰਕੇ ਬਾਹਰਲੇ ਮੁਲਕਾਂ 'ਚ ਵੀ ਤੁਸੀਂ ਦੱਸਦੇ ਰਹਿੰਦੇ ਹੋ ਕਿ ਵੀ ਜਿਹੜੇ ਗਏ ਨੇ ਉਹਨਾਂ ਦੇ ਵੀ ਕੰਮ ਦੀ ਮੁਸ਼ਕਿਲ ਹੈ, ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਬਾਰੇ ਵੀ ਅਜੇ ਅੰਬੈਸੀਆਂ ਕੁਝ ਦੱਸਦੀਆਂ ਨਹੀਂ ਪਈਆਂ। ਸੋ ਪਤਾ ਨਹੀਂ ਕਹਾਣੀ ਕਿੱਧਰ ਨੂੰ ਜਾਣੀ, ਇਸ ਕਰਕੇ ਮੇਰੇ ਖਿਆਲ ਨਾਲ ਆਪਣਾ ਬਚਾ ਕੇ ਤੁਰਨ 'ਚ ਭਲਾ। ਇਹ ਬਿਲਕੁਲ ਸੰਧਾਲੀਆ ਸਭ ਠੀਕ ਹੈ। ਜਿਹੜੇ ਬੰਦੇ ਬਾਹਰ ਵੀ ਗਏ ਨੇ ਜਾਂ ਜਿਹੜੇ ਬੰਦੇ ਤੁਹਾਡੇ ਵਰਗੇ ਚੰਗੇ ਸਰਮਾਏਦਾਰ ਬੰਦੇ ਆ, ਮੋਟੀਆਂ ਕਮਾਈਆਂ ਜਿਨ੍ਹਾਂ ਨੂੰ, ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਭਾਈ ਸਾਰੇ ਬੰਦੇ ਜਿਹੜੇ ਆ ਨਾ ਸਾਨੂੰ ਖਰਚ ਕਰਨ ਲੱਗੇ ਦੇਖਣਾ ਚਾਹੀਦਾ ਕਿ ਖਰਚ ਕਿੱਥੇ ਹੋ ਰਿਹਾ। ਜੇ ਤਾਂ ਖਰਚ ਠੀਕ ਜਗ੍ਹਾ ਦੇ ਉੱਤੇ ਜ਼ਰੂਰੀ ਹੈ ਉੱਥੇ ਕਰਨਾ ਵੀ ਚਾਹੀਦਾ। ਹੁਣ ਨਿੱਕੇ ਨਿਆਣੇ ਨੇ ਪੜ੍ਹਨ ਜਾਣਾ, ਯੂਨੀਵਰਸਿਟੀ ਜਾਣਾ ਜਾਂ ਕਿਤੇ ਹੋਰ ਜਾਣਾ, ਸਾਨੂੰ ਕਦੇ ਘੋਲ ਨਹੀਂ ਕਰਨੀ ਚਾਹੀਦੀ, ਸਾਨੂੰ ਉਹਨੂੰ ਪੜ੍ਹਾਉਣਾ ਚਾਹੀਦਾ। ਜੇ ਨਿੱਕਾ ਨਿਆਣਾ ਇਹ ਕਹਿੰਦਾ ਕਿ ਭਾਈ ਮੈਂ ਵਰਜਿਸ਼ ਕਰਨੀ ਆ, ਮੈਨੂੰ ਡੰਬਲ ਲਿਆ ਕੇ ਦਿਓ, ਆਹ ਲਿਆ ਕੇ ਦਿਓ, ਸਾਨੂੰ ਖਰਚ ਕਰਨਾ ਚਾਹੀਦਾ। ਪਰ ਜੇ ਅਸੀਂ ਇਹ ਦੇਖੀਏ ਕਿ ਭਾਈ ਮੋਬਾਈਲ 15,000 ਦੇ ਨਾਲ ਸਰਦਾ, ਭਾਵੇਂ ਬੱਚੇ ਨੇ ਉਹਦੇ ਤੇ ਪੜ੍ਹਨਾ, ਅਸੀਂ 55,000 ਦਾ ਕਿਉਂ ਲੈ ਕੇ ਦਈਏ? ਜੇ ਸਾਨੂੰ ਪਤਾ ਹੈ, ਦੇਖੋ ਵਿਆਹ 'ਚ ਕਿਹਨੇ ਆਉਣਾ ਹੁੰਦਾ ਸੰਧਾਲੀਆ ਸਾਹਿਬ? ਆਪਣੀ ਮਾਸੀ ਨੇ, ਆਪਣੀ ਭੂਆ ਨੇ, ਆਪਣੇ ਚਾਚਿਆਂ ਨੇ, ਤਾਇਆਂ ਨੇ, ਪਿੰਡ ਵਾਲਿਆਂ ਨੇ। ਉਹਨਾਂ ਨੂੰ ਸਾਡਾ ਕੱਲਾ ਪਤਾ ਹੁੰਦਾ, ਇਹਦੇ ਕੋਲੇ ਖੇਤ ਕਿੰਨੇ ਆ, ਇਹਦੇ ਕੋਲੇ ਪਲਾਟ ਕਿੰਨੇ ਆ, ਇਹ ਕਿੱਦਾਂ ਦਾ, ਇਹ ਕਾਲਾ, ਇਹ ਗੋਰਾ, ਇਹ ਕਰਜ਼ਾਈ ਆ, ਇਹ ਵਧੀਆ, ਇਹਦੀਆਂ ਫੈਕਟਰੀਆਂ ਕਿੰਨੀਆਂ ਜਾਂ ਫੈਕਟਰੀ 'ਚ ਕੰਮ ਕਰਦਾ, ਕੋਈ ਛੁਪੀ ਤਾਂ ਨਹੀਂ ਹੁੰਦੀ ਚੀਜ਼। ਤੇ ਜਿਹੜੇ ਪਰਿਵਾਰ ਨੇ ਮੋਹਰਿਓ ਮਿਲਣਾ ਹੁੰਦਾ ਉਹਨਾਂ ਨੂੰ ਹੋਰ 4 ਮਹੀਨਿਆਂ ਨੂੰ ਪਤਾ ਲੱਗ ਜਾਣਾ ਹੁੰਦਾ ਕਿ ਭਾਈ ਕਾਕਾ ਜੀ ਮੈਨੇਜਰ ਲੱਗੇ ਆ, ਜਾਂ ਕਾਕਾ ਜੀ ਕੀ ਕਰਦੇ ਆ, ਜਾਂ ਕੁੜੀ ਨੂੰ ਰੋਟੀ ਕਿੰਨੀ ਪਕਾਉਣੀ ਆਉਂਦੀ ਆ। ਉਹਦੀਆਂ ਭੂਆ ਨੂੰ ਵੀ ਪਤਾ ਲੱਗ ਜਾਣਾ, ਮਾਸੀਆਂ ਨੂੰ ਵੀ, ਤੇ ਸਹੁਰਿਆਂ ਦੇ ਪਿੰਡ ਨੂੰ ਵੀ ਸਾਰਾ ਕੁਝ ਪਤਾ ਲੱਗ ਜਾਣਾ। ਫਿਰ ਸਮਝ ਨਹੀਂ ਆਉਂਦੀ ਕਿ ਇਹ ਬਨੌਟੀ ਬਣ ਜਾ ਅਸੀਂ ਲੈ ਕਿੱਥੋਂ ਆਂਦਾ। ਇੱਕ ਦਿਨ ਦੀ ਬਾਦਸ਼ਾਹਤ ਕੱਲ ਦੀ ਚੌਂਕੀਦਾਰੀ ਦੇ ਵਿੱਚ ਬਦਲੇ ਕਿਉਂ? ਸਾਨੂੰ ਸੋਚ ਕੇ ਚੱਲਣਾ ਚਾਹੀਦਾ। ਸੋ ਜ਼ਰੂਰ ਆ ਜੀ, ਸਾਡੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਵੀ ਆਪਾਂ ਉਹ ਸਾਦੇ ਵਿਆਹ ਤੇ ਸਾਦੇ ਭੋਗ ਤੇ ਉਹ ਨਾ ਤੁਹਾਨੂੰ ਲੱਗੂਗਾ ਨਹੀਂ ਚਿੰਤਾ ਰੋਗ, ਉਹ ਵਾਲਾ ਜਿਹੜਾ ਕੰਮ ਹੈ, ਨਾ ਕਰਜ਼ਾ ਨਾ ਚਿੰਤਾ ਰੋਗ, ਜਿਹੜਾ ਕਿ ਯੂਨੀਵਰਸਿਟੀ ਦਾ ਨਾਰਾ ਵੀ ਹੈਗਾ, ਉਸ ਵਾਲੇ ਪਾਸੇ ਆਪਾਂ ਜੇ ਤੁਰ ਪਈਏ ਤੇ ਮੇਰੇ ਖਿਆਲ ਨਾਲ ਜ਼ਿਆਦਾ ਵਧੀਆ ਗੱਲ ਹੈ। WhatsApp ਚਲੋ ਇਹ ਤਾਂ ਆਪਾਂ ਵਿਚਾਰਾਂ ਕਰ ਲਈਆਂ। ਮੈਂ ਜਿੱਦਾਂ ਸਟਾਰਟਿੰਗ 'ਚ ਕਿਹਾ ਸੀ ਵੀ ਇਸ ਹਫ਼ਤੇ ਵਾਲੇ ਦਾ ਜਿਹੜਾ ਐਂਡ ਵਾਲਾ ਪ੍ਰੋਗਰਾਮ ਹੁੰਦਾ ਉਦੋਂ ਅਸੀਂ ਪਰਿਵਾਰ ਵਾਲੀਆਂ ਗੱਲਾਂ ਜ਼ਿਆਦਾ ਕਰਦੇ ਹਾਂ, ਖਬਰਾਂ ਦਾ ਸਾਰਾ ਦਿਨ ਚੱਲਦੀਆਂ ਰਹਿੰਦੀਆਂ। ਅੱਛਾ, ਆਪਾਂ ਥੋੜ੍ਹੀ ਬਹੁਤ ਹੁਣ ਅਗਲੀ ਜਿਹੜੀ ਇੱਕ ਫਿਕਰ ਵਾਲੀ ਗੱਲ ਉਹ ਇਹ ਹੈ ਵੀ ਝੋਨਾ ਹੁਣ ਅਗਲੇ ਮਹੀਨੇ ਨੂੰ ਲਾਲੀ ਫੜ ਜਾਣਾ ਤੇ ਫਿਰ ਅਕਤੂਬਰ ਆਉਂਦਿਆਂ ਤੱਕ ਮੰਡੀਆਂ 'ਚ ਵੀ ਵਾਧ ਘਾਟ ਹੋਣ ਲੱਗ ਪੈਣੀ ਆ। ਪੱਖਪਾਤ ਮੇਰੇ ਭਰਾ ਨੇ ਪੱਖਪਾਤ ਕੀਤਾ। ਹਾਂਜੀ ਨਹੀਂ ਮੈਂ ਮਾਫੀ ਮੰਗ ਲਈ ਨਾ, ਹੋਇਆ ਕੀ? ਨਹੀਂ ਮੈਂ ਮੰਗਾਉਂਗਾ, ਇਦਾਂ ਕਿਦਾਂ ਮੰਗ ਲੈਨੇ? ਆਪੇ ਪਹਿਲਾਂ ਗੱਲਾਂ 4 ਸੁਣਾਵਾਂਗੇ ਫੇਰ ਮੰਗਾਵਾਂਗੇ। ਅੱਜ ਤਾਂ ਪਹਿਲਾਂ ਹੀ ਕਰਕੇ ਫਿਰ ਤੁਹਾਨੂੰ ਸੁਣਨ ਨੂੰ ਕੋਈ ਪਤਾ ਹੀ ਨਾ ਲੱਗਾ। ਹੁਣ ਤੁਸੀਂ ਮੇਰੀ ਗੱਲ ਸੁਣੋ, ਆ ਤੁਸੀਂ ਸਾਦੇ ਵਿਆਹਾਂ ਵਾਲੀ ਗੱਲ ਤਾਂ ਕਰਤੀ। ਆ ਮਹਾਰਾਜ ਜਿਨ੍ਹਾਂ ਨੇ ਪਰਚੀਆਂ ਪਾ ਕੇ, ਡਰਾ ਪਾ ਕੇ ਇੰਨੇ ਠੇਕੇ ਲਏ ਆ, ਉਹਨਾਂ ਨੂੰ ਤਾਂ ਆਸ ਇਹੀ ਹੁੰਦੀ ਨਾ ਕਿ ਸਿਆਲ ਆਉਣਗੇ, ਵਿਕੂਗੀ, ਪੇਟੀਆਂ ਦੀਆਂ ਪੇਟੀਆਂ ਜਾਣਗੀਆਂ। ਉਹ ਗੁੱਸੇ ਜਿਹੜੀ ਸਾਡੀ ਸਰਕਾਰ ਨੂੰ ਮੋਟੇ ਰੁਪਈਏ ਆਉਂਦੇ ਸੀ ਕਿ 4,000 ਲੱਗਣਾ, 5500 ਲੱਗਣਾ, ਮੈਰਿਜ ਪੈਲੇਸ ਵਿੱਚ ਸ਼ਰਾਬ ਦੀ ਪਰਚੀ ਫੇਰ ਦੇਣੀ, ਲਾਇਸੈਂਸ ਫੇਰ ਦੇਣਾ, ਉਹ ਗੁੱਸੇ। ਆ ਜਿਹੜੇ ਸਾਡੇ ਬੰਦਿਆਂ ਨੇ ਆਪਣਿਆਂ ਚੋਂ ਹੀ ਆ ਕਰੋੜਾਂ ਰੁਪਈਆ ਲਾ ਕੇ ਏਡੇ ਵੱਡੇ ਮੈਰਿਜ ਪੈਲੇਸ ਬਣਾਏ ਆ, ਉਹ ਗੁੱਸੇ। ਇਹਦੇ ਤੋਂ ਬਿਨਾਂ ਆ ਜਿਹੜੇ ਆਰਕੈਸਟਰਾ ਵਾਲੇ ਆ ਸਾਡੇ ਕਲਾਕਾਰ ਭਰਾ ਭੈਣਾਂ ਆ, ਫਿਰ ਉਹ ਗੁੱਸੇ। ਦੇਖੋ ਅਸੀਂ ਉਹਨਾਂ ਨੂੰ ਗੁੱਸੇ ਨਹੀਂ ਰਹਿਣ ਦੇਣਾ। ਅਲਟਰਨੇਟਿਵ ਕੰਮ ਤੁਹਾਨੂੰ ਕੋਈ ਨਾ ਕੋਈ ਲੱਭ ਪਊਗਾ, ਕਿਉਂਕਿ ਅੱਜ ਚੱਲਦਾ। ਜੇ ਵਿਆਹ ਇਦਾਂ ਹੀ ਰਹੇ, ਜੇ ਕਰਜ਼ਾ ਇਦਾਂ ਹੀ ਚੜ੍ਹਦਾ ਰਿਹਾ, ਜੇ ਵਿਆਹਾਂ 'ਚ ਗੋਲੀਆਂ ਇਦਾਂ ਹੀ ਚੱਲਦੀਆਂ ਰਹੀਆਂ, ਫਿਰ ਜੇ ਪੰਜਾਬੀ ਪੈਰਾਂ ਸਿਰ ਰਹਿਣਗੇ ਤਾਂ ਤੁਹਾਨੂੰ ਵੀ ਕੰਮ ਕਰ ਫੇਰ ਮਿਲਣਾ। ਇਹ ਹੋਰ 5-7 ਸਾਲਾਂ ਦੀ ਖੇਡ ਆਪਾਂ ਪਹਿਲਾਂ ਹੀ ਸਮੇਟ ਲਈਏ ਤਾਂ ਚੰਗਾ। ਨਹੀਂ ਬਾਠ ਸਾਹਿਬ, ਦੇਖੋ ਤਬਦੀਲੀ ਤੇ ਆਉਣੀ ਆ ਨਾ, ਹਰ ਚੀਜ਼ ਤਬਦੀਲੀ ਆਉਂਦੀ ਆ। ਪਹਿਲਾਂ ਤੁਸੀਂ ਵੇਖੋ ਆਮ ਪਿੰਡਾਂ ਦੇ ਵਿੱਚ ਨਲਕੇ ਦਾ ਬੋਰ ਕਰਨ ਵਾਲੇ ਮਿਸਤਰੀ ਆਮ ਲੱਭ ਜਾਂਦੇ ਸੀ, ਲੈ ਵੀ ਹੁਣ ਫਲਾਨਾ ਹੋਵੇ ਨਲਕੇ ਦਾ ਬੋਰ ਕਰਾਉਂਦਾ। ਫਿਰ ਨਲਕੇ ਦੀ ਬੋਕੀ ਹਰੇਕ ਹੱਟੀ ਵਾਲਿਆਂ ਨੇ ਰੱਖੀ ਹੁੰਦੀ ਸੀ, ਹੁਣ ਨਾ ਨਲਕੇ ਦੀ ਬੋਕੀ ਲੱਭਦੀ, ਨਾ ਨਲਕੇ ਦਾ ਬੋਰ ਕਰਨ ਵਾਲਾ ਲੱਭਦਾ। ਹੱਥੀ ਨੂੰ ਲੋਕੀ ਵੈਸੇ ਭੁੱਲ ਗਏ। ਜਿਹੜੀਆਂ ਉੱਥੋਂ ਨਾਲਾਂ ਨਿਕਲਦੀਆਂ ਸੀ ਉਹਨਾਂ ਦੇ ਲੋਕਾਂ ਨੇ ਸ਼ੈੱਡ ਪਾ ਲਏ, ਯਾਰ ਇਹਦਾ ਸ਼ੈੱਡ ਪਾ ਲਾ, ਕਾਲਾ ਰੰਗ ਕਰਾ ਲਵਾਂਗੇ, ਉਹਦੇ ਥੱਲੇ ਗੱਡੀ ਖੜੀ ਕਰਿਆ ਕਰਾਂਗੇ, ਹੈ ਨਾ। ਹੁਣ ਜਿਹੜਾ ਕੰਮ ਹੈ ਜੇ ਉਹ ਬਦਲ ਗਿਆ, ਜੇ ਤਬਦੀਲੀ ਆ ਗਈ, ਤੇ ਫਿਰ ਆਪਾਂ ਨੂੰ ਉਸ ਹਿਸਾਬ ਨਾਲ ਤਬਦੀਲੀ ਆਉਣੀ ਹੈ। ਇਹ ਵੀ ਇੱਕ ਤਰ੍ਹਾਂ ਦੀ ਜੇ ਆਪਾਂ ਤਬਦੀਲੀ ਮੰਨ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਆਏਗੀ। ਹਰ ਚੀਜ਼ ਦਾ ਇੱਕ ਫੇਜ਼ ਹੁੰਦਾ, ਉਹ ਫੇਜ਼ ਨਿਕਲਣਾ। ਸੋ ਲੱਗ ਰਿਹਾ ਕਿ ਵੀ ਬਹੁਤ ਸਾਰੇ ਜਿਹੜੇ ਸ਼ੋਸ਼ੇਬਾਜ਼ੀ ਵਾਲੇ ਕਾਰੋਬਾਰ ਸੀ, ਜਿਨ੍ਹਾਂ 'ਤੇ ਪੰਜਾਬੀ ਪੈਸੇ ਖਰਚਦੇ ਸੀ, ਉਹ ਜਿਹੜੀਆਂ ਚੀਜ਼ਾਂ ਨੇ ਉਹ ਤਬਦੀਲੀ ਆਏਗੀ। ਜਿੱਦਾਂ ਪਹਿਲਾਂ ਸੀ ਨਾ ਜੀ, ਪੰਜਾਬ ਦੀ ਪ੍ਰਾਪਰਟੀ ਜਿਹੜੀ ਸੀ ਉਹਦੇ 'ਚ ਬੜਾ ਬੂਮ ਸੀ, ਕਿਉਂਕਿ NRI ਆਉਂਦੇ ਸੀ, ਅਗਲਾ ਕਹਿੰਦਾ ਸੀ ਆਹ ਵੀ ਪੈਲੀ ਲੈ ਲਓ, ਇੱਥੇ ਪਲਾਟ ਲੈ ਲਓ, ਕੋਠੀ 2 ਮੰਜ਼ਲੀ, ਮਿਸਤਰੀ ਸਾਹਿਬ ਪਿਲਰ ਕੱਢ ਕੇ ਐਤਕੀ 3ਜੀ ਮੰਜ਼ਿਲ ਪਾ ਦੇ, ਲੈ ਯਾਰ ਫਲਾਣੇ ਨੇ 3ਜੀ ਮੰਜ਼ਿਲ ਪਾਤੀ, ਐਤਕੀ ਨਾ ਆਪਾਂ ਉਹ ਲਾ ਕੇ ਪੁਰਾਣੀ ਟੈਂਕੀ ਵੱਡਾ ਜਹਾਜ਼ ਬਣਾਉਣਾ, ਜਹਾਜ਼ ਪਤਾ ਲੱਗੇ ਪਿੰਡੋਂ ਵੀ ਆਲੇ ਵੀ ਫਲਾਨਾ ਸੋਹਣੀ ਕੋਠੀ ਹੈ। ਉਹ ਕੋਠੀਆਂ ਵਾਲਾ ਕੰਮ ਵੀ ਬੰਦ ਹੋ ਗਿਆ। ਹੁਣ ਆਪਾਂ ਉਹੀ NRI ਦੇਖਦੇ ਹਾਂ, ਅਗਲਾ ਕਹਿੰਦਾ ਯਾਰ ਮੇਰਾ ਪਲਾਟ ਵਿਕਾ ਦੇ, ਮੈਂ ਇੱਥੇ ਨਹੀਂ ਰਹਿਣਾ। ਹਰ ਚੀਜ਼ ਤਬਦੀਲੀ ਆਉਂਦੀ, ਸੋ ਆਪਾਂ ਨੂੰ ਮੰਨਣਾ ਪਊਗਾ ਕਿ ਤਬਦੀਲੀ ਤਾਂ ਆਉਣੀ ਹੈ।
ਨਹੀਂ, ਇਹ ਗੱਲ ਤੁਹਾਡੀ ਠੀਕ ਆ, ਤਬਦੀਲੀ ਆਉਣੀ ਆ। ਪਹਿਲਾਂ NRI ਆਉਂਦੇ ਹੁੰਦੇ ਸੀ ਤਾਂ ਪ੍ਰਾਪਰਟੀ ਡੀਲਰ ਗੇੜੇ ਮਾਰਦੇ ਹੁੰਦੇ ਸੀ ਜੀ, ਪਲਾਟ ਕੋਈ ਲੈ ਲਓ ਬੜਾ ਵਧੀਆ, ਦੇਖਿਓ ਅਗਲੇ ਸਾਲ ਤੱਕ ਦੁੱਗਣੇ ਭਾਅ ਦਾ ਹੋ ਜਾਣਾ। ਹੁਣ ਕੋਈ NRI ਆਉਂਦਾ ਤਾਂ ਆਪ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਜਾਂਦਾ ਕਿ ਭਾਈ ਆ ਪੈਲੀ ਇੱਕੋ ਹੀ ਟਾਕਾ ਵੇਚਦੀ, ਇੱਥੇ ਕੀ ਪਤਾ ਕਿਹਨੇ ਨੱਪ ਲੈਣੀ ਆ। ਉਹ ਅੱਗੋਂ ਜਾ ਕੇ ਦੇਖਦਾ ਉੱਥੇ ਜਿੰਦਰਾ ਵੱਜਿਆ, ਆਲੇ ਦੁਆਲੇ ਘਾਹ ਹੋ ਗਿਆ। ਹੁਣ ਪ੍ਰਾਪਰਟੀ ਡੀਲਰ ਵੀ ਨਹੀਂ ਲੱਭਦਾ। ਹੁਣ ਬੰਦਾ ਕਰੇ ਤਾਂ ਕਰੇ ਕੀ, ਪਰ ਤਬਦੀਲੀ ਨੂੰ ਸਾਨੂੰ ਮਾਨਤਾ ਦੇਣੀ ਪਊਗੀ। ਮੈਂ ਜਿਹੜੇ ਪਾਸੇ ਨੂੰ ਮੋੜਾ ਕੱਟਣ ਲੱਗੇ, ਹੁਣ ਮਾਫੀ ਮੰਗ ਕੇ ਕੱਟ ਲਵਾਂਗੇ? ਨਹੀਂ ਅਜੇ ਪਤਾ ਕੱਟੋ ਜੀ, ਲੱਗੇ ਕੱਟੋ। ਕੈਨੇਡਾ ਚੋਂ ਡਾਂਗ ਕੱਢ ਕੇ ਮਾਰੋ ਮੇਰੇ। ਨਹੀਂ ਆਓ ਜੀ, ਆਓ। ਮੈਂ ਇਹ ਗੱਲ ਕਰਦਾ ਸੀ ਵੀ ਝੋਨਾ ਹੁਣ ਹੌਲੀ ਹੌਲੀ ਲਾਲੀ ਨੂੰ ਤੁਰ ਪਿਆ ਤੇ ਗਾਂ ਅਕਤੂਬਰ ਆਉਂਦਿਆਂ ਤੱਕ ਪੱਕ ਜਾਣਾ। ਫਿਰ ਸਰਕਾਰੀ ਖਰੀਦ ਵੀ ਪਤਾ ਨਹੀਂ ਆਉਣੀ ਕਿ ਪ੍ਰਾਈਵੇਟ ਆਉਣੀ, ਉਹ ਤਾਂ ਚਲੋ ਅਸੀਂ ਜਦੋਂ ਸਮਾਂ ਆਊਗਾ ਦੇਖਾਂਗੇ। ਪਰ ਨਾਲ ਉਹਦੇ ਜਿਹੜਾ ਇਸ਼ੂ ਚੱਲਣਾ, ਉਹ ਚੱਲਣਾ ਪਰਾਲੀ ਦਾ, ਕਿ ਜਿਹੜੀ ਇਹ ਪਰਾਲੀ ਹੈ ਭਾਈ ਸਾਹਿਬ, ਇਹ ਹੁਣ ਸਾੜੀਏ, ਸਰਕਾਰ ਇਹਦੇ ਤੇ 100 ਰੁਪਈਆ ਬੋਨਸ ਦਊਗੀ ਕਿ ਨਹੀਂ ਦਊਗੀ। ਹੁਣ ਮੈਨੂੰ ਤਾਂ ਇਹ ਵੀ ਫਿਕਰ ਪੈ ਗਿਆ ਵੀ ਜੇ ਅਗਲੇ ਦਾਣੇ ਨਹੀਂ ਚੁੱਕ ਕੇ ਰਾਜੀ ਤੇ ਜਿਹੜੀ ਪਰਾਲੀ ਉੱਤੇ ਬੋਨਸ ਕਿਹਨੇ ਦੇਣਾ ਜਾਂ ਉਹਦੇ ਲਈ ਖਰਚਾ ਕਿਹਨੇ ਦੇਣਾ। ਸੋ ਉਹ ਜਿਹੜੀ ਚਰਚਾ ਮੈਂ ਨਾ ਵੀ ਆਪਾਂ ਹੁਣ ਵਿਚਾਰ ਲਈ, ਕਿਉਂਕਿ ਸਰਕਾਰ ਵਾਲੇ ਪਾਸਿਓਂ ਇੱਕ ਗੱਲ ਸੁਣਨ 'ਚ ਆਈ ਹੈ ਕਿ ਵੀ ਉਹਨਾਂ ਨੇ ਪਿੰਡ ਪਿੰਡ ਨੋਡਲ ਅਫਸਰ ਤੈਨਾਤ ਕਰ ਦੇਣਾ ਵੀ ਆਹ ਤੁਹਾਡਾ ਪਿੰਡ ਹੈ ਤੇ ਇਸ ਪਿੰਡ ਦੀ ਪਰਾਲੀ ਦਾ ਜਿਹੜਾ ਜੋ ਵੀ ਕਰਦੇ ਨੇ ਕਿਸਾਨ, ਉਹਦਾ ਖਿਆਲ ਤੁਸੀਂ ਰੱਖਣਾ। ਮੈਂ ਪਹਿਲਾਂ ਇੱਕ ਗੱਲ ਸਪਸ਼ਟ ਕਰਦੇ ਹਾਂ ਕਿ ਭਾਈ ਇਹ ਨੋਡਲ ਅਫਸਰ ਨੇ, ਕੋਈ ਨੂਡਲ ਨਾ ਸਮਝ ਲਵੇ ਕਿ ਭਾਈ ਉਧਰਲੇ ਪਾਸੇ ਨੂੰ ਨਹੀਂ ਗੱਲ। ਸੰਧਾਲੀਆ ਸਾਹਿਬ ਨੇ ਨੋਡਲ ਅਫਸਰ ਕਿਹਾ। ਦੂਸਰੀ ਗੱਲ, ਸੰਧਾਲੀਆ ਸਾਹਿਬ ਬੜੀ ਕਮਾਲ ਦੀ ਗੱਲ ਹੈ। ਮੈਨੂੰ ਤਾਂ ਕਦੇ ਕਦੇ ਨਾ ਸਾਡੀਆਂ ਸਰਕਾਰਾਂ, ਭਾਵੇਂ ਪਿਛਲੀਆਂ ਸੀ ਭਾਵੇਂ ਹੁਣ ਦੀਆਂ, ਉਹਨਾਂ ਦੀ ਨੀਤੀ ਇੱਕੋ ਹੀ ਲੱਗਦੀ ਹੁੰਦੀ ਆ। ਕਈ ਵਾਰੀ ਨਾ ਘਰ ਦਾ ਨਿਆਣਾ ਮੇਰੇ ਵਰਗਾ ਹੁੰਦਾ, ਉਹ ਪੜ੍ਹਨ ਲਿਖਣ ਨੂੰ ਢੀਠਿਆ ਹੀ ਹੁੰਦਾ, ਜਾਂ ਕਈ ਵਾਰੀ ਕੁਦਰਤੀ ਉਹਨੂੰ ਬੁੱਧੀ ਉਨੀ ਕੁ ਮਿਲੀ ਹੁੰਦੀ ਆ ਕਿ ਉਹਦਾ ਨਹੀਂ, ਉਹਨੂੰ 2 ਦੂਣੀ 4 ਨਹੀਂ ਪਤਾ ਲੱਗਦੇ। ਪਹਿਲਾਂ ਉਹਨੂੰ ਇੱਕ ਸਕੂਲੇ ਲਾ ਦੇਣਾ, ਉੱਥੋਂ ਉਹਨਾਂ ਨੇ ਕਹਿਣਾ ਕਿ ਰੱਬ ਦਾ ਹੀ ਵਾਸਤਾ, ਇਹ ਮੁੰਡਾ ਤੁਹਾਡਾ ਸਾਡੇ ਹੱਥ ਵੱਸ ਦੀ ਗੱਲ ਰੋਗ ਨਹੀਂ ਹੈਗਾ, ਇਹਨੂੰ ਹੁਣ ਤੁਸੀਂ ਕਿਤੇ ਹੋਰ ਲਾ ਦਿਓ। ਘਰਦਿਆਂ ਨੇ ਉੱਥੋਂ ਲਿਆਉਣਾ, ਦੂਜੇ ਪਾਸੇ ਜਾ ਕੇ ਦੂਜੇ ਸਕੂਲ 'ਚ ਲਾ ਦੇਣਾ। ਅਗਲੇ ਨੇ ਤਾਂ ਫੀਸਾਂ ਲੈਣੀਆਂ ਰੱਖ ਲੈਣਾ, ਤੇ ਨਾਲੇ ਸਾਰੇ ਪਿੰਡ ਹਾਂ ਉਸ ਪਰ ਪਹਿਲੇ ਸਕੂਲ 'ਚ ਹੈ ਨਹੀਂ ਪੜ੍ਹਾਈ, ਉੱਥੇ ਕਿੱਥੇ ਮਾਸਟਰ ਪੜ੍ਹਾਉਂਦੇ ਆ, ਉੱਥੇ ਮੈਡਮ ਆਪ ਨਹੀਂ ਆਉਂਦਾ। ਜਾਣੀ ਕਿ ਆਪਦੇ ਨਿਆਣੇ 'ਚ ਕਸੂਰ ਨਹੀਂ ਕੱਢਣਾ, ਜਾਂ ਇਹ ਨਹੀਂ ਦੇਖਣਾ ਕਿ ਕਾਰਨ ਕੀ ਹੈ। ਸਾਡੀਆਂ ਸਰਕਾਰਾਂ ਦੇ ਵੀ ਹਾਲ ਇਦਾਂ ਦੇ ਹੀ ਆ। ਦੇਖੋ 10 ਸਾਲ ਤਾਂ ਆਪਾਂ ਨੂੰ ਦੇਖਦਿਆਂ ਹੋ ਗਏ, ਪਹਿਲਾਂ ਤੱਕ ਕਿਸੇ ਨੂੰ ਸਮਝ ਹੀ ਨਹੀਂ ਸੀ ਆਉਂਦੀ ਨਾ ਕਿ ਭਾਈ ਪਰਾਲੀ ਨੂੰ ਅੱਗ ਲੱਗਦੀ ਆ ਤਾਂ ਨੁਕਸਾਨ ਹੁੰਦਾ। ਹੁਣ ਜਦੋਂ ਉੱਪਰੋਂ ਸੈਟਲਾਈਟ ਤੋਂ ਤਸਵੀਰਾਂ ਆਉਣ ਲੱਗ ਪਈਆਂ ਕਿ ਭਾਈ ਆ ਜਿਹੜਾ ਦੁਨੀਆ ਦਾ ਇੱਕ ਗੋਲ ਜਿਹਾ ਅੰਡਾ ਆ ਦੀਦਾ ਥੱਲੇ ਨਾ ਉੱਪਰੋਂ, ਉਹ 'ਚ ਪੰਜਾਬ ਹਰਿਆਣਾ ਨੇੜੇ ਤੇੜੇ ਹੋਰ ਕੁਝ ਨਹੀਂ ਹੈਗਾ, ਇਕੱਲਾ ਧੂਆਂ ਜਿਹਾ ਹੀ ਆ, ਇਹਦਾ ਨੁਕਸਾਨ ਬੜਾ ਹੋਣਾ। ਜਦੋਂ ਸੁਪਰੀਮ ਕੋਰਟ ਲੱਗ ਪਈ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਲੱਗ ਪਈ, ਫਿਰ ਸਾਡੀਆਂ ਸਰਕਾਰਾਂ ਕਹਿਣ ਲੱਗ ਪਈਆਂ, ਪਹਿਲਾਂ ਸਖਤੀ ਕੀਤੀ, ਕੋਈ ਪਰਾਲੀ ਨਹੀਂ ਸਾੜੇਗਾ। ਕਿਸਾਨ ਜਥੇਬੰਦੀਆਂ ਮੈਦਾਨ 'ਚ ਆ ਗਈਆਂ ਕਿ ਜੇ ਸਾੜੀਏ ਨਾ ਤਾਂ ਕਰੀਏ ਕੀ, ਖੇਤ ਦੇ ਵਿੱਚ ਇਹਨੂੰ ਵਾਹਿਆ ਨਹੀਂ ਜਾ ਸਕਦਾ। ਦੂਜੀ ਵਾਰੀ ਸਰਕਾਰ, ਅਸੀਂ ਇੰਨੇ 100 ਫਲਾਨੇ ਯੰਤਰ ਦੇ ਦਿੱਤੇ ਆ ਜਿਹਦੇ ਨਾਲ ਪਰਾਲੀ ਖੇਤ ਦੇ ਵਿੱਚ ਹੀ ਵਾਹੀ ਜਾ ਸਕਦੀ ਹੈ। ਕਿਸਾਨ ਜਥੇਬੰਦੀਆਂ ਫਿਰ ਸਾਹਮਣੇ ਆ ਗਈਆਂ ਜੀ, ਉਹ ਜਿਹੜਾ ਯੰਤਰ ਤੁਸੀਂ ਦੇ ਦਿੱਤਾ ਉਹ ਵੱਡੇ ਟਰੈਕਟਰ ਨਾਲ ਚੱਲਣਾ, ਉਹ ਤਾਂ ਵੱਡੇ ਕਿਸਾਨਾਂ ਨੇ ਲੈ ਲਿਆ, ਛੋਟੇ ਕਿਸਾਨ ਦੇ ਪੱਲੇ ਕੱਖ ਨਹੀਂ ਜਿਹਦੇ ਕੋਲ 2 ਏਕੜ ਆ। ਸਰਕਾਰ ਸਾਡੀ ਤੀਸਰੀ ਵਾਰ, ਅਸੀਂ ਹੁਣ ਪਿੰਡਾਂ ਦੀਆਂ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ, ਉਹਨਾਂ ਨੂੰ ਇੰਨੇ ਹਜ਼ਾਰ ਉਹ ਯੰਤਰ ਦੇ ਦਿੱਤੇ ਆ, ਨਾਲ ਵੱਡੇ ਟਰੈਕਟਰ ਦੇ ਦਿੱਤੇ ਆ। ਉੱਥੇ ਫਿਰ ਰੌਲਾ ਪੈ ਗਿਆ ਕਿ ਭਾਈ ਉਹ ਤਾਂ ਥੋੜੇ ਦਿਨ ਹੁੰਦੇ, 10-15 ਦਿਨ, ਉਹ ਤਾਂ ਵੱਡੇ ਕੋਈ ਲੈ ਜਾਂਦੇ ਆ, ਆਮ ਬੰਦੇ ਨੂੰ ਫਿਰ ਨਹੀਂ ਮਿਲਦਾ। ਉਹਦੇ ਤੋਂ ਬਾਅਦ ਫਿਰ ਹੋਰ ਖੇਡ ਸ਼ੁਰੂ ਹੋ ਗਈ। ਕੇਂਦਰ ਸੂਬਿਆਂ ਨੂੰ ਕਿਹਾ ਕਰੇ, ਸੂਬੇ ਕੇਂਦਰ ਨੂੰ ਕਿਹਾ ਕਰਨ। ਮੈਨੂੰ ਮਨਪ੍ਰੀਤ ਸਿੰਘ ਬਾਦਲ ਸਿਆਣੇ ਬੰਦੇ ਨੇ, ਸ਼ੇਰ ਬਹੁਤ ਆਉਂਦੇ, ਸ਼ਾਇਰੀ ਵਧੀਆ ਕਰਦੇ ਆ। ਸ਼ਕੀਨ ਸ਼ਕੂਨੇ ਵੀ ਪੁਰਾਣੀਆਂ ਨਵੀਆਂ ਗੱਡੀਆਂ ਗੁੱਡੀਆਂ ਰੱਖਣ ਦੇ, ਜੀਪਾਂ ਜੂਪਾਂ ਵਧੀਆ ਚਲਾਉਂਦੇ ਆ, ਕੱਦ-ਬੁੱਤ ਸੁਖਣਾ ਸੋਹਣਾ, ਅੰਗਰੇਜ਼ੀ ਵੀ ਸੋਹਣੀ ਬੋਲਦੇ ਆ। ਮੈਨੂੰ ਉਹਨਾਂ ਦਾ ਬਿਆਨ ਅੱਜ ਤੱਕ ਚੇਤੇ ਆ, ਜਦੋਂ ਐਤਕੀ ਕੈਪਟਨ ਸਾਹਿਬ ਦੀ ਸਰਕਾਰ 'ਚ ਵਿੱਤ ਮੰਤਰੀ ਬਣੇ, ਉਹ ਕਹਿੰਦੇ ਸੀ ਹੋ ਗਿਆ ਸਮਝੌਤਾ, ਸਾਊਥ ਇੰਡੀਆ ਦੀ ਕੰਪਨੀ ਆ, ਮੇਰਾ ਖਿਆਲ ਬੰਗਲੌਰ ਵਾਲੇ ਪਾਸੇ ਦੀ, ਉਹ ਪੰਜਾਬ ਦੇ ਵਿੱਚ ਇੰਨੇ 100 ਬਾਇਓਮਾਸ ਪਲਾਂਟ ਲਾਉਣਗੇ, ਪੰਚਾਇਤ ਤੋਂ ਅਸੀਂ 4-5-6 ਏਕੜ ਜ਼ਮੀਨ ਲਿਆ ਕਰਾਂਗੇ, 1-2 ਏਕੜ ਦੇ ਵਿੱਚ ਉਹ ਪਲਾਂਟ ਲੱਗਣਾ ਹੈ, ਬਾਕੀ ਜ਼ਮੀਨ ਜਿਹੜੀ ਹੈ ਉਹਦੇ ਵਿੱਚ ਅਸੀਂ ਪਰਾਲੀ ਇਕੱਠੀ ਕਰਨੀ ਹੈ। ਜਿਹੜੇ ਕਿਸਾਨ ਹੁਣ ਤੱਕ ਤੀਲਾਂ ਦੀ ਡੱਬੀ ਜੇਬ 'ਚ ਪਾ ਕੇ ਤਾਂ ਮੋਢੇ ਤੇ ਤੰਗਲੀ ਰੱਖ ਕੇ ਜਾਂਦੇ ਸੀ ਕਿ ਭਾਈ ਆ ਸ਼ਾਮ ਜੀ ਹੋ ਗਈ ਆ, ਹੁਣ ਮੈਂ ਅੱਗ ਲਾ ਦਿਆਂ ਤੇ ਪਰਾਲੀ ਸਾੜ ਦਿਆਂ, ਉਹ ਕਹਿੰਦੇ ਤੰਗਲੀ ਲੈ ਕੇ ਖੇਤ ਦੀ ਵੱਟ ਤੇ ਖੜੇ ਹੋਇਆ ਕਰਨਗੇ ਕਿ ਭਾਈ ਕੋਈ ਮੇਰੀ ਪਰਾਲੀ ਨਾ ਚੱਕ ਕੇ ਲੈ ਜਾਵੇ, ਮੈਂ ਤਾਂ ਵੇਚਣੀ ਹੈ। ਬਾਇਓਮਾਸ ਪਲਾਂਟ 'ਚ ਲੈ ਕੇ ਜਾਣੀ ਹੈ, ਮਸ਼ੀਨਾਂ ਆ ਜਾਣੀਆਂ, ਉਹ ਗੰਢਾਂ ਬੰਨ ਦੇਣਗੀਆਂ, ਉੱਥੇ ਵਿਕੂਗੀ, 4 ਰੁਪਏ ਕਿਸਾਨ ਕਮਾਇਆ ਕਰਨਗੇ। 3 ਸਾਲ ਹੋ ਗਏ, ਮੈਨੂੰ ਤਾਂ ਨਹੀਂ ਕਿਤੇ ਨਜ਼ਰ ਆਇਆ, ਤੁਹਾਨੂੰ ਜਲੰਧਰੋਂ ਪਿੰਡ ਨੂੰ ਜਾਂਦੇ ਆ ਕਿਤੇ ਨਜ਼ਰ ਆਇਆ ਹੋ ਤਾਂ ਦੱਸਿਓ। ਬਾਟ ਸਾਹਿਬ, ਵੈਸੇ ਤਾਂ ਬਹੁਤ ਪੁਰਾਣੀ ਕਹਾਣੀ ਹੈ, ਤੇ ਹੁਣ ਵੀ ਜੇ ਕਿਤੇ ਨਿੱਕੇ ਨਿਆਣਿਆਂ ਦੀ ਕਿਤਾਬ ਫਰੋਲੀਏ ਨਾ ਤਾਂ ਉਹਦੇ ਵਿੱਚ ਵੀ ਹੁੰਦੀ ਆ। ਉਹਦਾ ਨਾਂ ਉਹਨਾਂ ਨੇ ਥੋੜ੍ਹਾ ਬਹੁਤ ਚੇਂਜ ਕਰਤਾ, ਅੰਗਰੇਜ਼ੀ 'ਚ ਵੀ ਹੁੰਦੀ ਆ, ਪੰਜਾਬੀ 'ਚ ਵੀ ਹੁੰਦੀ ਆ, ਹਿੰਦੀ 'ਚ ਵੀ ਹੁੰਦੀ ਆ। ਉਹ ਹੁੰਦੀ ਆ ਮੁੰਗੇਰੀ ਲਾਲ ਦੇ ਹਸੀਨ ਸੁਪਨੇ, ਕਿ ਉਹਦੇ ਕੋਲੇ ਟੋਕਰੀ ਸੀਗੀ ਆਂਡਿਆਂ ਦੀ, ਤੇ ਉਹ ਜਦੋਂ ਲੈ ਕੇ ਤੁਰਿਆ ਜਿਆ ਤੇ ਉਹਨੇ ਵੇਖਿਆ ਵੀ ਯਾਰ ਹੁਣ ਮੈਂ ਟੋਕਰੀ ਵਾਲੇ ਆਂਡੇ ਜਿਹੜੇ ਆ
ਉਹਨਾਂ ਨੂੰ ਮੈਂ ਵੇਚ ਲੈਣਾ, ਫਿਰ ਮੈਂ ਆਹ ਲੈ ਲੈਣਾ, ਫਿਰ ਮੈਂ ਮੁਰਗੀਆਂ ਪਾ ਲੂੰ, ਫਿਰ ਮੈਂ ਮੁਰਗੀ ਫਾਰਮ ਖੋਲ੍ਹ ਲੂੰ, ਫਿਰ ਮੁਰਗੀਆਂ ਮੇਰੀਆਂ ਵਿਕਿਆ ਕਰਨਗੀਆਂ, ਫਿਰ ਮੇਰੇ ਕੋਲ ਪੈਸੇ ਆ ਜਾਣਗੇ, ਫਿਰ ਮੈਂ ਹੋਰ ਵੱਡਾ ਕੰਮ ਕਰ ਲੂੰ। ਉਹ ਹੌਲੀ ਹੌਲੀ ਰਾਜੇ ਦੀ ਕੁੜੀ ਨਾਲ ਵਿਆਹ ਕਰਾਉਣ ਤੱਕ ਦੇ ਸੁਪਨੇ ਲੈਂਦਾ, ਅਤੇ ਉਹਨੇ ਜਿਹਨੂੰ ਠੇਡਾ ਲਾ ਕੇ ਅਤੇ ਉਹਦੀ ਆਂਡੇ ਵਾਲੀ ਬਾਲਟੀ ਡਿੱਗ ਪੈਂਦੀ ਹੈ ਜਾਂ ਟੋਕਰੀ ਡਿੱਗ ਪੈਂਦੀ ਹੈ। ਉਹ ਕੰਮ ਜਿਹੜਾ ਉਹ ਆਪਾਂ ਉਦੋਂ ਤੋਂ ਸੁਣਦੇ ਆਉਂਦੇ, ਅਤੇ ਉਹੀ ਕੰਮ ਇੱਥੇ ਸਰਕਾਰਾਂ ਕਰਦੀਆਂ ਵੀ ਜਿੱਦਣ ਤਾਂ ਸਰਕਾਰ ਬਣਦੀ ਹੈ ਉਦਣ ਅਜੇ ਖਜ਼ਾਨੇ ਵਾਲੇ ਪੀਪੇ 'ਚ ਉਹਨਾਂ ਨੇ ਹੱਥ ਮਾਰਿਆ ਨਹੀਂ ਹੁੰਦਾ। ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਜਿਹੜੇ ਆਪਣੇ ਨਾਲ ਦੇ ਜਿਹੜੇ ਬੇਲੀ ਹੋਰ ਚੁਣ ਕੇ ਆਏ ਨੇ ਉਹ ਵੀ ਆਪਣੇ ਨਾਲ ਇੱਦਾਂ ਹੀ ਸਹਿਮਤ ਹੈ ਕਿ ਆਪਾਂ ਪੰਜਾਬ ਦੀ ਤਰੱਕੀ ਕਰਨੀ ਜਾਂ ਫਿਰ ਆਪੋ ਆਪਣੀ ਤਰੱਕੀ ਕਰਨੀ ਆ। ਅਤੇ ਉਦੋਂ ਤੱਤੇ ਘਾਹ ਜਿਹੜੇ ਬਿਆਨ ਦਿੱਤੇ ਜਾਂਦੇ ਆ, ਆਪਾਂ ਆਹ ਵੀ ਕਰ ਦੇਣਾ, ਆਪਾਂ ਆਹ ਵੀ ਕਰ ਦੇਣਾ, ਇਹ ਬਿਆਨ ਉਹਨਾਂ 'ਚੋਂ ਇੱਕ ਹੈ। ਕਿਉਂਕਿ ਹੁਣ ਜਦੋਂ ਇਸ ਵਕਤ 3 ਸਾਲਾਂ ਤੋਂ ਉੱਪਰ ਦਾ ਸਮਾਂ ਚੱਲਦਾ ਪਿਆ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੂੰ, ਅਤੇ ਹੁਣ ਤੱਕ ਤਾਂ ਉਹਨਾਂ ਨੂੰ ਆਪਣੇ ਵਾਅਦੇ ਵੀ ਚੇਤੇ ਭੁੱਲ ਗਏ ਵੀ ਯਾਰ ਜਿਹੜਾ ਮੈਨੀਫੈਸਟੋ ਸੀ ਉਹ ਤੋਂ ਤਾਂ ਘਾਟਾ ਝਾੜ ਕੇ ਨਹੀਂ ਵੇਖਿਆ ਵੀ ਆਪਾਂ ਕੀ ਕੁਝ ਲਿਖਿਆ ਸੀ। ਅਤੇ ਨਾਲ ਦੇ ਜਿਹੜੇ ਬੰਦੇ ਉਹ ਕਦੀ ਸਾਧੂ ਸਿੰਘ ਧਰਮਸੋਤ ਹੋਰਾਂ ਦਾ ਨਾਂ ਆ ਗਿਆ, ਉਸ ਤੋਂ ਪਹਿਲਾਂ ਰਾਣਾ ਗੁਰਜੀਤ ਸਿੰਘ ਹੋਰਾਂ ਵਾਲੀ ਗੱਲ ਸੀ, ਫਿਰ ਵਿੱਚ ਜਿਹੜੀ ਸ਼ਰਾਬ ਵਾਲਾ ਮਾਮਲਾ ਸੀ ਉਹਦੇ 'ਚ ਕਈਆਂ ਦਾ ਨਾਂ ਆ ਗਿਆ, ਫਿਰ ਰੇਤ ਬਜਰੀ 'ਚ ਆ ਗਿਆ, ਪਿੱਛੇ ਜੇ ਇੱਕ ਅੰਮ੍ਰਿਤਸਰ ਵਾਲੇ ਪਾਸੇ ਇੱਕ ਭਾਵੇਂ ਹੈ ਤਾਂ ਛੋਟਾ ਲੀਡਰ ਸੀ, ਉਹ ਆਖੀ ਜਾਂਦੇ ਸੀ ਵੀ ਜਿਹੜੀ ਫੈਕਟਰੀ ਲੱਗੀ ਹੈ ਨਸ਼ੇ ਵਾਲੀ ਕਿਸੇ ਘਰ ਚੱਲਦੀ ਉਹਦੇ 'ਚ ਵੀ ਨਾਂ। ਉਹ ਪਤਾ ਤਾਂ ਬਾਅਦ 'ਚ ਲੱਗਦਾ ਵੀ ਭਾਈ ਸਾਹਿਬ ਆਪਾਂ ਕਰ ਦੇਣਾ, ਪਰ ਆਪਾਂ ਦੇ ਵਿੱਚੋਂ ਬੰਦਾ ਇਕੱਲਾ ਹੀ ਰਹਿ ਜਾਂਦਾ, ਬਾਕੀ ਆਪਾਂ ਵਾਲੇ ਦੇ ਕਿਤੇ ਹੋਰ ਹੀ ਪਾਂ ਕਰਦੇ ਫਿਰਦੇ ਰਹਿੰਦੇ। ਰੌਲਾ ਤਾਂ ਆ ਪਰਾਲੀ ਕਿਸਾਨ ਦਾ ਕਿੱਥੋਂ ਫਿਕਰ ਹੋਵੇ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਸੰਧਾਲੀਆ ਸਾਹਿਬ, ਮੇਰਾ ਇੱਕ ਸਵਾਲ ਹੈ ਤੁਹਾਨੂੰ, ਤੁਸੀਂ ਕਦੀ ਖੇਤਾਂ 'ਚ ਖਾਦ ਪਾਇਆ? ਨਹੀਂ, ਮੈਂ ਤੇ ਚੰਦਰਮਾ ਤੇ ਰਹਿੰਦਾ ਰਿਹਾ ਕਿ ਉੱਥੋਂ ਸਿੱਧਾ ਮੈਂ ਇੱਥੇ ਆ ਜਾਣਾ, ਫੋਕਸ ਕਰਕੇ ਮੈਂ ਫਿਰ ਮੰਗਲ ਗ੍ਰਹਿ ਤੇ ਚਲੇ ਜਾਣਾ ਰੈਸਟੋਰੈਂਟ 'ਚ, ਫਿਰ ਉੱਥੋਂ ਚੰਦਰਮਾ ਤੇ ਉੱਥੋਂ ਫਿਰ ਘੁੰਮ ਕੇ ਫਿਰ ਫੋਕਸ। ਨਹੀਂ, ਮੈਂ ਕਿਹਾ ਕਈ ਵਾਰੀ ਤੁਹਾਡੇ ਵਰਗਾ ਜਿਹੜਾ ਵੱਡਾ ਸਰਦਾਰ ਆ ਉਹਦੀ ਖੇਤਾਂ ਦੇ ਵਿੱਚ ਛੋਟੀ ਜਿਹੀ ਮੰਜੀ ਹੁੰਦੀ ਹੈ, ਉਹਨੇ ਇੱਕ ਪਾਸੇ ਨਾ ਜਿੱਥੇ ਪਾਵਾ ਹੁੰਦਾ ਉੱਥੇ ਪਰਨਾ ਆਪਣਾ ਐ ਗੋਲ ਕਰਕੇ ਰੱਖਿਆ ਹੁੰਦਾ, ਤੇ ਉੱਥੋਂ ਐ ਫੜ ਕੇ ਐ ਬਹਿ ਜਾਣਾ, ਤੇ ਉੱਥੇ ਕਹਿਣਾ ਉਹ ਖਾਦ ਇਧਰਲੇ ਪਾਸੇ ਆ, ਹੁਣ ਤੂੰ ਥੋੜਾ ਜਿਹਾ ਵੱਧ ਇਧਰਲੇ ਪਾਸੇ 5-4 ਬੰਦੇ ਲਾਏ ਹੁੰਦੇ। ਮੈਂ ਕਿਤੇ ਇਦਾਂ ਦੇ ਕਿਸਾਨ ਸੀ ਕਿ ਹੱਥੀਂ ਕਰਦੇ ਸੀ? ਨਹੀਂ, ਵੇਖੋ ਗੱਲ ਆ ਵੀ ਜਿਹੜਾ ਇਦਾਂ ਦਾ ਵੀ ਕਰਦਾ ਨਾ ਉਹਨੂੰ ਇੱਕ ਵਾਰ ਆਪ ਹੱਥੀਂ ਕਰਨੀ ਜ਼ਰੂਰ ਪੈਂਦੀ ਹੈ। ਮੈਂ ਤਾਂ ਦੱਸ ਰਿਹਾ ਵੀ ਪੰਜਾਬ ਦਾ ਕੋਈ ਵੀ ਭਾਵੇਂ ਜਿਹੜਾ ਕੋਈ ਹੁਣ ਸਰਾਣੇ ਥੱਲੇ ਆਪਣਾ ਬਾਂਹ ਲੈ ਕੇ ਸੌਂਦਾ ਹੋਵੇ ਨਾ, ਉਹਨੂੰ ਵੀ ਇੱਕ ਵਾਰ ਇਹ ਸਾਰਾ ਕੁਝ ਹੱਥੀਂ ਕਰਨਾ ਪੈਂਦਾ। ਉਸ ਤਰੀਕੇ ਨਾਲ ਮੈਂ ਵੀ ਕੀਤਾ। ਹੁਣ ਤਾਂ ਚਲੋ ਖੈਰ ਇੱਧਰ ਆ ਗਿਆ ਕੰਮ। ਨਹੀਂ, ਉਹ ਗੱਲ ਠੀਕ ਹੈ ਤੁਹਾਡੀ। ਮੈਂ ਅਸਲ 'ਚ ਇਹ ਸੋਚਦਾ ਸੀ ਕਿ ਜਿਹੜੇ ਪੰਜਾਬ ਦੇ ਲੀਡਰ ਆ ਨਾ, ਉਹਨਾਂ ਦੀ ਇੱਕ ਸ਼ਰਤ ਰੱਖਣੀ ਚਾਹੀਦੀ ਹੈ, ਭਾਵੇਂ ਲੋਕ ਰੱਖ ਦੇਣ, ਭਾਵੇਂ ਸਾਡੀਆਂ ਸਰਕਾਰਾਂ, ਭਾਵੇਂ ਚੋਣ ਕਮਿਸ਼ਨ, ਕਿ ਭਾਈ ਜਿਹੜੇ ਵੀ ਬੰਦੇ ਨੇ ਕੋਈ ਇਲੈਕਸ਼ਨ ਲੜਨੀ ਹੈ ਉਹਨੂੰ ਪਹਿਲਾਂ ਖੇਤਾਂ ਦੇ ਵਿੱਚ ਖਾਦ ਪਾਉਣਾ ਸਿਖਾਉਣਾ ਹੈ। ਉਹ ਭਾਵੇਂ ਕਿਸੇ ਦੇ ਖੇਤ 'ਚ ਪਾ ਲਵੇ, ਭਾਵੇਂ ਆਪਦੇ ਖੇਤ 'ਚ ਪਾ ਲਵੇ, ਕਿਉਂਕਿ ਖਾਦ ਪਾਉਣਾ ਨਾ ਇੱਕ ਬੜੀ ਕਲਾ ਆ। ਉਹਦੇ ਵਿੱਚ ਕੀ ਹੁੰਦਾ ਕਿ ਪਹਿਲੀ ਚੀਜ਼ ਇਹ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਕਿ ਖੇਤ ਦੇ ਵਿੱਚ ਤੁਸੀਂ ਕਿੰਨਾ ਖਾਦ ਪਾਉਣਾ ਆ। ਇਹ ਨਹੀਂ ਕਿ ਤੁਸੀਂ 4 ਬੋਰੀਆਂ ਇੱਕੋ ਥਾਂ ਪਾ ਦਿਓ ਜਾਂ ਅੱਧੀ ਬੋਰੀ ਪਾਓ। ਦੂਸਰਾ, ਉਹਦੇ ਵਿੱਚ ਇਹ ਧਿਆਨ ਰੱਖਣਾ ਹੁੰਦਾ ਕਿ ਭਾਈ ਜਿੱਥੋਂ ਤੁਰੇ ਆਪਾਂ ਰੈਲ ਜੀ ਬਲ ਕੇ ਸਿੱਧੇ ਜਾਣਾ। ਤੀਸਰਾ, ਇਹ ਧਿਆਨ 'ਚ ਰੱਖਣਾ ਹੁੰਦਾ ਕਿ ਭਾਈ ਉਹ ਮੁੱਠ ਦੇ ਵਿੱਚੋਂ ਜਦੋਂ ਖਾਦ ਖਿਲਾਰਨੀ ਆ ਨਾ, ਉਹ ਇੱਕੋ ਜਿੰਨੀ ਹਰ ਵਾਰੀ ਖਿਲਰੇ, ਤੇ ਤੋਰ ਦਾ ਸਪੀਡ ਦਾ ਵੀ ਧਿਆਨ ਰੱਖਣਾ ਹੁੰਦਾ। ਇਹ ਨਹੀਂ ਕਿ ਭਾਈ ਇੱਥੇ ਇੱਕ ਛਿੱਟੇ 4 ਪੈ ਗਿਆ ਤਾਂ ਉੱਥੇ ਪੈ ਗਿਆ। ਹੁਣ ਸਾਡੇ ਲੀਡਰਾਂ ਦੀ ਇਹ ਬਹੁਤ ਵੱਡੀ ਸਮੱਸਿਆ, ਜਿੱਦਾਂ ਇੱਕ ਕਿਸਾਨ, ਇੱਕ ਮਜ਼ਦੂਰ, ਇੱਕ ਕਾਮਾ ਬੰਦਾ ਖੇਤ 'ਚ ਖਾਦ ਪਾਉਂਦਾ ਨਾ, ਜੇ ਤਾਂ ਸਾਡੇ ਲੀਡਰ ਪੰਜਾਬ ਨੂੰ ਉੱਦਾਂ ਮੰਨ ਕੇ ਚੱਲਣ ਫੇਰ ਤਾਂ ਸਭ ਕੁਝ ਹੋ ਜਾਵੇ ਭਲਾ। ਹੁਣ ਤੁਸੀਂ ਦੇਖੋ, ਇੱਕ ਹਲਕੇ ਦਾ ਇੱਕ ਮੰਤਰੀ ਹੋਵੇ, ਵਿਧਾਇਕ ਹੋਵੇ, ਤੁਸੀਂ ਉਹਦੇ ਪਿੰਡ ਦੇ ਵਿੱਚ ਦੀ ਲੰਘੋ, ਚਾਰੇ ਪਾਸੇ ਸੜਕਾਂ ਬਣੀਆਂ, 10 ਕਿਲੋਮੀਟਰ ਦੂਰ ਉਹਦਾ ਹੀ ਹਲਕਾ ਹੁੰਦਾ, ਉਹਦੇ ਪਿੰਡ ਦੇ ਵਿੱਚ ਦੀ ਨੇੜਿਓਂ ਦੀ ਲੰਘ ਜਾਓ, ਚਾਰੇ ਸੜਕਾਂ ਟੁੱਟੀਆਂ। ਹੋਰ ਤੁਸੀਂ ਦੇਖ ਲਓ ਕਿ ਪੰਜਾਬ ਦੇ ਲੋਕਾਂ ਨੂੰ ਕੁਝ ਚਾਹੀਦਾ, ਹਸਪਤਾਲ 'ਚ ਡਾਕਟਰ ਚਾਹੀਦਾ, ਸਕੂਲ 'ਚ ਮਾਸਟਰ ਚਾਹੀਦਾ, ਹੈ ਨਹੀਂ। ਮੰਤਰੀ ਸਾਹਿਬ ਨੂੰ, ਵਿਧਾਇਕ ਸਾਹਿਬ ਨੂੰ ਨਵੀਂ ਗੱਡੀ ਚਾਹੀਦੀ ਆ, ਪੁਰਾਣੀ ਮਾੜੀ ਜਿਹੀ ਖੜ ਜਾਂਦੀ ਆ, ਨਵੀਂ ਗੱਡੀ ਆ ਜਾਊ। ਜੇ ਆਮ ਕਿਸਾਨ ਨੂੰ ਕੋਈ ਸਹੂਲਤ ਚਾਹੀਦੀ ਹੈ, ਉਹ ਹੈ ਨਹੀਂ। ਜੇ ਕਿਸੇ ਵੱਡੇ ਨੂੰ ਬਾਗਾ ਬੂਗਾਂ ਦੇ ਉੱਤੇ ਸਬਸਿਡੀ ਚਾਹੀਦੀ ਆ, ਉਹ ਹੈਗੀ। ਜਦੋਂ ਤੱਕ ਤਾਂ ਕੰਮ ਇਦਾਂ ਚੱਲਦਾ ਰਹਿਣਾ ਕਿ ਭਾਈ ਕਿਤੇ ਖਾਦ ਸੁੱਟ ਗਏ ਤੇ ਕਿਤੇ ਨਹੀਂ ਸੁੱਟ ਗਏ, ਉਦੋਂ ਤੱਕ ਭਲਾ ਨਹੀਂ ਹੋਣਾ। ਬਾਕੀ ਦਰਸ਼ਕ ਦੱਸ ਦੇਣਗੇ। ਨਹੀਂ, ਉਹ ਗੱਲ ਤਾਂ ਸਹੀ ਹੈ ਬਾਟ ਸਾਹਿਬ। ਉਹ ਆਪਾਂ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਵੀ ਜਦੋਂ ਕੁਰਸੀ ਤੇ ਬਹਿਣਾ ਹੁੰਦਾ ਨਾ, ਉਦੋਂ ਤੇ ਮਾਰਦੇ ਆ ਗਲੀ ਗੇੜੇ ਲੀਡਰ। ਉਦੋਂ ਤੇ ਮਹਿੰਗੀ ਜੁੱਤੀ ਜਿਹੜੀ 4-5 ਹਜ਼ਾਰ ਦੀ ਹੁੰਦੀ, ਉਹ ਵੀ ਬਸ ਮਹੀਨੇ ਦੇ ਵਿੱਚ ਹੀ ਤੋੜ ਲੈਂਦੇ ਇੱਧਰ ਉੱਧਰ, ਕਿਉਂਕਿ ਗਲੀਆਂ ਕਿੱਦਾਂ ਦੀਆਂ ਬਣਾਈਆਂ ਉਹਨਾਂ ਨੂੰ ਵੀ ਪਤਾ। ਅਤੇ ਜਦੋਂ ਫਿਰ ਦੁਬਾਰਾ ਆਪਣੇ ਚੰਗੇ ਕੁਸ਼ਨ ਵਾਲੇ ਆਫਿਸ ਦੇ ਵਿੱਚ ਬੈਠ ਕੇ ਅਤੇ ਸੋਚਦੇ ਆ ਵੀ ਹੁਣ ਆਪਾਂ ਪੰਜਾਬ ਦੇ ਲੋਕਾਂ ਦਾ ਬਾਰੇ ਸੋਚਣਾ, ਉਹ ਪੰਜਾਬ ਦੇ ਲੋਕ ਤਾਂ ਵਿਚਾਰੇ ਪਿੰਡ 'ਚ ਰਹਿੰਦੇ ਆ। ਹੁਣ ਜਿੱਥੇ ਉਹਨਾਂ ਨੇ ਬਹਿਣਾ, ਉੱਥੇ ਪਹੁੰਚਣਾ ਠੇਕੇਦਾਰ ਬੰਦਾ, ਉੱਥੇ ਪਹੁੰਚਣਾ ਵੱਡਾ ਏਜੰਟ ਬੰਦਾ, ਉੱਥੇ ਪਹੁੰਚਣਾ ਵੀ ਸਾਹਿਬ ਆਹ ਕੰਮ ਜੇ ਇੱਦਾਂ ਕਰਦੇ ਹੋ ਅਤੇ ਉਹਦੇ 'ਚੋਂ ਇੰਨਾ ਕੁ ਤੁਹਾਡਾ ਅਤੇ ਬਾਕੀ ਸਾਡਾ। ਅਤੇ ਕੁਛ ਜਿਹੜੇ ਬੰਦੇ ਹੁੰਦੇ ਉਹ ਕਹਿੰਦੇ ਵੀ ਮਹਾਰਾਜ ਪਹਿਲਾਂ ਪਿਛਲੀ ਸਰਕਾਰ ਵੇਲੇ ਸਾਡਾ ਆਹ ਰੋਲ ਹੁੰਦਾ ਸੀ, ਅੱਗੇ ਜਨਾਬ ਹੁਕਮ ਕਰ ਦੇਣ ਵੀ ਕਿੱਦਾਂ ਕਰਨੇ ਆ। ਹੁਣ ਉਹਦੇ 'ਚੋਂ ਟਾਈਮ ਮਿਲੂ ਅਤੇ ਪੰਜਾਬ ਦੇ ਲੋਕ ਚੇਤੇ ਆਉਣਗੇ। ਤੁਸੀਂ ਕਹਿੰਦੇ ਵੀ ਹੁਣ ਤੰਗਲੀ ਫੜ ਕੇ ਤੇ ਲੀਡਰ ਸਾਹਿਬ ਆ ਕੇ ਪਰਾਲੀ ਇਕੱਠੀ ਕਰ ਦੇਣੇ, ਇੱਦਾਂ ਥੋੜ੍ਹਾ ਹੁੰਦਾ।
ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਹੁਣ ਮੈਂ ਸ਼ਬਦ ਵਾਪਸ ਲੈ ਲੈਣਾ, ਫਿਰ ਗੱਲਬਾਤ ਤਾਂ ਇੱਥੇ ਗਿਵ ਐਂਡ ਟੇਕ ਹੀ ਹੈ ਨਾ। ਪਹਿਲਾਂ ਤੁਸੀਂ ਮਾਫੀ ਮੰਗ ਲਈ ਸੀ, ਹੁਣ ਮੈਂ ਸ਼ਬਦ ਵਾਪਸ ਲੈਣਾ। ਲੀਡਰ ਠੀਕ ਹੈ, ਜੋ ਭਾਈ ਕਰਦੇ ਤੁਸੀਂ ਕਰੀ ਕੁਰੀ ਜਾਓ, ਬਾਕੀ ਗੱਲਾਂ ਬਾਅਦ ਦੀਆਂ ਨੇ। ਅੱਛਾ, ਆਪਾਂ ਇੱਕ ਚੀਜ਼ ਹੋਰ ਵਿਚਾਰਨੀ ਆ। 84 ਵਾਲਾ ਮਸਲਾ ਬੜਾ ਗੰਭੀਰ ਆ, ਅਜੇ ਤੱਕ ਚੱਲੀ ਜਾਂਦਾ। ਪਤਾ ਨਹੀਂ ਵੀ ਜਦ ਤੱਕ ਆਪਾਂ ਸੁਣਦੇ ਜਾਗਦੇ ਦੇਖਦੇ ਹਾਂ ਉਦੋਂ ਤੱਕ ਇਹ ਸਜ਼ਾਵਾਂ ਹੋਣ, ਜਾਂ ਫਿਰ ਆਪਣੇ ਤੋਂ ਗਾਂ ਅਗਲੀ ਪੀੜ੍ਹੀ ਜਿਹੜੀ ਉਹ ਵੀ ਅਖਬਾਰ 'ਚ ਇੱਦਾਂ ਹੀ ਪੜ੍ਹਿਆ ਕਰੇ ਵੀ 1984 'ਚ ਇਸ ਤਰ੍ਹਾਂ ਹੋਇਆ ਸੀ ਅਤੇ ਉਦੋਂ ਇੱਕ ਫਲਾਣੇ ਲੀਡਰ ਨੇ ਕਿਹਾ ਸੀ। ਉਦੋਂ ਤੱਕ ਤਾਂ ਖੈਰ ਉਹ ਲੀਡਰ ਵੀ ਨਹੀਂ ਰਹਿਣੇ, ਪਰ ਮਸਲਾ ਜ਼ਰੂਰ ਘੜੀਸਿਆ ਜਾਊਗਾ ਇਸੇ ਤਰ੍ਹਾਂ। ਉਹਦੇ 'ਚੋਂ ਸੱਜਣ ਕੁਮਾਰ ਤੁਹਾਨੂੰ ਯਾਦ ਹੋਣਾ, ਉਹਨੂੰ ਅਪਰੋਕਸੀਮੇਟਲੀ 20 ਕੁ ਮਹੀਨੇ ਹੋ ਗਏ ਆ ਜੇਲ੍ਹ ਦੇ ਵਿੱਚ ਆ ਉਹ, ਪਰ ਅਜੇ ਵੀ ਅੰਤਰਿਮ ਜ਼ਮਾਨਤਾਂ ਦੇ ਲਈ ਜਿਹੜੀਆਂ ਟਰਾਈਆਂ ਨੇ ਉਹ ਕੀਤੀਆਂ ਜਾ ਰਹੀਆਂ। ਹੁਣ ਵੀ ਟਰਾਈ ਕੀਤੀ ਗਈ, ਅੰਤਰਿਮ ਜ਼ਮਾਨਤ ਮੰਗੀ ਗਈ ਅਤੇ ਵਕੀਲ ਸਾਹਿਬ ਨੇ ਕਿਹਾ ਕਿ ਦੇਖੋ ਜੀ, ਨੇਤਾ ਜੀ ਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ, ਦਵਾਈ ਬੂਟੀ ਅੰਦਰ ਮਿਲਦੀ ਨਹੀਂ, ਇਸ ਕਰਕੇ ਜ਼ਰੂਰ ਉਹਨਾਂ ਦੇ ਉੱਪਰ ਰਹਿਮ ਕੀਤਾ ਜਾਵੇ ਅਤੇ ਉਹਨਾਂ ਨੂੰ ਜ਼ਮਾਨਤ ਦਿੱਤੀ ਜਾਵੇ। ਇਹਦੇ ਬਾਰੇ ਕੀ ਸੋਚਦੇ ਹੋ ਵੀ ਆਮ ਬੰਦਾ ਜਿਹੜਾ ਹੈ ਉਹਦੇ ਹਿਸਾਬ ਨਾਲ ਕਾਨੂੰਨ ਹੋਰ, ਅਤੇ ਜਿਹੜਾ ਬੰਦਾ ਵੱਡਾ ਉਹਦੇ ਹਿਸਾਬ ਨਾਲ ਕਾਨੂੰਨ ਹੋਰ? ਇਹ ਨਾ, ਜਦੋਂ ਪਰਿਵਾਰ ਦੇ ਵਿੱਚ ਬੱਚਾ ਜਨਮ ਲੈਂਦਾ ਤਾਂ ਉਹਦਾ ਨਾਂ ਰੱਖਦੇ ਹੁੰਦੇ, ਪਰਿਵਾਰ ਨੂੰ ਨਹੀਂ ਪਤਾ ਹੁੰਦਾ ਕਿ ਬੱਚਾ ਕਿੱਦਾਂ ਦਾ ਨਿਕਲਣਾ। ਹੁਣ ਨਾਂ ਭਾਵੇਂ ਕੋਮਲ ਰੱਖਿਆ ਹੋਵੇ, ਪਰ ਮੂਹਰਿਓਂ ਸੁਭਾਅ ਮੁੜ ਕੇ ਸਖਤ ਨਿਕਲਿਆ ਹੋਵੇ, ਟੱਬਰ ਦੀ ਥੋੜ੍ਹੀ ਗਲਤੀ ਹੈ ਉਹਦੇ ਵਿੱਚ। ਇਹ ਤਾਂ ਹੁਣ ਠੀਕ ਹੈ ਭਾਈ। ਹੁਣ ਉਸੇ ਤਰੀਕੇ ਇਹ ਜਿਹੜਾ ਸੱਜਣ ਕੁਮਾਰ ਆ, ਦੇਖੋ ਸੱਜਣ ਨਾਂ ਤਾਂ ਬੜਾ ਕਮਾਲ ਦਾ, ਪਰ ਜੋ ਉਹਦੇ ਤੇ ਦੋਸ਼ ਲੱਗੇ ਤੇ ਜੋ ਉਹਦੇ ਤੇ ਸਾਬਤ ਹੋਏ ਤੇ ਜੋ ਉਹਨੇ ਮਨੁੱਖਤਾ ਦੇ ਘਾਣ ਲਈ ਕੀਤਾ, ਉਹ ਕਿਸੇ ਤੋਂ ਗੁੱਝਾ ਤਾਂ ਹੈ ਨਹੀਂ। ਭਾਰਤ ਦੀਆਂ ਉਹਨਾਂ ਅਦਾਲਤਾਂ ਨੇ, ਭਾਰਤ ਦੀ ਉਸ ਨਿਆਂ ਪ੍ਰਣਾਲੀ ਨੇ ਵੀ ਕਹਿਤਾ ਕਿ ਭਾਈ ਇਹ ਬੰਦਾ ਅੰਦਰ ਦਿਓ ਤੇ ਛੱਡਣਾ ਨਹੀਂ ਮੁੜ ਕੇ। ਜੇ ਇਸ ਨਿਆਂ ਪ੍ਰਣਾਲੀ ਦੇ ਉੱਤੇ ਦੋਸ਼ ਲੱਗਦਾ ਕਿ ਭਾਈ ਇਹ ਬਹੁਤ ਲੇਟ ਇਨਸਾਫ ਦਿੰਦੀ ਹੈ ਤੇ ਕਿਹੜੀ ਦਿੰਦੀ ਨਹੀਂ, ਉਸ ਨਿਆਂ ਪ੍ਰਣਾਲੀ ਨੇ ਵੀ ਜੇ ਬੰਦਾ ਚੱਕ ਕੇ ਅੰਦਰ ਦਿੱਤਾ, ਹਿਸਾਬ ਲਾ ਲਓ ਕਿ ਕਿੱਦਾਂ ਦਾ ਹੋਊ। ਹੁਣ ਦੇਖੋ, ਰੱਸਾਕਸ਼ੀ, ਜਦੋਂ ਰੱਸਾ ਖਿੱਚੀਦਾ ਨਾ, ਜਿਹੜੀ ਉਹ ਖੇਡ ਹੁੰਦੀ ਆ, ਉਹਦੇ ਵਿੱਚ ਸਾਰਿਆਂ ਨੇ ਲੱਤਾਂ ਫਸਾਈਆਂ ਹੁੰਦੀਆਂ। ਜਿੱਦਾਂ ਕਈ ਵਾਰੀ ਸਿਰ ਨਹਾਉਣਾ ਹੁੰਦਾ ਸੀ ਐਤਵਾਰ ਨੂੰ ਬੀਬੀਆਂ ਨੇ, ਤੇ ਉਦੋਂ ਕਈਆਂ ਨੇ ਕਿਹਾ ਮੈਂ ਨਹੀਂ ਅਜੇ ਨਹਾਉਣਾ, ਮੈਂ ਤਾਂ ਅਜੇ ਖੇਡਣਾ ਹੈ, ਉਹਨਾਂ ਲੱਤਾਂ ਫਸਾਈ ਜਾਣੀਆਂ, ਬੀਬੀ ਨੇ ਉਧਰਲੇ ਪਾਸੇ ਨਲ ਕੇ ਥੱਲੇ ਕਰਨ ਲਈ ਖਿੱਚੀ ਜਾਣਾ। ਇਹ ਸੱਜਣ ਕੁਮਾਰ ਤੇ ਜਦੋਂ ਦਾ ਕੇਸ ਚੱਲਦਾ ਨਾ, ਇਹ ਉਦਾਂ ਹੀ ਲੱਤਾਂ ਫਸਾਈ ਜਾਂਦਾ। ਪਹਿਲਾਂ ਤਾਂ ਕਦੇ ਇਹਨੇ ਗਵਾਹ ਨੂੰ ਧਮਕੀ ਦੇ, ਕਦੇ ਫਲਾਨਾ ਕਰ, ਕਦੀ ਉਹ ਕਰ, ਜਦੋਂ ਸਜ਼ਾ ਵੀ ਸੁਣਾਤੀ ਫੇਰ ਕਹੇ ਉਹ ਮੈਂ ਤਾਂ ਜੀ ਅਜੇ ਨਿੱਕੇ ਨਿਆਣਿਆਂ ਨਾਲ ਖੇਡਣਾ, 15 20 25 ਦਿਨ ਨੇ ਇੱਦਾਂ ਹੀ ਲੰਘਾਤੇ, ਮੇਰੇ ਤਾਂ ਜੀ ਦੋਤੇ ਦੋਤੀਆਂ, ਪੋਤੇ ਪੋਤੀਆਂ। ਉਹ ਭਾਈ ਤੇਰੇ ਦੋਤੇ ਦੋਤੀਆਂ ਹੈਗੇ ਤਾਂ ਜਿਹੜੇ ਉਦੋਂ ਅੱਗਾਂ ਲਾਲਾ ਸਾੜ ਦਿੱਤੇ ਸੀ 1984 ਦੇ ਵਿੱਚ, ਉਹਨਾਂ ਦੇ ਦੋਤੇ ਦੋਤੀਆਂ ਨਹੀਂ ਸੀ, ਉਹਨਾਂ ਦੇ ਪੋਤੇ ਪੋਤੀਆਂ ਨਹੀਂ ਸੀ, ਉਹਨਾਂ ਦਾ ਜੀ ਨਹੀਂ ਸੀ ਕਰਦਾ ਕਿ ਅਸੀਂ ਟੱਬਰਾਂ ਦੇ ਵਿੱਚ ਜਾ ਕੇ ਖੇਡੀਏ। ਹੁਣ ਕਮਾਲ ਦੀ ਗੱਲ ਦੇਖੋ, 18 20 ਮਹੀਨੇ ਹੋਏ ਬੰਦੇ ਨੂੰ ਅੰਦਰ, ਚੀਕਾਂ ਨਿਕਲ ਗਈਆਂ। ਉਹਨਾਂ ਦੇ ਵਕੀਲ ਸਾਹਿਬ ਨੇ ਕਈ ਵਾਰੀ ਜ਼ਮਾਨਤ ਦੀ ਅਰਜ਼ੀ ਦਿੱਤੀ, ਕਦੇ ਕੋਈ ਆਧਾਰ ਬਣਾ ਕੇ, ਕਦੇ ਕੋਈ, ਪਰ ਅਦਾਲਤ ਕਹਿੰਦੀ ਨਾ ਭਾਈ, ਜਿਹੜੇ ਦੋਸ਼ ਸਾਬਤ ਹੋਏ ਆ ਗੰਭੀਰ ਬੜੇ ਆ, ਇਹ ਬੰਦਾ ਬਾਹਰ ਨਹੀਂ ਆ ਸਕਦਾ। ਐਤਕੀ ਕਹਿੰਦੇ ਜੀ 16 ਕਿਲੋ ਭਾਰ ਘਟ ਗਿਆ। ਹੁਣ 16 ਕਿਲੋ ਭਾਰ ਕਾਹਦੇ ਲਈ ਘਟ ਗਿਆ? ਸੱਜਣ ਕੁਮਾਰ ਵੀ ਜਿਉਂਦਾ ਹੈ, ਪਿੱਛੇ ਟੱਬਰ ਵੀ ਸੁਖੀ ਵਸਦਾ, ਕਦੇ ਕਦੇ ਮੁਲਾਕਾਤ ਕਰਨ ਵੀ ਚਲੇ ਜਾਂਦੇ ਹੋਣੇ ਆ। ਹੁਣ ਸੱਜਣ ਕੁਮਾਰ ਜੀ, ਉਹਨਾਂ ਦੇ ਭਾਰ ਤੁਸੀਂ ਦੇਖੋ ਕਿੰਨੇ ਘਟੇ ਹੋਣੇ ਆ ਅੱਜ ਤੱਕ, ਜਿਨ੍ਹਾਂ ਨੇ ਆਪ ਦੇ ਟੱਬਰ ਦੇ ਜੀ ਗਲਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾ ਕੇ ਸੜਦੇ ਦੇਖੇ, ਜਿਨ੍ਹਾਂ ਦੇ ਸਾਹਮਣੇ ਉਹਨਾਂ ਦੇ ਟੱਬਰ ਦੇ ਜੀਆਂ ਨੂੰ ਟੋਟੇ ਟੋਟੇ ਕਰਤਾ ਗਿਆ ਹੋਣਾ। ਤੇ ਹੁਣ ਜੱਜ ਸਾਹਿਬ ਨੇ ਵੀ ਕਹਿਤਾ ਜੀ ਮਾਫ ਕਰੋ, ਤੁਹਾਨੂੰ ਅਜੇ ਅੰਦਰ ਹੀ ਰਹਿਣਾ ਪੈਣਾ। ਹੋ ਸਕਦਾ ਕਿ ਦੁਬਾਰਾ ਖਰਾਬ ਸਿਹਤ ਦਾ ਹਵਾਲਾ ਦੇ ਕੇ ਸੱਜਣ ਕੁਮਾਰ ਕਦੇ ਬਾਹਰ ਆਉਣ ਦੀ ਅਰਜ਼ੀ ਪਾਵੇ ਨਾ। ਪਰ ਸੰਧਾਲੀਆ ਸਾਹਿਬ, ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਸੀ ਨਾ ਕਿ 1984 ਚ ਇੰਨਾ ਸਮਾਂ ਹੋ ਗਿਆ, ਆਪਾਂ ਅੱਜ ਜਦੋਂ ਗੱਲ ਕਰਦੇ ਹੁੰਨੇ ਆ ਤੇ ਆਪਣੇ ਤੋਂ ਪਿਛਲੀ ਪੀੜ੍ਹੀ ਵਾਲੇ ਪੁੱਛਦੇ ਹੁੰਨੇ ਉਦੋਂ ਕੀ ਹਾਲਾਤ ਸੀ, ਇਹ ਕਿੱਦਾਂ ਹੋ ਗਿਆ ਕਿ ਹਮਲਾ ਹੋ ਗਿਆ, ਉਹਦੇ ਤੋਂ ਬਾਅਦ ਲੋਕਾਂ ਨੂੰ ਇਦਾਂ ਹੀ ਸਾੜ ਦਿੱਤਾ ਗਿਆ, ਜਿੰਦਾ ਹੀ ਸਾੜ ਦਿੱਤਾ, 4-5 ਦਿਨ ਦੇਸ਼ ਦੀ ਰਾਜਧਾਨੀ ਦੇ ਵਿੱਚ ਇਦਾਂ ਹੀ ਹੋ ਗਿਆ। ਇਹ ਹੁਣ ਦੂਰ ਨਹੀਂ ਦਿਨ, ਹੋਰ 20-25 ਸਾਲਾਂ ਤੱਕ ਨਾ ਆਉਣ ਵਾਲੀ ਪੀੜ੍ਹੀ ਨੇ ਆਪਣੇ ਤੋਂ ਪੁੱਛਿਆ ਕਰਨਾ ਹੈ ਗੁਜਰਾਤ ਦੇ ਵਿੱਚ ਰੇਲ ਗੱਡੀ ਸਾੜਤੀ ਸੀ, ਹੈ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਗਈ ਸੀ ਤੇ ਲੋਕ ਸ਼ਾਂਤਮਈ ਧਰਨਾ ਦਿੰਦੇ ਸੀ ਤੇ ਉੱਪਰੋਂ ਗੋਲੀਆਂ ਚੱਲ ਗਈਆਂ ਸੀ। ਨਹੀਂ, ਇਹ ਕਿੱਦਾਂ ਹੋ ਸਕਦਾ ਕਿ ਉਹਨਾਂ ਦੇ ਉੱਤੇ ਝੂਠਾ ਪਰਚਾ ਬਣਾਤਾ ਸੀ? ਇਹ ਲੋਕਾਂ ਨੇ, ਅਗਲੀ ਪੀੜ੍ਹੀ ਨੇ, ਬੱਚਿਆਂ ਨੇ ਆਪਾਂ ਨੂੰ ਪੁੱਛਿਆ ਕਰਨਾ ਤੇ ਜਵਾਬ ਜੂ ਆਪਣੇ ਕੋਲ ਵੀ ਕੋਈ ਨਹੀਂ ਹੋਣਾ ਉਦੋਂ। ਨਹੀਂ, ਇੱਦਾਂ ਹੀ ਆ, ਇਹ ਬਿਲਕੁਲ ਸਹੀ ਆ ਬਾਟ ਸਾਹਿਬ। ਇਹ ਗੱਲਾਂ ਇਹੀ ਤਾਂ ਚੱਕਰ ਹੈ ਨਾ ਵੀ ਇੱਕ ਵਾਰ ਜਿਹੜਾ ਇੱਕ ਮੁੱਦਾ ਹੁੰਦਾ, ਉਸ ਮੁੱਦੇ ਨੂੰ ਇੱਕ ਤਾਂ ਦੇਖੋ ਸਰਕਾਰਾਂ ਨੇ ਜਾਂ ਉਹਨਾਂ ਕੋਲੇ ਤੌਰ ਤਰੀਕੇ ਨੇ ਵੀ ਉਹ ਜਿਹੜੀ ਚੀਜ਼ ਆ ਉਹਨੂੰ ਉਲਝਾ ਹੀ ਇੰਨਾ ਕੁ ਦਿਓ ਵੀ ਜਦੋਂ ਇੱਕ ਚੀਜ਼ ਇੱਕ ਪਾਸੋਂ ਤਣ ਪੱਤਣ ਲੱਗਣ ਲੱਗੇ ਤੇ ਦੂਸਰੀ ਜਿਹੜੀ ਸੰਸਥਾ ਹੈ ਉਹ ਆ ਕੇ ਚਿੱਠੀ ਦੇ ਲੈ, ਇੱਦਾਂ ਕਿੱਦਾਂ ਮਹਾਰਾਜ ਸਾਨੂੰ ਪੁੱਛਿਆ ਨਹੀਂ। ਜਦੋਂ ਦੂਸਰੀ ਦੀ ਵੀ ਚਿੱਠੀ ਲੱਗ ਜਾਵੇ ਤੇ ਫਿਰ ਇੱਕ ਤੀਸਰੀ ਸੰਸਥਾ, ਤੀਸਰੀ ਧਿਰ ਜਿਹੜੀ ਉਹ ਖੜੀ ਹੋ ਜਾਵੇ, ਲਿਆਓ ਮਹਾਰਾਜ ਇਹਨਾਂ ਦੋਵਾਂ ਦੀ ਮੰਨੀ ਜਾਂਦੇ ਹੋ, ਸਾਡੀ ਕਦੋਂ ਸੁਣੋਗੇ? ਇਸੇ ਤਰ੍ਹਾਂ ਲਟਕਾ ਕੇ ਜਿਹੜੀ ਚੀਜ਼ ਹੈ ਉਹਨੂੰ ਲਮਕਾਇਆ ਜਾਂਦਾ। ਪਰ ਚਲੋ ਇਹ ਚੀਜ਼ਾਂ ਹੁਣ ਆਪਾਂ ਜੇ ਪਲੇਟਫਾਰਮ 'ਤੇ ਰੱਖ ਰਹੇ ਹਾਂ, ਚਰਚਾ ਚੱਲਦੀ ਹੈ, ਗੱਲ ਚੱਲਦੀ ਹੈ ਅਤੇ ਨਿਆਂਪਾਲਕਾ ਦੇ ਉੱਪਰ ਲੋਕਾਂ ਦਾ ਵਿਸ਼ਵਾਸ ਅਜੇ ਤੱਕ ਤਾਂ ਹੈਗਾ। ਗਾਂਹ ਵੀ ਮਹਾਰਾਜ ਸੁੱਖ ਰੱਖੇ ਵੀ ਜੇ
ਚਲੋ ਉਹਨਾਂ ਦੇ ਵਿੱਚ ਜਿਹੜੀ ਇਹ ਦੇਰੀ ਵਾਲੀ ਗੱਲ ਹੈ ਉਹ ਵੀ ਦੂਰ ਹੋ ਜਾਵੇ, ਇਨਸਾਫ ਦੇ ਵਿੱਚ ਦੇਰੀ ਨਾ ਹੋਵੇ ਤੇ ਲੋਕਾਂ ਦਾ ਵਿਸ਼ਵਾਸ ਹੋਰ ਪੀੜਾ ਹੋ ਜਾਊਗਾ ਵੀ ਨਹੀਂ ਆਪਾਂ ਨੂੰ ਜੇ ਕੋਈ ਕਿਤੇ ਮੁਸ਼ਕਲ ਆਉਂਦੀ ਆ ਜਾਂ ਕਿਤੇ ਆਪਣੇ ਨਾਲ ਧੱਕਾ ਹੁੰਦਾ ਤੇ ਦੇਸ਼ ਦੀ ਜਿਹੜੀ ਨਿਆਂਪਾਲਿਕਾ ਉਹ ਆਪਾਂ ਨੂੰ ਇਨਸਾਫ ਦਿੰਦੀ ਆ। ਹੁਣ ਇਹਦੇ ਮਾਮਲੇ ਦੇ ਵਿੱਚ ਜੇ ਇੱਕ ਵਾਰਾਂ ਤਾਂ ਜ਼ਮਾਨਤ ਰੱਦ ਹੋ ਗਈ ਹੈ ਸੱਜਣ ਕੁਮਾਰ ਦੀ, ਜੇ ਗਾਂਹ ਵੀ ਇਸੇ ਤਰ੍ਹਾਂ ਅਦਾਲਤ ਸਖਤ ਰਹਿੰਦੀ ਆ ਤੇ ਫਿਰ ਜਿਹੜਾ ਵਿਸ਼ਵਾਸ ਹੈ ਜਾਂ ਜਿਹੜੇ ਉਦੋਂ ਦੇ ਕਹਿ ਲਓ ਕਿ ਵੀ ਨਿਆਂ ਦੀ ਮੰਗ ਕਰ ਰਹੇ ਲੋਕ ਸੀਗੇ ਉਹਨਾਂ ਦੇ ਜ਼ਖਮਾਂ ਤੇ ਮਰਹਮ ਲੱਗ ਸਕਦੀ ਹੈ। ਪਰ ਜੇ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਟਰਾਈ ਕੀਤੀ ਤੇ ਉਦੋਂ ਕਿਤੇ ਜ਼ਮਾਨਤ ਮਿਲ ਗਈ ਜਾਂ ਉਹ ਬੰਦਾ ਦੁਬਾਰਾ ਬਾਹਰ ਆ ਗਿਆ ਤੇ ਹੋ ਸਕਦਾ ਕਿ ਇੱਕ ਵਾਰ ਉਹ ਫਿਰ ਸੋਚਣ ਵੀ ਨਹੀਂ ਯਾਰ ਫਿਰ ਤਕੜੇ ਦੇ ਲਈ ਕਾਨੂੰਨ ਹੋਰ ਤੇ ਮਾੜੇ ਲਈ ਹੋਰ ਆ। ਬਿਲਕੁਲ ਸੰਧਾਲੀਆ ਸਾਹਿਬ, ਦੇਖੋ ਇੱਥੇ ਸਾਨੂੰ ਨਾ ਇੱਕ ਗੱਲ ਬਹੁਤ ਚੰਗੇ ਤਰੀਕੇ ਸੋਚਣੀ ਪਏਗੀ ਕਿ ਭਾਈ ਅਦਾਲਤ ਨੇ ਉਸ ਮੁੱਦੇ ਤੇ ਕੰਮ ਕਰਨਾ ਹੁੰਦਾ ਜੋ ਉਹਨਾਂ ਦੇ ਸਾਹਮਣੇ ਲੈ ਆਂਦਾ। ਜਿੰਨੇ ਸਬੂਤ ਗਵਾਹ ਸਾਹਮਣੇ ਆ ਗਿਆ ਫੈਸਲਾ ਉਹਦੇ ਆਧਾਰ ਦੇ ਉੱਤੇ ਕਰਨਾ, ਜੱਜ ਨੇ ਕੋਲੋਂ ਨਹੀਂ ਕਰ ਦੇਣਾ। ਹੁਣ ਇੱਕ ਛੋਟੀ ਜਿਹੀ ਗੱਲ ਦੇਖੋ ਕਿ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ ਕਿ ਸਬੂਤ ਲੱਭ ਕੇ ਲਿਆਉਣੇ ਆ, ਅਦਾਲਤ ਦੇ ਸਾਹਮਣੇ ਪੇਸ਼ ਕਰਨੇ ਆ, ਉਹਦੇ ਆਧਾਰ ਦੇ ਉੱਤੇ ਜੱਜ ਸਾਹਿਬ ਫੈਸਲਾ ਕਰਨਗੇ। ਜਿਹੜੀ ਸਾਡੀ ਜਾਂਚ ਪੜਤਾਲ ਕਰਨ ਵਾਲੀ ਬੋਡੀ ਹੈ, ਜਿਹੜੀ ਸਾਡੀ ਪੁਲਿਸ ਹੈ ਜਾਂ ਹੋਰ ਏਜੰਸੀਆਂ ਨੇ, ਹੁਣ ਆ ਡਾਕਟਰ ਕਫੀਲ ਖਾਨ ਦਾ ਮੁੱਦਾ ਸਾਰਿਆਂ ਨੂੰ ਪਤਾ ਹੈ। ਇੱਕ ਬੰਦਾ ਡਾਕਟਰ ਹੈ, ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇੱਕ ਮਾਮਲੇ ਦੇ ਵਿੱਚ, ਜਾਂਚ ਪੜਤਾਲ ਹੁੰਦੀ ਹੈ ਜਦੋਂ ਆ ਗੋਰਖਪੁਰ ਦੇ ਵਿੱਚ ਹਸਪੀਟਲ 'ਚ ਆਕਸੀਜਨ ਦੀ ਘਾਟ ਕਰਕੇ ਬੱਚਿਆਂ ਦੀ ਮੌਤ ਹੋਈ ਸੀ, ਉਹ ਤੇ ਪਰਚਾ ਕਰਤਾ ਜਾਂਦਾ। ਜਾਂਚ ਪੜਤਾਲ ਹੁੰਦੀ ਹੈ, ਜਾਂਚ ਪੜਤਾਲ ਦੇ ਵਿੱਚ ਉਹ ਬੇਦੋਸ਼ਾ ਪਾਇਆ ਜਾਂਦਾ, ਡਾਕਟਰ ਫੜ ਲਿਆ ਚੱਕ ਕੇ ਅੰਦਰ ਦੇਤਾ ਕਿਉਂਕਿ ਉਹ ਬੋਲਦਾ ਸੀ। ਉਹਦੇ ਤੋਂ ਬਾਅਦ ਉਸੇ ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਉਹਨੂੰ ਜ਼ਮਾਨਤ ਮਿਲ ਜਾਂਦੀ ਹੈ, ਛੱਡਿਆ ਨਹੀਂ ਜਾਂਦਾ, ਉਹਦੇ ਉੱਤੇ ਨੈਸ਼ਨਲ ਸਿਕਿਉਰਿਟੀ ਐਕਟ ਲਾਤਾ ਕਿ ਦੇਸ਼ ਦੀ ਸੁਰੱਖਿਆ ਲਈ ਖਤਰਾ ਹੈ ਬੰਦਾ ਜਿੱਦਾਂ ਦੀਆਂ ਸਪੀਚਾਂ ਦਿੰਦਾ, ਉਹਨੂੰ ਚੱਕ ਕੇ ਫੇਰ ਅੰਦਰ ਦੇ ਦਿੱਤਾ। ਹੁਣ 8 ਮਹੀਨੇ ਬਾਅਦ ਇਲਾਹਾਬਾਦ ਹਾਈ ਕੋਰਟ ਕਹਿੰਦੀ ਆ ਕਿ ਇਹਦੇ ਉੱਤੇ NSA ਜਾਨੀ ਕਿ ਨੈਸ਼ਨਲ ਸਿਕਿਉਰਿਟੀ ਐਕਟ ਗਲਤ ਲਾਇਆ, ਇਹ ਬੰਦੇ ਨੂੰ ਛੱਡੋ, ਛੱਡ ਦਿੱਤਾ। ਹੁਣ ਜਿਨ੍ਹਾਂ ਦੀ ਡਿਊਟੀ ਸੀ, ਜਿਸ ਸਰਕਾਰ ਦੀ, ਜਿਨ੍ਹਾਂ ਏਜੰਸੀਆਂ ਦੀ, ਜਿਸ ਪੁਲਿਸੀਆ ਤੰਤਰ ਦੀ ਡਿਊਟੀ ਸੀ ਕਿ ਭਾਈ ਜੇ ਤਾਂ ਉਹ ਬੰਦਾ ਗਲਤ ਹੈ ਉਹਦੇ ਖਿਲਾਫ ਸਬੂਤ ਲੈ ਕੇ ਆਓ, ਜੇ ਉਹ ਬੰਦਾ ਬੇਦੋਸ਼ਾ ਤੇ ਉਹਨੂੰ ਛੱਡਣ ਦੇ ਲਈ ਸਾਰਾ ਰਾਹ ਰਸਤਾ ਤਿਆਰ ਕਰੋ। ਪਰ ਜੇ ਉਹੀ ਕਹਿਣਗੇ ਕਿ ਬੰਦਾ ਅਸੀਂ ਭਾਵੇਂ ਸਿਆਸੀ ਦਬਾਅ ਆ ਭਾਵੇਂ ਕੋਈ ਹੈ, ਉੱਥੇ ਅਦਾਲਤਾਂ ਵੀ ਕੀ ਕਰਨਗੀਆਂ? ਜਦ ਅਦਾਲਤਾਂ ਦੇ ਸਾਹਮਣੇ ਜਿਨ੍ਹਾਂ ਨੇ ਸਬੂਤ ਲੈ ਕੇ ਆਉਣੇ ਆ, ਜਿਨ੍ਹਾਂ ਨੇ ਜਾਂਚ ਕਰਨੀ ਹੈ, ਜੇ ਉਹਨਾਂ ਨੇ ਦੰਦਾਂ ਨੂੰ ਐਨ ਚੰਗੇ ਤਰੀਕੇ ਰੱਸੀ ਪਾ ਲੈਣੀ ਆ ਕਿ ਭਾਈ ਅਸੀਂ ਸੱਚ ਬੋਲਣਾ, ਤਾਂ ਗੱਲ ਜਾਊ ਕਿੱਥੇ? ਇਹ ਬਿਲਕੁਲ ਸਹੀ। ਇਹ ਜਿਹੜਾ ਇਹ ਡਾਕਟਰ ਕਬੀਰ ਖਾਨ ਵਾਲਾ ਮਸਲਾ ਹੈ ਇਹ ਤਾਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਕਿਉਂਕਿ ਹੁਣ ਡਿਫਰੈਂਟ ਤਰ੍ਹਾਂ ਦੀ ਡਿਮਾਂਡ ਚੱਲਣ ਲੱਗ ਪਈ ਕਿ ਠੀਕ ਹੈ ਜੀ ਇੱਕ ਅਦਾਲਤ ਨੇ 8 ਮਹੀਨੇ ਇੱਕ ਬੇਦੋਸ਼ੇ ਨੂੰ ਅੰਦਰ ਰੱਖਣ ਦੇ ਲਈ ਤਾਂ ਕਹਿ ਦਿੱਤਾ ਕਿ ਵੀ ਹਾਂਜੀ ਇਹ ਬੰਦੇ ਨੂੰ ਤੁਸੀਂ ਗਲਤ ਰੱਖਿਆ, ਇਹਨੂੰ ਤੁਸੀਂ ਛੱਡੋ, ਪਰ ਇਹ ਕਿਸੇ ਨੇ ਕੁਐਸਚਨ ਨਹੀਂ ਕੀਤਾ ਉਸ ਚੀਜ਼ ਦੇ ਉੱਪਰ ਵੀ ਜਿਨ੍ਹਾਂ ਨੇ ਇਹਨੂੰ ਇਹ ਸਾਰੇ ਕੁਝ ਦੇ ਵਿੱਚ ਫਸਾਇਆ ਸੀ ਉਹ ਨਕਲੀ ਦੋਸ਼ ਲਾਉਣ ਵਾਲੇ ਜਾਂ ਉਹ ਆਰਡਰ ਦੇਣ ਵਾਲੇ ਬੰਦੇ ਸੀਗੇ, ਉਹਨਾਂ ਦੇ ਬਾਰੇ ਅਦਾਲਤ ਕੀ ਕਹਿੰਦੀ ਆ। ਇਹਦੇ ਤੇ ਵੀ ਆਉਣ ਵਾਲਾ ਸਮਾਂ ਦੇਖਿਆ ਜਾਊਗਾ, ਅੱਜ ਨਹੀਂ ਤਾਂ ਕੱਲ੍ਹ ਨਹੀਂ ਤਾਂ ਪਰਸੋਂ ਉਹ ਬਹੁਤ ਸਾਰੇ ਕਹਿ ਲਓ ਕਿ ਸੁਹਿਰਦ ਲੋਕ ਨੇ ਜਾਂ ਵਕੀਲ ਨੇ, ਸੰਸਥਾਵਾਂ ਨੇ ਜਿਹੜੀਆਂ ਕਿ ਇਹਦੇ ਤੇ ਵੀ ਕੁਐਸਚਨ ਕਰਨਗੀਆਂ। ਮੇਰੇ ਖਿਆਲ ਨਾਲ ਇਹ ਸ਼ਾਇਦ ਜੇ ਆਪਾਂ ਮੁਲਕ ਦੀ ਗੱਲ ਕਰੀਏ ਜਾਂ ਲੋਕਾਂ ਦੀ ਗੱਲ ਕਰੀਏ ਤਾਂ ਜਿਹੜੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕਿ ਸਹੀ ਨੂੰ ਸਹੀ ਗਲਤ ਨੂੰ ਗਲਤ ਕਹਿੰਦੇ ਆ, ਉਹਨਾਂ ਦਾ ਕਰਕੇ ਕੰਮ ਚੱਲ ਰਿਹਾ। ਜੇ ਪਿਛਲੇ ਦਿਨਾਂ 'ਚ ਆਪਾਂ ਉਹ 1 ਰੁਪਈਆ ਵੀ ਤੇ ਵਕੀਲ ਸਾਹਿਬ ਨੂੰ ਅਦਾਲਤ ਨੂੰ ਲਾਉਣਾ ਹੀ ਪਿਆ ਸੀ, ਕਿੰਨੇ ਦਿਨ ਉਹ ਕੰਮ ਫਸਿਆ ਰਿਹਾ ਸੀ, ਹਾਲਾਂਕਿ ਪਹਿਲਾਂ ਆਮ ਆਦਮੀ ਪਾਰਟੀ 'ਚ ਵੀ ਗਏ ਸੀ ਵਕੀਲ ਸਾਹਿਬ। ਬਿਲਕੁਲ, ਤੁਸੀਂ ਭੂਸ਼ਣ ਸਾਹਿਬ ਦੀ ਜਿਹੜੀ ਗੱਲ ਕੀਤੀ ਹੈ ਇਹ ਤੁਹਾਡੇ ਸਾਹਮਣੇ ਹੀ ਹੈ ਕਿ ਕਿੰਨਾ ਕੁਛ ਹੋਇਆ। ਹਾਂਜੀ, ਹੁਣ ਕਿੰਨਾ ਕੁਛ ਦੇਖੋ ਹੋਇਆ ਸਾਹਮਣੇ ਨਾ ਕਿ ਉਹ ਬੰਦੇ ਨੇ ਕੀ ਕਿਹਾ ਸੀ। ਉਹ ਬੰਦੇ ਨੇ ਤਾਂ ਨਾਂ ਲੈ ਕੇ ਕਿਹਾ ਸੀ ਕਿ ਭਾਈ ਲੋਕਤੰਤਰ ਜਿਹੜਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਉਹ ਕਿੰਨਾ ਕੁ ਗਲਤ ਕਿਹਾ, ਕਿੰਨਾ ਕੁ ਸਹੀ ਕਿਹਾ, ਇਹ ਆਉਣ ਵਾਲੇ ਸਮੇਂ ਨੇ ਸਿੱਧ ਕਰ ਦੇਣਾ। ਪਰ ਸੰਧਾਲੀਆ ਸਾਹਿਬ, ਮੈਨੂੰ ਇੱਕ ਗੱਲ ਜਿਹੜੀ ਹੈ ਬਹੁਤ ਚੰਗੇ ਤਰੀਕੇ ਮਹਿਸੂਸ ਹੋ ਰਹੀ ਹੈ ਕਿ ਸਾਨੂੰ ਕੋਈ ਵੀ ਸਵਾਲ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ, ਇੱਕ ਵੀ ਸਵਾਲ ਖੁੱਲ੍ਹਾ ਨਾ ਛੱਡੀਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁੰਮ ਹੋਏ ਆ, ਠੀਕ ਹੈ, SGPC ਦੇ ਵਿੱਚ ਜਿਹੜੇ ਜ਼ਿੰਮੇਵਾਰ ਕਮੇਟੀ ਨੂੰ ਲੱਗੇ ਤੁਸੀਂ ਸਿਆਵਾਂ ਦੇ ਦਿੱਤੀਆਂ, ਪਰ ਗੁੰਮ ਹੋਏ ਸਰੂਪ ਗਏ ਕਿੱਥੇ? ਸਵਾਲ ਖੁੱਲ੍ਹਾ। ਉਹ ਸਰੂਪ 5-6 ਥਾਵਾਂ ਤੋਂ ਪ੍ਰੋਸੈਸ ਦੇ ਵਿੱਚ ਹੋ ਕੇ ਜਾਣੇ ਸੀ, ਉਹਨਾਂ ਬੰਦਿਆਂ ਨੇ ਆਪਣੀ ਡਿਊਟੀ ਨਿਭਾਈ ਕਿ ਨਹੀਂ ਨਿਭਾਈ, ਉੱਪਰੋਂ ਦਬਾਅ ਤਾਂ ਨਹੀਂ ਸੀ, ਸਵਾਲ ਖੁੱਲ੍ਹਾ। ਹੁਣ ਇਸੇ ਤਰੀਕੇ ਆ ਜਦੋਂ 1984 ਦੇ ਸਿੱਖ ਕਤਲੇਆਮ ਦੀ ਗੱਲ ਹੁੰਦੀ ਹੈ, ਗੁਜਰਾਤ ਵਾਲੇ ਮਸਲੇ ਦੀ ਗੱਲ ਹੁੰਦੀ ਹੈ, ਉਹ ਉੱਤਰ ਪੂਰਬੀ ਸੂਬਿਆਂ 'ਚ ਬਹੁਤ ਕੁਝ ਹੁੰਦਾ ਹੈ। ਕਈ ਵਾਰੀ ਆਖ ਦਿੱਤਾ ਜਾਂਦਾ ਕਿ ਇਹਨਾਂ ਬੰਦਿਆਂ ਦੇ ਖਿਲਾਫ ਕੋਈ ਸਬੂਤ ਨਹੀਂ ਲੱਭਾ। ਹੁਣ ਦਿੱਲੀ ਦੇ ਵਿੱਚ ਆਪਾਂ ਪਾਰਟੀਕੂਲਰ ਕੇਸਾਂ ਦੀ ਗੱਲ ਕਰ ਲੈਂਦੇ ਹਾਂ, ਠੀਕ ਹੈ, ਇੱਕ ਬੰਦੇ ਤੇ ਦੋਸ਼ ਲੱਗਾ ਜਾਂ 5 ਬੰਦਿਆਂ ਤੇ ਦੋਸ਼ ਲੱਗਾ, ਅਦਾਲਤ ਕਹਿੰਦੀ ਹੈ ਜੀ ਸਾਨੂੰ ਸਬੂਤ ਨਹੀਂ ਕੋਈ ਲੱਭਾ, ਜਾਂ ਜਾਂਚ ਏਜੰਸੀ ਕਹਿ ਦਿੰਦੀ ਸਾਨੂੰ ਸਬੂਤ ਨਹੀਂ ਲੱਭਾ, ਠੀਕ ਹੈ, ਮੰਨ ਗਏ ਕਿ ਉਹ ਬੰਦੇ ਬੇਦੋਸ਼ੇ ਨੇ। ਪਰ ਸਵਾਲ ਤਾਂ ਖੁੱਲ੍ਹਾ ਨਾ, ਜੇ ਇਹਨਾਂ ਨੇ ਕਤਲ ਉਹ ਨਹੀਂ ਕੀਤੇ ਤਾਂ ਕਤਲ ਤਾਂ ਹੋਇਆ ਨਾ, ਕਿਸੇ ਨਾ ਕਿਸੇ ਨੇ ਤਾਂ ਕਤਲ ਕੀਤਾ, ਸਵਾਲ ਤਾਂ ਖੁੱਲ੍ਹਾ ਰਹਿ ਗਿਆ ਕਿ ਜੇ ਇਹ ਕਾਤਲ ਨਹੀਂ ਕੋਈ ਤਾਂ ਕਾਤਲ ਹੈਗਾ। ਉਹ ਕਾਤਲ ਨੂੰ ਲੱਭਣ ਦੇ ਲਈ ਅਗਲਾ ਹੁਕਮ ਕੀ ਹੈ? ਉਹ ਹੈ ਹੀ ਕਿਤੇ ਨਹੀਂ। ਬਿਲਕੁਲ ਸਹੀ।
ਚਲੋ ਬਾਠ ਸਾਹਿਬ, ਇਹ ਤਾਂ ਗੱਲਾਂ ਚੱਲਦੀਆਂ ਰਹਿਣੀਆਂ, ਕਿਉਂਕਿ ਜਿਹੜਾ ਵੀ ਸਵਾਲ, ਜਦੋਂ ਤੁਸੀਂ ਕਿਹਾ ਕਿ ਸਵਾਲ ਕੋਈ ਖੁੱਲ੍ਹਾ ਨਹੀਂ ਰਹਿਣਾ ਚਾਹੀਦਾ, ਪਰ ਕਰੀਏ ਕਿ ਸਵਾਲ ਜਿਹੜਾ ਵੀ ਆਪਾਂ ਚੁੱਕਦੇ ਹਾਂ ਉਹ ਸਵਾਲ ਤੋਂ ਬਾਅਦ ਕਈ ਸਵਾਲ ਬਣ ਜਾਂਦੇ। ਜਿੱਦਾਂ ਹੁਣੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਗੱਲ ਕੀਤੀ ਸੀ ਕਿ ਵੀ ਉਹਦੇ ਵਿੱਚ ਵੀ ਦੱਸਣ ਵਾਲੇ ਤਾਂ ਹੁਣ ਇਹ ਵੀ ਦੱਸਣ ਲੱਗ ਪਏ ਕਿ ਬਹੁਤ ਤਰ੍ਹਾਂ ਦਾ ਹੇਰ ਫੇਰ ਹੈ, ਕਿ ਵੀ ਉਹ ਇਨਡਾਇਰੈਕਟ ਵੇ ਨਾਲ ਹੀ ਆਪਣੇ ਤੌਰ 'ਤੇ ਅੰਦਰ ਖਾਤੇ ਬਿਨਾਂ ਕਾਗਜ਼ਾਂ ਦੇ ਹੀ ਸਰੂਪ ਜਿਹੜੇ ਸੀ ਉਹ ਵੇਚੇ ਜਾਂਦੇ ਸ਼ਬਦ ਜਿਹੜਾ ਹੈ ਉਹ ਵੀ ਵਰਤਿਆ ਜਾਂਦਾ। ਮੈਂ ਅੰਦਾਜ਼ਾ ਇਹ ਲਾਉਂਦਾ ਸੀ ਵੀ ਹੁਣ ਜਿੰਨੇ ਗੁਰੂ ਘਰ ਨੇ ਪਿੰਡਾਂ ਦੇ ਵਿੱਚ, ਜਾਂ ਕਹਿ ਲਓ ਜੇ ਆਪਾਂ ਵੱਖ-ਵੱਖ ਡੇਰਿਆਂ 'ਤੇ ਵੀ ਚਲੇ ਜਾਈਏ, ਜਾਂ ਜਿਹੜੇ ਕਈ ਸਥਾਨ ਬਣੇ ਹੋਏ ਆ ਉੱਥੇ ਇਕੋਤਰੀ ਵੀ ਅਖੰਡ ਪਾਠ ਸਾਹਿਬ ਦੀ ਨਾਲੋਂ ਨਾਲ ਚੱਲਦੀ ਹੈ। ਸੋ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ, ਅਤੇ ਉਹ ਸਾਰਿਆਂ ਨੂੰ ਤੁਸੀਂ ਪੰਜਾਬੋਂ ਬਾਹਰ, ਦਿੱਲੀ, ਦੱਖਣ ਅਤੇ ਉਸ ਤੋਂ ਬਾਅਦ ਵਿਦੇਸ਼ਾਂ ਤੱਕ ਵੀ ਜੇ ਤੁਸੀਂ ਗਿਣਤੀ ਕਰਨ ਲੱਗੋ ਅਤੇ ਉਹਨਾਂ ਦੀ ਗਿਣਤੀ ਕਿੰਨੇ ਲੱਖਾਂ ਕਰੋੜਾਂ ਦੇ ਵਿੱਚ ਬਣਦੀ ਹੋਊਗੀ। ਸੋ ਉਹ ਜਿਹੜਾ ਹਿਸਾਬ ਕਿਤਾਬ ਹੈ ਅਤੇ ਉਹ ਸਾਰੇ ਕੁਝ ਜਿਹੜੀ ਪ੍ਰਿੰਟਿੰਗ ਹੈ ਉਹ ਇੱਕ ਹੀ ਸਥਾਨ ਤੋਂ ਹੋਣੀ, ਅਤੇ ਉਸ ਤੋਂ ਬਾਅਦ ਉਹ ਸਾਰਾ ਕੁਝ ਚੱਲਣਾ। ਇਹ ਕਿਤੇ ਨਾ ਕਿਤੇ ਤਾਂ ਗੱਲਾਂ ਦਿਮਾਗ ਦੇ ਵਿੱਚ ਲਾਲਚ ਵਰਗੀਆਂ ਆ ਹੀ ਜਾਂਦੀਆਂ ਹੋਣਗੀਆਂ ਵੀ ਅੱਛਾ ਯਾਰ ਜੇ ਇੱਦਾਂ ਹੈ ਅਤੇ ਮੈਂ ਥੋੜ੍ਹਾ ਜਿਹਾ ਰਜਿਸਟਰ ਤੋਂ ਪਾਸੇ ਲਿਖ ਲਵਾਂ ਅਤੇ ਇਹਦੇ ਨਾਲ ਆਹ ਬੈਨੀਫਿਟ ਹੋ ਜਾਊਗਾ। ਇਹ ਤਾਂ ਹੁਣ ਕਰਨ ਵਾਲੇ ਕਰਨ। ਮੈਂ ਤਾਂ ਇਹ ਗੱਲ ਚਲਾਈ ਵੀ ਸਵਾਲ ਤਾਂ ਫਿਰ ਇੱਕ ਤੋਂ ਬਾਅਦ ਕਈ ਤਰ੍ਹਾਂ ਦੇ ਖੁੱਲ੍ਹ ਜਾਂਦੇ ਆ। ਨਹੀਂ, ਬਿਲਕੁਲ ਠੀਕ ਹੈ ਜੀ ਗੱਲ ਤੁਹਾਡੀ। ਅਸਲ 'ਚ ਸੰਧਾਲੀਆ ਸਾਹਿਬ, ਜਿੱਦਾਂ ਆਪਾਂ ਸਕੂਲ ਦੀ ਗੱਲ ਕਰਦੇ ਹੁੰਦੇ ਨਾ ਕਿ ਸਕੂਲ ਦੀ ਬਹੁਤ ਇੰਪੋਰਟੈਂਸ ਆ, ਅਧਿਆਪਕ ਇੱਕ ਤਨਖਾਹ ਲੈਣ ਵਾਲਾ ਬੰਦਾ ਨਹੀਂ ਹੈ, ਉਹਨੇ ਭਵਿੱਖ ਘੜਨਾ। ਇਸੇ ਤਰੀਕੇ ਇਹ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਜੇ ਕੋਈ ਬੰਦਾ ਇਹ ਸੋਚਦਾ ਕਿ ਮੈਂ ਇੱਥੇ ਤਨਖਾਹ ਲੈਣਾ ਆ, ਜੇ ਕੋਈ ਬੰਦਾ ਇਹ ਸੋਚਦਾ ਕਿ ਭਾਈ ਮੈਂ ਇੱਥੋਂ 4 ਪੈਸੇ ਕਮਾਉਣੇ ਆ ਤੇ ਅਗਲੇ ਪਾਸੇ ਨੂੰ ਜਾਣਾ, ਜੇ ਦੂਜੀ ਭਾਵਨਾ ਹੀ ਨਹੀਂ, ਫਿਰ ਕੁਝ ਨਾ ਕੁਝ ਗਲਤ ਹੋਊਗਾ। ਫਿਰ ਅਸੀਂ ਕੁਝ ਐਸੀ ਪਿਰਤ ਪਾ ਕੇ ਜਾਵਾਂਗੇ ਜਿਹਦਾ ਨੁਕਸਾਨ ਹੀ ਬਹੁਤ ਜ਼ਿਆਦਾ ਹੋ ਜਾਣਾ। ਜਦੋਂ ਭਾਵਨਾ ਹੀ ਮਰ ਗਈ, ਜਦੋਂ ਵਿਹਾਰ ਹੀ ਸਾਡਾ ਮਰ ਗਿਆ, ਜਦੋਂ ਵਪਾਰ ਹੀ ਸਾਡੇ ਦਿਮਾਗ ਤੇ ਭਾਰੂ ਹੋ ਗਿਆ, ਭਾਵੇਂ ਉੱਪਰਲਿਆਂ ਦੇ ਕਰਕੇ ਹੋਇਆ ਭਾਵੇਂ ਹੇਠਲਿਆਂ ਦੇ ਕਰਕੇ ਹੋਇਆ, ਫਿਰ ਤਾਂ ਨਤੀਜੇ ਇਦਾਂ ਦੇ ਨਿਕਲਣੇ ਆ। ਇੱਕ ਚੀਜ਼ ਮੈਂ ਬਾਠ ਸਾਹਿਬ ਸੋਚਦਾ ਸੀ ਕਿ ਚਲੋ ਅਦਾਰੇ ਜਿਹੜੇ ਵੀ ਨੇ, ਜਾਂ ਜਿਹੜੀਆਂ ਦੁਨੀਆ ਭਰ 'ਚ ਬੈਠੀਆਂ ਸਿੱਖ ਸੰਸਥਾਵਾਂ ਨੇ, ਜਾਂ ਜਿਹੜੇ ਵੀ ਸੂਝਵਾਨ ਲੋਕ ਨੇ, ਜਾਂ ਜਿਹੜੇ ਮੋਹਤਬਾਰ ਲੋਕ ਨੇ, ਉਹ ਇੱਦਾਂ ਕਿਉਂ ਨਹੀਂ ਸੋਚਦੇ ਕਿ ਜਿਹੜੇ ਲੋਕਾਂ 'ਚ ਸੇਵਾ ਭਾਵਨਾ ਕਰਨ ਦੀ ਇੱਛਾ ਹੁੰਦੀ ਹੈ ਕਿ ਯਾਰ ਮੈਂ ਸੇਵਾ ਕਰਨੀ ਆ, ਉਸ ਬੰਦੇ ਨੂੰ ਤਾਂ ਸੇਵਾ ਮਿਲਦੀ ਹੈ ਵੀ ਤੂੰ ਜੋੜਾ ਘਰ 'ਚ ਬੈਠ ਕੇ ਤੇ ਜੋੜੇ ਝਾੜੀ ਜਾ। ਉਸ ਬੰਦੇ ਨੂੰ ਸੇਵਾ ਮਿਲਦੀ ਹੈ ਵੀ ਤੂੰ ਘਰੋਂ ਤੌਲੀਆ ਲਿਆ ਕੇ ਤੇ ਤੂੰ ਪੌੜੀਆਂ 'ਤੇ ਮਾਰੀ ਜਾ, ਜਾਂ ਤੂੰ ਫਰਸ਼ ਸਾਫ਼ ਕਰੀ ਜਾ। ਬਹੁਤੀ ਗੱਲ 'ਤੇ ਝਾੜੂ ਲੈ ਲਾ, ਤੂੰ ਝਾੜੂ ਨਾ ਕਰੀ ਜਾ। ਜੇ ਤੈਨੂੰ ਜ਼ਿਆਦੀ ਇੱਛਾ ਤੇ ਫਿਰ ਤੈਨੂੰ ਦਾਲ ਵਾਲੀ ਬਾਲਟੀ ਦੇ ਦਿੰਦੇ ਆ, ਤੂੰ ਉਹ ਵਰਤਾਈ ਜਾ। ਬਹੁਤੀ ਗੱਲ ਹੈ ਤੂੰ ਚਾਹੁੰਦਾ ਵੀ ਤੈਨੂੰ ਲੰਗਰ 'ਚ ਜ਼ਿਆਦਾ ਆਵਾਜ਼ਾਂ ਪੈਣ, ਫਿਰ ਤੂੰ ਖੀਰ ਵਾਲੀ ਬਾਲਟੀ ਫੜ ਲਾ। ਅਤੇ ਜਿੱਥੇ ਵਾਕਿਆ ਹੀ ਜ਼ਿੰਮੇਵਾਰੀ ਦੀ ਲੋੜ ਹੁੰਦੀ ਆ, ਅਤੇ ਜਿੱਥੇ ਵਾਕਿਆ ਹੁੰਦਾ ਵੀ ਇਸ ਥਾਂ ਦੇ ਉੱਪਰ ਯਾਰ ਚੰਗੀ ਕਾਬਲੀਅਤ ਵਾਲਾ ਬੰਦਾ ਚਾਹੀਦਾ, ਉਹਨਾਂ ਥਾਵਾਂ 'ਤੇ ਕੀ ਗੱਲ ਸੇਵਾ ਨਹੀਂ ਕਰਵਾਈ ਜਾ ਸਕਦੀ? ਕਿੰਨੇ ਲੋਕ ਨੇ ਜਿਨ੍ਹਾਂ ਨੂੰ ਇਹ ਹੁੰਦਾ ਕਿ ਵੀ ਯਾਰ ਜੇ ਮੈਂ ਹੁਣ ਪਰਿਵਾਰ ਮੇਰਾ ਵਧੀਆ ਚੱਲੀ ਜਾਂਦਾ, ਮੇਰੇ ਕੋਲ ਸਮਾਂ ਵੀ ਹੈ ਅਤੇ ਮੈਂ ਸੇਵਾ ਕਰ ਵੀ ਸਕਦਾ, ਉਹਨਾਂ ਲੋਕਾਂ ਨੂੰ ਅੱਗੇ ਲਿਆਉਣ ਦੀ ਲੋੜ ਨਹੀਂ। ਇੱਕ ਤਾਂ ਸੇਵਾ ਭਾਵਨਾ ਹੋਏਗੀ, ਪਲੱਸ ਉਹ ਬੰਦਾ ਮਿਹਨਤਾਂ ਨਾਲ ਕੋਈ ਨਹੀਂ ਲਊਗਾ, ਅਤੇ ਤੀਸਰੀ ਗੱਲ ਉਹ ਸ਼ਰਧਾ ਦੇ ਨਾਲ ਬਿਲਕੁਲ ਸਹੀ ਕੰਮ ਕਰੂਗਾ। ਦੇਖੋ, ਸੇਵਾ ਵਾਲੇ ਬੰਦੇ ਨੂੰ ਹੁੰਦਾ ਸੰਧਾਲੀਆ ਸਾਹਿਬ ਡਰ। ਸੇਵਾ ਵਾਲੇ ਬੰਦੇ 'ਚ ਹੁੰਦੀ ਹੈ ਥੋੜ੍ਹੀ ਬਹੁਤ ਇਮਾਨਦਾਰੀ। ਤਾਂ ਜੇ ਸੇਵਾ ਵਾਲੇ ਬੰਦੇ ਉੱਥੇ ਲੱਗ ਜਾਣਗੇ ਤਾਂ ਫਿਰ ਸਰਾਵਾਂ ਦੇ ਕਮਰੇ ਟੈਲੀਫੋਨਾਂ ਦੇ ਉੱਤੇ ਥੋੜ੍ਹੀ ਬੁੱਕ ਹੋਣੇ ਆ। ਜੇ ਸੇਵਾ ਵਾਲੇ ਬੰਦੇ ਉੱਥੇ ਲੱਗ ਜਾਣਗੇ ਫਿਰ ਆਪਦੇ ਬੰਦੇ ਜਿਹੜੇ ਆ ਉਹ ਭਰਤੀ ਥੋੜ੍ਹੀ ਹੋਣੇ ਆ। ਜੇ ਸੇਵਾ ਵਾਲੇ ਬੰਦੇ ਉੱਥੇ ਲੱਗ ਜਾਣਗੇ ਫਿਰ ਜਿਹੜਾ ਬੰਦਾ ਤਬਲਾ ਵਜਾਉਣ ਦੇ ਲਈ ਭਰਤੀ ਹੋਇਆ ਉਹ ਫਿਰ ਕੀਰਤਨ ਥੋੜ੍ਹੀ ਉੱਥੇ ਕਰੂਗਾ। ਜਾਣੀ ਗੱਲਾਂ ਤਾਂ ਛੋਟੀਆਂ ਨੇ। ਜੇ ਸੇਵਾ ਵਾਲੇ ਬੰਦੇ ਉੱਥੇ ਲੱਗ ਜਾਣਗੇ ਤਾਂ ਫਿਰ ਇੱਕ ਦਿਨ ਦੀ ਜਗ੍ਹਾ ਦੇ ਉੱਤੇ ਬਿੱਲ ਜਿਹੜੇ ਆ 4 ਦਿਨ ਸਬਜ਼ੀ ਖਰੀਦਣ ਦੇ ਥੋੜ੍ਹੀ ਪੈਣਗੇ। ਉਹ ਫਿਰ ਬੜਾ ਅਜੀਬ ਹੋ ਜਾਂਦਾ ਨਾ। ਦੇਖੋ 20 ਚੀਜ਼ਾਂ ਨੇ, ਗੱਡੀ ਦਾ ਟਾਇਰ ਘੁੰਮਦਾ, ਸੇਵਾ ਵਾਲੇ ਬੰਦੇ ਜੇ ਹੋਣਗੇ ਤੇ ਪਿਛਲੇ ਸਮੇਂ ਜਦੋਂ ਲਾਕਡਾਊਨ ਲੱਗਾ, ਸੰਗਤ ਕਿਤੇ ਜਾਵੇ ਵੀ ਨਾ, ਉਦੋਂ ਵੀ ਮੰਡੀਓਂ ਫਰੂਟ ਥੋੜਾ ਖਰੀਦ ਕੇ ਆਊਗਾ। ਨਹੀਂ ਆਊਗਾ ਜੀ, ਨਹੀਂ ਆਊਗਾ। ਅੱਛਾ ਬਾਠ ਸਾਹਿਬ, ਇੱਕ ਆਪਾਂ ਗੱਲ ਕਰਨੀ ਹੈ ਯਾਰ ਜਾਂਦੇ ਜਾਂਦੇ ਜ਼ਰੂਰ, ਉਹ ਆ ਕਿ ਮੋਦੀ ਸਾਹਿਬ ਨੇ ਹੁਣ ਕਹਿ ਤਾ ਕਿ ਵੀ ਇੰਡੀਆ ਦੇ ਵਿੱਚ ਜਿਹੜੇ ਬੱਚੇ ਨੇ, ਕਿਉਂਕਿ ਇੰਡੀਆ ਦੀ ਆਬਾਦੀ ਬੜੀ ਆ, ਆਪਾਂ ਇਹ ਵੀ ਦੇਖਦੇ ਹਾਂ ਇੱਕ ਮਿੰਟ 'ਚ ਕਿੰਨੇ ਨਿਆਣੇ ਦੁਨੀਆ 'ਤੇ ਆ ਰਹੇ ਆ। ਹੁਣ ਨਿਆਣਿਆਂ ਨੇ ਖੇਡਣਾ, ਅਤੇ ਨਿਆਣੇ ਨੇ ਖੇਡਣਾ ਬਾਜ਼ੀਆਂ ਨਾਲ, ਖਿਡੌਣਿਆਂ ਨਾਲ, ਹੈ ਨਾ, ਟੋਇਜ਼ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਉਹ ਜਿਹੜੇ ਟੋਇਜ਼ ਨੇ, ਖਿਡੌਣੇ ਨੇ, 80% ਚਾਈਨਾ ਦੇ ਹੁੰਦੇ ਆ, ਕਿਉਂਕਿ ਉੱਥੋਂ ਬਣਦੇ ਨੇ ਅਤੇ ਭਾਰਤ 'ਚ ਆਉਂਦੇ ਨੇ। ਅਤੇ ਜੇ ਆਪਾਂ ਉਹਨਾਂ ਦੀ ਭਾਵੇਂ ਕੁਆਲਿਟੀ ਮਾੜੀ ਹੈ ਚੰਗੀ ਆ, ਪਰ ਬਾਹਰੋਂ ਜਦੋਂ ਆਪਾਂ ਦਿੱਖ ਦੀ ਗੱਲ ਕਰਦੇ ਹਾਂ ਤਾਂ ਉਹ ਬੜੀ ਵਧੀਆ ਲੱਗਦੀ ਆ। ਅਤੇ ਜਦੋਂ ਉਹਦੇ ਰੇਟ ਦੀ ਗੱਲ ਕਰਦੇ ਫਿਰ ਬੰਦਾ ਕਹਿੰਦਾ ਵੀ ਯਾਰ ਅੱਛਾ ਇੰਨੇ ਕੁ ਪੈਸਿਆਂ 'ਚ ਹੀ ਆਹ ਚੀਜ਼ ਦੇ ਦੇਣੀ ਤੁਸੀਂ। ਦੂਜੇ ਪਾਸੇ ਜਦੋਂ ਇੰਡੀਆ ਵਾਲੇ ਖਿਡੌਣੇ ਦੀ ਗੱਲ ਕਰਦੇ, ਭਾਵੇਂ ਟੁੱਟਾ ਜਾਂ ਛਣਕਣਾ ਜਿਹਾ ਹੀ ਹੋਵੇ ਜਿਹੜਾ ਮੇਲਿਆਂ 'ਚੋਂ ਮਿਲਦਾ ਹੁੰਦਾ, ਉਹਦੇ ਵੀ ਬੰਦਾ 20 ਰੁਪਏ ਮੰਗੀ ਜਾਂਦਾ। ਯਾਰ ਇਹ 20 ਵਾਲੀ ਲਵਾਂ ਜਾਂ ਮੈਂ ਇੱਧਰ ਚਾਬੀ ਵਾਲੀ ਇੱਕ ਆ ਜਿਹੜੀ ਗਿਟਾਰ ਜੀ ਜਾਂ ਬੱਤਕ ਜੀ ਆ ਇਹ ਲਵਾਂ, ਉਹ ਜਵਾਕ ਵੀ ਭੱਜ ਕੇ ਚਾਈਨਾ ਵਾਲੇ ਖਿਡੌਣੇ ਨੂੰ ਪੈਂਦਾ। ਹੁਣ ਇਹੋ ਜਿਹੇ ਹਾਲਾਤਾਂ 'ਚ ਮੋਦੀ ਸਾਹਿਬ ਦੀ ਇਹ ਅਪੀਲ ਕਿ ਵੀ ਟੋਏ ਇੰਡਸਟਰੀ ਜਿਹੜੀ ਹੈ ਉਸ ਵਾਲੇ ਪਾਸੇ ਆਪਾਂ ਆਉਣਾ, ਅਤੇ ਜਿਹੜੇ ਟੋਇਜ਼ ਨੇ ਉਹ ਦੇਸ਼ ਦੇ ਵਿੱਚ ਹੀ ਬਣਾਏ ਜਾਣ। ਈਵਨ ਬਾਹਰਲੇ ਮੁਲਕਾਂ ਤੱਕ ਵੀ ਮਤਲਬ ਉਹ ਗੱਲਾਂ ਕਰਦੇ ਵੀ ਇੰਡੀਆ ਦੇ ਖਿਡੌਣਿਆਂ ਦੀ ਗੱਲ ਹੋਵੇ।
ਇਹ ਤੁਸੀਂ ਸਮਝਦੇ ਹੋ ਵੀ ਹੈ ਪੋਸੀਬਿਲਿਟੀ, ਜਾਂ ਆਪਾਂ ਕਈ ਵਾਰਾਂ ਤਾਂ ਹੁੰਦਾ ਵੀ ਦੇਰ ਨਾਲ ਜਾ ਕੇ ਆਵਾਜ਼ ਮਾਰਦੇ ਆ, ਕਈ ਵਾਰਾਂ ਹੁੰਦਾ ਵੀ ਬੰਦਾ ਸੁੱਤਾ ਹੀ ਊਂਗੀ ਜਾਂਦਾ ਦਾ, ਉਹ ਨਹੀਂ ਨਹੀਂ ਆਪਾਂ ਨਹੀਂ ਛੱਡਣਾ, ਆਪਾਂ ਨਹੀਂ ਛੱਡਣਾ, ਇੱਦਾਂ ਤਾਂ ਨਹੀਂ ਚੱਲਦਾ? ਜਦੋਂ ਨਾ ਸੰਧਾਲੀਆ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਮਨ ਕੀ ਬਾਤ ਕਰਦੇ ਸੀ ਤਾਂ ਉਹਨਾਂ ਨੇ ਟੋਏ ਇੰਡਸਟਰੀ, ਖਿਡੌਣਾ ਉਦਯੋਗ ਦੀ ਗੱਲ ਕੀਤੀ। ਸਭ ਤੋਂ ਪਹਿਲਾਂ ਮੈਨੂੰ ਚੇਤਾ ਆਇਆ ਕਿ ਇੱਕ ਲਾਲ ਬੱਤੀਆਂ ਵਾਲਾ ਚੌਂਕ ਆ, ਉਹਦੇ ਇੱਕ ਪਾਸੇ 5-7 ਝੁੱਗੀਆਂ, ਝੁੱਗੀਆਂ ਦੇ ਵਿੱਚ ਬਾਹਰ ਨਿੱਕੇ ਨਿੱਕੇ ਨਿਆਣੇ ਜਿਨ੍ਹਾਂ ਦੀ ਖੇਡਣ ਦੀ ਉਮਰ ਆ, ਉਹ ਆ ਪੈਰ ਨੰਗੇ ਆ, ਜਦੋਂ ਲਾਲ ਬੱਤੀ ਹੁੰਦੀ ਆ ਗੱਡੀਆਂ ਕਾਰਾਂ ਆ ਕੇ ਖੜਦੀਆਂ, ਉਹਨਾਂ ਦੇ ਹੱਥਾਂ 'ਚ ਖਿਡੌਣੇ ਆ ਤੇ ਉਹ ਸ਼ੀਸ਼ਿਆਂ ਤੇ ਹੱਥ ਮਾਰਦੇ ਫਿਰਦੇ ਆ, ਖਿਡੌਣਾ ਖਰੀਦ ਲਓ। ਇੱਕ ਪਾਸੇ ਉਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਕੀ ਮਨ ਕੀ ਬਾਤ ਸੀ ਤੇ ਦੂਸਰੇ ਪਾਸੇ ਉਹ ਦਿਮਾਗ ਦੇ ਵਿੱਚ ਉਹ ਬੱਚੇ ਆ ਰਹੇ ਸੀ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਇਹ ਖਿਡੌਣਾ ਇੰਪੋਰਟ ਹੋਇਆ, ਇਹ ਖਿਡੌਣਾ ਇੱਥੇ ਬਣਿਆ ਜਾਂ ਕੀ ਹੋਇਆ। ਉਹਨਾਂ ਨੂੰ ਨਹੀਂ ਪਤਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਜਿਹੜਾ ਭਾਸ਼ਣ ਦੇ ਰਿਹਾ ਉਹਦਾ ਸਾਡੀ ਰੋਜ਼ੀ ਰੋਟੀ ਦੇ ਉੱਤੇ ਕੀ ਅਸਰ ਪੈਣਾ। ਹੁਣ ਚੰਗਾ ਹੋਵੇ ਜਦੋਂ ਦੇਸ਼ ਦੇ ਮੁਖੀ ਜਾਂ ਜਦੋਂ ਦੇਸ਼ ਦੇ ਕਰਤਾ ਧਰਤਾ ਜਾਂ ਸੂਬਿਆਂ ਦੇ ਕਰਤਾ ਧਰਤਾ ਕੋਈ ਗੱਲ ਕਰਨ ਤਾਂ ਉਸ ਉਦਯੋਗ ਦੇ ਨਾਲ ਜੁੜੇ ਹੋਏ ਹੇਠਲੇ ਪੱਧਰ ਦੇ ਲੋਕਾਂ ਦਾ ਵੀ ਉਹਨਾਂ ਦੇ ਮਨ ਦੇ ਵਿੱਚ ਮਾੜਾ ਮੋਟਾ ਸਵਾਲ ਸਬੂਲ ਆਵੇ। ਹੁਣ ਜਿਹੜੀ ਤੁਸੀਂ 80% ਦੀ ਗੱਲ ਕੀਤੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ 12,000 ਕਰੋੜ ਰੁਪਏ ਦੇ ਸਾਲ ਦੇ ਖਿਡੌਣੇ ਜਿਹੜੇ ਆ ਚਾਈਨਾ ਤੋਂ ਆ ਰਹੇ ਆ ਤੇ ਜਿਹੜੇ ਭਾਰਤ 'ਚ ਬਣ ਰਹੇ ਆ ਉਹਨਾਂ ਦੀ ਬਾਜ਼ਾਰ ਦੇ ਵਿੱਚ ਕੀਮਤ 1,000 ਕਰੋੜ ਵੀ ਨਹੀਂ, ਜਾਣੀ ਕਿ ਅਸੀਂ ਕਿਤੇ ਨੇੜ ਤੇੜ ਵੀ ਨਹੀਂ ਨਜ਼ਰ ਆਉਂਦੇ। ਹੁਣ ਚਲੋ ਇਹ ਵੀ ਗੱਲ ਹੋ ਗਈ, ਜੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਨਾ ਕਿ ਅਸੀਂ ਭਾਰਤ 'ਚ ਹੀ ਬਣਾਉਣਾ, ਅਸੀਂ ਆਤਮ ਨਿਰਭਰ ਬਣਨਾ, ਖਿਡੌਣੇ ਬੱਚੇ ਪੈਦਾ ਹੋਣੇ ਆ, ਬੱਚਿਆਂ ਨੇ ਵੱਡੇ ਹੋਣਾ, ਬੱਚਿਆਂ ਨੂੰ ਖਿਡੌਣੇ ਚੰਗੇ ਲੱਗਣੇ, ਖਿਡੌਣੇ ਵਿਕਣੇ ਆ, ਤੇ ਮਾਪੇ ਭਾਵੇਂ ਗਰੀਬ ਹੈ ਭਾਵੇਂ ਅਮੀਰ ਹੈ, ਉਹਨਾਂ ਨੂੰ ਭਾਵੇਂ ਕੌੜਾ ਘੁੱਟ ਭਰਨਾ ਪਵੇ, ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬੱਚੇ ਦੀ ਇੱਛਾ ਪੂਰੀ ਕਰੀਏ, ਬੱਚੇ ਨੂੰ ਖਿਡੌਣਾ ਲੈ ਕੇ ਦੇਣਗੇ, ਆਪ ਭਾਵੇਂ ਰੋਟੀ ਘੱਟ ਖਾ ਲੈਣ। ਹੁਣ ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਤਾਂ ਕਹਿਤੀ, ਪਰ ਦਿੱਲੀ ਦੇ ਸਦਰ ਬਾਜ਼ਾਰ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਖਿਡੌਣਿਆਂ ਦੀ ਮਾਰਕੀਟ ਹੈ, ਥੋਕ ਦੇ ਵਿੱਚ ਜਿੱਥੋਂ ਲਿਆਉਂਦੇ ਆ ਲੋਕ। ਹੁਣ ਉਸ ਮਾਰਕੀਟ ਦੇ ਵਿੱਚ ਜਿਹੜੀ ਜਥੇਬੰਦੀ ਬਣੀ ਹੈ ਉਹ ਕਹਿੰਦੇ ਜੀ ਗੱਲ ਇੱਕ ਹੈ ਕਿ ਅਸੀਂ ਵੀ ਚਾਹੁੰਦੇ ਹਾਂ ਕਿ ਖਿਡੌਣੇ ਭਾਰਤ 'ਚ ਬਣਨ, ਅਸੀਂ ਉਹਦਾ ਹੀ ਵਪਾਰ ਕਰੀਏ, ਉਹੀ ਵੇਚੀਏ, ਪਰ ਘੱਟੋ ਘੱਟ ਸਾਨੂੰ ਸਹੂਲਤਾਂ ਤਾਂ ਦੇ ਦਿਓ। ਜਿਹੜੀ ਹੁਣ ਗੱਲ ਵਿੱਚੋਂ ਨਿਕਲ ਕੇ ਸਾਹਮਣੇ ਆਈ ਆ ਸੰਧਾਲੀਆ ਸਾਹਿਬ, ਕਮਾਲ ਦੀ ਆ ਕਿ ਕਿੱਧਰੋਂ ਕਿੱਧਰ ਗੋਟੀਆਂ ਫਿੱਟ ਹੋਈ ਜਾਂਦੀਆਂ। ਜਦੋਂ ਉਹ ਕਹਿੰਦੇ ਕਿ ਪਿਛਲੇ ਸਾਲ ਰਿਲਾਇੰਸ ਵਾਲੇ ਅੰਬਾਨੀ ਸਾਹਿਬ ਨੇ ਇੱਕ ਬਹੁਤ ਵੱਡੀ ਖਿਡੌਣਿਆਂ ਦੀ ਕੰਪਨੀ ਖਰੀਦੀ, ਉਹ ਏਡੀ ਵੱਡੀ ਕੰਪਨੀ ਹੈ ਕਿ ਭਾਰਤ ਦੇ ਅੱਧੇ ਖਿਡੌਣਾ ਬਾਜ਼ਾਰ ਨੂੰ ਆਪੇ ਕੰਮ ਸਪਲਾਈ ਕਰ ਸਕਦੀ ਹੈ। ਹੁਣ ਉਹ ਕਹਿੰਦੇ ਕਿ ਪਹਿਲਾਂ ਤਾਂ ਰਿਲਾਇੰਸ ਵਾਲੇ ਇੱਕ ਬਹੁਤ ਵੱਡੀ ਖਿਡੌਣਿਆਂ ਦੀ ਕੰਪਨੀ ਖਰੀਦਦੇ ਆ, ਉਹਦੇ ਤੋਂ ਬਾਅਦ ਭਾਰਤ ਦੇ ਵਿੱਚ ਇੱਕ ਕਾਨੂੰਨ ਬਣਦਾ ਹੈ ਕਿ ਫਲਾਨਾ ਸਰਟੀਫਿਕੇਟ ਜ਼ਰੂਰੀ ਹੈ ਜੇ ਕੋਈ ਭਾਰਤ 'ਚ ਖਿਡੌਣਾ ਬਣਾਉਂਦਾ, ਤੇ ਉਹ ਕਹਿੰਦੇ ਉਹ ਸਰਟੀਫਿਕੇਟ ਲੈਣ ਤੋਂ ਪਹਿਲਾਂ ਤੁਹਾਨੂੰ ਲੈਬੋਰਟਰੀ ਬਣਾਉਣੀ ਪਊਗੀ ਆਪ ਆਪਣੇ ਖਰਚੇ ਤੇ, ਜਿੱਥੋਂ ਤੁਹਾਡਾ ਖਿਡੌਣਾ ਚੈੱਕ ਹੋਊਗਾ, ਤੇ 80% ਕਹਿੰਦੇ ਭਾਰਤ 'ਚ ਖਿਡੌਣਾ ਬਣਾਉਣ ਵਾਲੇ ਉਹ ਲੈਬ ਲਾ ਹੀ ਨਹੀਂ ਸਕਦੇ, ਇੰਨਾ ਉਹਨਾਂ ਕੋਲ ਖਰਚਾ ਹੀ ਨਹੀਂ, ਇੰਨੇ ਉਹਨਾਂ ਕੋਲ ਰੁਪਈਏ ਹੀ ਨਹੀਂ। ਹੁਣ ਦੇਖੋ ਕਨੈਕਸ਼ਨ ਕਿੱਥੇ ਜੋੜਿਆ। ਸਭ ਤੋਂ ਪਹਿਲਾਂ ਉਹ ਕਹਿੰਦੇ ਕਿ ਉਹ ਅੰਬਾਨੀ ਸਾਹਿਬ ਦਾ ਪਰਿਵਾਰ ਰਿਲਾਇੰਸ ਵਾਲੇ ਖਿਡੌਣਿਆਂ ਦੀ ਕੰਪਨੀ ਖਰੀਦਦੇ ਆ, ਉਹਦੇ ਤੋਂ ਬਾਅਦ ਇਦਾਂ ਦੇ ਨਿਯਮ ਬਣਾਤੇ ਜਾਂਦੇ ਸੁਰੱਖਿਆ ਦੇ ਨਾਂ ਦੇ ਉੱਤੇ ਕਿ ਬਹੁਤੀਆਂ ਬਾਕੀ ਛੋਟੀਆਂ ਕੰਪਨੀਆਂ ਬੰਦ ਹੋ ਜਾਣ। ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਮਨ ਕੀ ਬਾਤ 'ਚ ਗੱਲ ਕਰਦੇ ਆ ਤੇ ਹਿਸਾਬ ਕਿਤਾਬ ਕਹਿੰਦੇ ਫਿਰ ਤੁਸੀਂ ਆਪੇ ਲਾ ਲਓ ਕਿ ਇਹ ਆਤਮ ਨਿਰਭਰ ਦੇਸ਼ ਨੂੰ ਕੀਤਾ ਜਾ ਰਿਹਾ ਹੈ ਜਾਂ ਫਿਰ ਆਹੋ। ਇਹ ਗੱਲ ਇਹ ਇਕੱਲੀ ਖਿਡੌਣਿਆਂ 'ਚ ਨਹੀਂ ਹੈਗੀ, ਇਹ ਰੌਲਾ ਤਾਂ ਬੜਿਆਂ ਥਾਵਾਂ ਤੇ ਆ ਵੀ ਬੰਦੇ ਦੋਵਾਂ ਕੁ ਦਾ ਨਾਂ ਵੱਜਦਾ। ਉਹ ਕਹਿੰਦੇ ਜੇ ਏਅਰਪੋਰਟ ਤੇ ਜਾਂਦੇ ਆ ਤਾਂ ਵੀ ਉਹਨਾਂ 'ਚੋਂ ਇੱਕ ਦਾ ਨਾਂ ਵੱਜਦਾ, ਜੇ ਆਪਾਂ ਕਿਤੇ ਲਾਗਲੀ ਸੌਦੇ ਵਾਲੀ ਜਿਹੜੀ ਥੋੜ੍ਹੀ ਜਿਹੀ ਵੱਡੀ ਦੁਕਾਨ ਹੈ ਉਹਦੇ ਤੇ ਜਾਂਦੇ ਆ, ਜੇ ਕੋਈ ਖੰਡ ਪੱਤੀ ਲੈਣੀ ਤਾਂ ਵੀ ਦੁਕਾਨ ਉਹਨਾਂ ਦੀ ਹੁੰਦੀ ਆ। ਜੇ ਅਗਲਾ ਕਹਿੰਦਾ ਨਹੀਂ ਯਾਰ ਹੁਣ ਟੈਲੀਵਿਜ਼ਨ ਲੈਣ ਦਾ ਮਨ ਹੈ ਐਤਕੀ ਦੀਵਾਲੀ ਤੇ ਲੈ ਲਾਂਗੇ ਤਾਂ ਵੀ ਦੁਕਾਨ ਉਹਨਾਂ ਦੀ ਹੈ। ਜੇ ਜਵਾਕ ਕਹਿੰਦਾ ਕੱਪੜੇ ਲੈਣੇ ਆ ਤਾਂ ਵੀ ਦੁਕਾਨ ਉਹਨਾਂ ਦੀ ਆ। ਜੇ ਹੁਣ ਤਾਂ ਚਲੋ ਖੈਰ ਹੈ ਜੇ ਸਿਨੇਮੇ ਸੁਨਮੇ ਬੰਦ ਆ, ਜੇ ਕਹਿੰਦੇ ਉਹ ਖੁੱਲ੍ਹਣੇ ਨਹੀਂ, ਕਹਿੰਦੇ ਉਹਨਾਂ ਦੇ ਟੱਬਰ ਨੇ ਵਧੀਆ ਬਣਾਏ ਆ ਯਾਰ ਸਿਨੇਮੇ, ਆਪਾਂ ਉਹਦੇ 'ਚ ਫਿਲਮ ਵੇਖਣ ਜਾਣਾ। ਸੋ ਇਹ ਚਰਚਾ ਤਾਂ ਹੈਗੀ ਆ, ਪਰ ਗੱਲ ਉਹੀ ਹੈ ਨਾ ਵੀ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਕਿਹਾ ਵੀ ਜਾਂ ਤਾਂ ਇੱਕ ਹੁੰਦਾ ਬੰਦੇ ਨੇ ਜਾਗਦੇ ਹੋਏ ਸਾਹਮਣੇ ਸਾਰਾ ਕੁਝ ਵੇਖ ਕੇ ਫਿਰ ਬਿਆਨ ਦੇਣਾ, ਇੱਕ ਹੁੰਦਾ ਵੀ ਮਤਲਬ ਸਰਾਣੇ ਤੇ ਬੰਦੇ ਨੇ ਪਾਸਾ ਜਿਹਾ ਵੱਟ ਕੇ ਤੇ ਉਂਗਦੇ ਨਹੀਂ ਕਹਿੰਦਾ ਉਹ ਕੋਈ ਨਹੀਂ ਕਰ ਲਾਂਗੇ ਯਾਰ, ਫਿਰ ਵੇਖ ਲਓ ਤੁਸੀਂ 80% ਕਰ ਲਓ ਤੇ ਫਿਰ ਆਹੋ ਉਹ ਵਾਲਾ ਚਾਦਰ ਘੁੱਟ ਲੈਣੀ ਨਾਲ ਹੀ। ਅਗਲੇ ਨੂੰ ਪਤਾ ਹੁੰਦਾ ਵੀ ਕੋਈ ਗੱਲ ਨਹੀਂ ਇਹ ਪਾਸਾ ਜਿਹਾ ਮੋੜਦਿਆਂ ਕਿਤੇ ਸੁਪਨਾ ਵੇਂਦਾ ਕਿਤੇ ਕਹਿਤੀ ਗੱਲ। ਆਹ ਜਿਹੜੀਆਂ ਚੀਜ਼ਾਂ ਨੇ ਨਾ ਇਸੇ ਕਰਕੇ ਤੇ ਇਹ ਜਿਹੜੀਆਂ ਗੱਲਾਂ ਕਿਤੇ ਹੋਰ ਹੁੰਦੀਆਂ ਨੇ ਤੇ ਜ਼ਮੀਨੀ ਪੱਧਰ ਦੇ ਉੱਪਰ ਕੁਝ ਹੋਰ ਹੁੰਦਾ। ਪਰ ਇੱਕ ਚੀਜ਼ ਨਹੀਂ ਮੈਨੂੰ ਸਮਝ ਆਉਂਦੀ ਵੀ ਮੋਦੀ ਸਾਹਿਬ ਜਾਂ ਜਿਹੜੀਆਂ ਹੋਰ ਸੰਸਥਾਵਾਂ ਨੇ ਜਾਂ ਜਿਹੜਾ ਮੀਡੀਆ ਹੈ ਉਹ ਇਹ ਕਿਉਂ ਨਹੀਂ ਦੱਸਦਾ ਵੀ ਜਿਸ ਚਾਈਨਾ ਨੂੰ ਆਪਾਂ ਟੱਕਰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਉਹਨੇ ਤਾਂ
ਵੱਡੇ ਵੱਡੇ ਸ਼ਹਿਰ ਜਿਹੜੇ ਨੇ ਉਹ ਸਿਰਫ ਇਸੇ ਚੀਜ਼ ਦੇ ਉੱਪਰ ਬਣਾ ਦਿੱਤੇ, ਵਸਾ ਦਿੱਤੇ, ਜਿੱਥੇ ਇੰਡਸਟਰੀ ਹੈ ਤੇ ਉਸ ਇੰਡਸਟਰੀ ਤੋਂ ਬਣਨ ਵਾਲੀਆਂ ਚੀਜ਼ਾਂ ਨੇ ਉਹਨਾਂ ਦੀ ਵੀ ਤਰਤੀਬ ਹੈ। ਇਸ ਏਰੀਏ ਦੇ ਵਿੱਚ ਫਲਾਨੀ ਚੀਜ਼ ਬਣਨੀ ਆ, ਤੁਸੀਂ ਉੱਥੇ ਚਲੇ ਜਾਂਦੇ ਹੋ ਤਾਂ ਤੁਹਾਨੂੰ ਸਿਰਫ ਤੇ ਸਿਰਫ ਉਸ ਮਾਰਕੀਟ 'ਚ ਹੋਲਸੇਲ ਦੀਆਂ ਉਹੀ ਦੁਕਾਨਾਂ ਮਿਲਦੀਆਂ ਨੇ। ਤੇ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਉਸ ਮਾਰਕੀਟ ਦੇ ਵਿੱਚ ਬੈਠੇ ਬੰਦਿਆਂ ਨੂੰ ਆ ਜਲੰਧਰ ਵਰਗੇ ਸ਼ਹਿਰ 'ਚੋਂ ਜੇ ਇੱਕ ਆਮ ਸਧਾਰਨ ਬੰਦਾ ਵੀ ਫੋਨ ਕਰੇ ਵੀ ਯਾਰ ਮੈਨੂੰ ਫਲਾਨੀ ਚੀਜ਼ ਚਾਹੀਦੀ ਆ, ਤਾਂ ਉਹਨਾਂ ਦੇ ਏਜੰਟ ਉਹ ਸਾਰਾ ਕੁਝ ਨੋਟ ਕਰਦੇ ਨੇ ਤੇ ਉੱਥੋਂ ਉਹ ਸਮਾਨ ਜਲੰਧਰ 'ਚ ਉਸ ਦੁਕਾਨਦਾਰ ਤੱਕ ਨੂੰ ਪਹੁੰਚਾ ਦਿੰਦੇ ਆ। ਤੇ ਜੇ ਇੱਥੇ ਬੰਦਾ ਮੇਰੇ ਖਿਆਲ ਨਾਲ ਇਹ ਸੋਚੇ ਵੀ ਯਾਰ ਮੈਂ ਦਿੱਲੀੋਂ ਕੋਈ ਸੌਦਾ ਲੈ ਆਵਾਂ ਤੇ ਰਾਹ 'ਚ ਉਹਨੂੰ 36 ਥਾਵਾਂ ਤੇ ਜਿਹੜੇ ਹਿਸਾਬ ਦੇ ਕਾਗਜ਼ ਪੁੱਛਣ ਵਾਲਿਆਂ ਨੇ ਘੇਰਨਾ, ਉਦੋਂ ਬਾਅਦ ਉਹਦਾ ਹੌਸਲਾ ਹੀ ਨਹੀਂ ਪੈਂਦਾ ਵੀ ਯਾਰ ਮੈਂ ਦਿੱਲੀੋਂ ਸਮਾਨ ਮੰਗਾ ਲਵਾਂ। ਇਹ ਚੀਜ਼ਾਂ ਨਹੀਂ ਨਜ਼ਰ ਆਉਂਦੀਆਂ। ਨਹੀਂ, ਨਜ਼ਰ ਆਉਣੀਆਂ ਚਾਹੀਦੀਆਂ ਜੀ। ਜਦੋਂ ਇੱਕ ਡੰਡਾ ਜਿਹਾ ਹੁੰਦਾ ਤੇ ਉਹ ਕਹਿੰਦੇ ਸਾਈਡ ਤੇ ਲਾ ਬਈ, ਹਾਂ ਵੀ ਸਾਈਡ ਤੇ ਲਾ। ਜੇ ਤਾਂ ਪੂਣੀ ਜੀ ਵੱਟ ਕੇ ਕੋਈ ਉਹਨੇ ਹੱਥ 'ਚ ਫੜਾਤਾ ਤਾਂ ਫਿਰ ਸਾਈਡ ਜਿਹੜੀ ਆ ਉਹ ਸਿੱਧੀ ਹੋ ਜਾਣੀ ਆ, ਨਹੀਂ ਤਾਂ ਸਾਈਡ ਪਤਾ ਨਹੀਂ ਕਿੰਨੇ ਕੁ ਦਿਨ ਸਾਈਡ ਲੱਗੀ ਰਹਿਣੀ ਆ। ਇਹ ਦੇਖਣਾ ਪਊਗਾ ਸੰਧਾਲੀਆ ਸਾਹਿਬ, ਜੇ ਇਹ ਨਹੀਂ ਨਾ ਦੇਖਾਂਗੇ ਫਿਰ ਗੱਲਾਂ ਹੀ ਹੁੰਦੀਆਂ, ਕੰਮ ਹੀ ਹੁੰਦਾ। ਅਸੀਂ ਚਾਹੁੰਦੇ ਹਾਂ ਕਿ ਭਾਈ ਸਰਕਾਰ ਜਿਹਦੀ ਮਰਜ਼ੀ ਹੋਵੇ, ਸੂਬਿਆਂ 'ਚ ਜਿਹਦੀ ਮਰਜ਼ੀ, ਕੇਂਦਰ 'ਚ ਕੰਮ ਹੋਵੇ, ਲੋਕਾਂ ਨੂੰ ਮਾੜੀ ਮੋਟੀ ਰਾਹਤ ਮਿਲੇ। ਨਹੀਂ ਤਾਂ ਖਿਡੌਣੇ ਛੁਣਛਣੇ ਜਿਹੇ ਜਿਹੜੇ ਆ ਉਹ ਤਾਂ ਸਾਡੇ ਹੱਥਾਂ 'ਚ ਸਿਆਸਤਦਾਨ ਫੜਾ ਹੀ ਦਿੰਦੇ ਆ। ਚਲੋ ਫਿਰ ਬਾਠ ਸਾਹਿਬ, ਹੁਣ ਸਮਾਂ ਮੁੱਕ ਗਿਆ। ਘੜੀ ਸਾਡੇ ਵਾਲੀ ਤੇ ਕਹਿੰਦੀ ਆ ਵੀ ਜਾ ਕੇ ਕੋਈ ਲੰਮੇ ਲੁੰਮੇ ਪਾਓ, ਕਿਉਂਕਿ ਤੁਹਾਡੇ ਹਿਸਾਬ ਨਾਲ ਹੁਣ ਹਨੇਰਾ ਹੋ ਗਿਆ ਤੇ ਸਾਡੇ ਹਿਸਾਬ ਨਾਲ ਅਸੀਂ ਕੋਈ ਕੰਮੇ ਧੰਦੇ ਲੱਗੀਏ। ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ ਜੀ। ਮੈਂ ਵੀ ਅੱਜ ਘੜੀ ਨੂੰ ਚਾਬੀ ਦੇ ਕੇ ਲਿਆ ਸੀ, ਠੀਕ ਟਾਈਮ ਦੱਸਦੀ ਆ। ਧੰਨਵਾਦ ਜੀ, ਸ਼ੁਕਰੀਆ। ਠੀਕ ਆ ਜੀ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ ਜੀ। ਆਪਣੀ ਫੀਡਬੈਕ ਜ਼ਰੂਰ ਦਿੰਦੇ ਰਹਿਣਾ, ਚੰਗੀਆਂ ਗੱਲਾਂ ਲੱਗਣ ਤੇ ਸ਼ੇਅਰ ਜ਼ਰੂਰ ਕਰਿਆ ਕਰੋ। ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਨਾਲ ਜੇ ਕੋਈ ਨਹੀਂ ਜੁੜਿਆ ਤਾਂ ਆਂਢ ਗੁਆਂਢ 'ਚ ਜ਼ਰੂਰ ਉਹਨੂੰ ਜੋੜਨਾ ਜੀ। ਤੁਹਾਡਾ ਧੰਨਵਾਦ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।